बिस्मिल्लाहिर्रहमानिर्रहीम। नाजरीन, FM4K TV, मैं तुहाडा मेज़बान अतीक अनवर राजा। साडा प्रोग्राम वेड़ा ते वेड़े साडे परौने आ चुके ने। इन्हां दा नाम है नायला रियाज भट्ट साहिबा। इन्हां दे बहुत सारे तारफ ने, इन्हां कोल बहुत सारियां गल्लां ने ते मैं कोशिश ये करना कि मैं तारक टाइम ज़ाया ना करा कि मैं कुछ गल कवां ते ओह जिन्नी भी गल कवां वो शायद घट होवे, क्योंकि इन्हों रब ने खास नवाजे। ये रब के खास बंद चों ने कि जिन्होंने रब का बड़ा खास करम होया है। तो करम जोड़ा ना वो सिर्फ पैसा नहीं होंदा। करम यह होंदा कि बंदा अपनी अपनी माँ नाल जुड़िया हुआ, अपनी माँ बोली नाल जुड़िया हुआ, धरती माँ नाल जुड़िया हुआ। वो बंदा लोगों के विच खलूस वंडा है, प्यार वंडा है। फिर सब तो वड्डी गल कि इलम वंडदे ने पे। ये प्रिंसीपल भी है, प्रोफैसर भी ने। तुहानूं जी आनूं कहने जी। बहुत शुक्रिया। सुनाओ, ठीक हो? खैरियत है? बिल्कुल ठीक ठाक। साडे वेड़े तुसीं साडे अज परौणे हो तो मैं अपने हर परौणे नूं एक सवाल पुछना कि जे तुसीं होश संभाली तुहाडे कच्चे वेड़े च की मौत तुसीं देखिया? मैं तुहानूं दसां ते अगर ये कहां कि पहले जिहड़ा माहौल असीं वेखिआ ना जी जी ਉਹਨੂੰ ਅਸੀਂ ਇੰਨਾ ਕੁ ਯਾਦ ਕਰਨੇ ਆ, ਇੰਨਾ ਕੁ ਅਸੀਂ ਮਿਸ ਕਰਨੇ ਆ। ਉਹ ਮਾਹੌਲ ਜਿਹੜਾ ਸੀ ਉਹ ਇੰਨਾ ਨਵੇਕਲਾ ਸੀ, ਉਹਦੀ ਰਹਿਤਲ, ਉਹ ਸਾਡਾ ਕਲਚਰ ਜਿਹੜਾ ਸੀ ਉਹ ਇੰਨਾ ਰਿਚ ਸੀ ਕਿ ਉਹਦੇ ਛੁੱਟਣ ਦਾ ਗਮ ਜਿਹੜਾ ਨਾ ਤੀ ਬਾਈ ਉਹ ਸਾਡੇ ਅੰਦਰ, ਸਾਡੀ ਨਸਲ ਦੇ ਅੰਦਰ ਕਿਧਰੇ ਜਿਹੜਾ ਨਾ ਉਹ ਵਸ ਰਿਹਾ। ਤੇ ਸ਼ੁਰੂ 'ਚ ਮੈਂ ਐਵੇਂ ਤੁਹਾਨੂੰ ਕਹਾਂ ਕੱਚਾ ਵਿਹੜਾ ਤੇ ਘਰ 'ਚ ਨਹੀਂ ਸੀ। ਮੈਂ ਨਰਵਲ ਤੋਂ ਤਾਲੁਕ ਰੱਖਦੀ ਹਾਂ, ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ। ਲੇਕਿਨ ਜਿਹੜਾ ਗਲੀਆਂ ਮੁਹੱਲਿਆਂ ਵਾਲਾ ਪਿਓਰ ਮਾਹੌਲ ਸੀ ਨਾ ਪੰਜਾਬ ਦਾ ਜੀ, ਸਾਡੀ ਗਲੀ ਅੱਗੋਂ ਬੰਦ ਸੀ ਤੇ ਉਹਦੇ ਵਿੱਚ ਜੋ ਮੈਂ ਇੱਕ ਏਕਾ ਵੇਖਿਆ, ਜੋ ਮੈਂ ਇੱਕ ਦੂਜੇ ਨਾਲ ਮੁਹੱਬਤਾਂ ਵੇਖੀਆਂ, ਜੋ ਬਜ਼ੁਰਗਾਂ ਦੀ ਸ਼ਫਕਤ ਵੇਖੀ, ਉਹ ਤੁਹਾਨੂੰ ਮੈਂ ਮਤਲਬ ਉਹ ਬਿਆਨ ਤੋਂ ਬਾਹਰ। ਸਹੀ ਹੈ। ਮੈਂ ਆਪਣੇ ਜਿਹੜੇ ਸਾਡੀ ਗਲੀ 'ਚ ਅਸੀਂ ਹਰ ਕੋਈ ਨਾ ਕੋਈ ਇੱਕ ਤੇ ਪਹਿਲੀ ਗੱਲ ਹਰ ਬੰਦਾ ਕਿਸੇ ਨਾ ਕਿਸੇ ਰਿਸ਼ਤੇ ਨਾਲ ਜੁੜਿਆ ਸੀ ਸਾਡੇ ਨਾਲ। ਉਹ ਹਮਸਾਇਆ ਨਹੀਂ ਸੀ। ਤੇ ਸਾਡੇ ਮੀਆਂ ਜੀ ਸਨ, ਅਸੀਂ ਉਹਨਾਂ ਨੂੰ ਮੀਆਂ ਜੀ ਕਹਿੰਦੇ ਸਾਂ। ਮੈਨੂੰ ਅੱਜ ਤੱਕ ਨਹੀਂ ਪਤਾ ਸਾਡਾ ਰਿਸ਼ਤਾ ਕੀ ਸੀ, ਲੇਕਿਨ ਸਾਡੇ ਮੀਆਂ ਜੀ ਨੂੰ ਅਸੀਂ ਤਾਣਾ ਤਾਣਦਿਆਂ ਵੀ ਵੇਖਿਆ। ਇਹੋ ਹੀ ਵਜ੍ਹਾ ਨਾ ਕਿ ਸਾਨੂੰ ਉਹਨਾਂ ਚੀਜ਼ਾਂ ਦੇ ਪਤਾ ਨੇ। ਸਾਡੇ ਹਮਸਾਏ 'ਚ ਸਾਡੇ ਜਿਹੜੇ ਬਾਬਾ ਜੀ ਸਨ ਉਹ ਧੀਆਂ ਵਾਸਤੇ ਸਪੈਸ਼ਲ ਰਾਤ ਨੂੰ ਸਣ ਨਾਲ ਬਹਿ ਕੇ ਮੋਟਾ ਰੱਸਾ ਉਣਦੇ ਸਨ ਕਿ ਇਹ ਕੁੜੀਆਂ ਰਾਤ ਨੂੰ ਰੱਸਾ ਟੱਪ ਸਕਣ। ਤੇ ਗਲੀ ਸਾਡੀ ਚੂੰਕਿ ਬੰਦ ਸੀ, ਇਸ ਕਰਕੇ ਕੋਈ ਅਜਨਬੀ ਬੰਦੇ ਦੇ ਆਉਣ ਦਾ ਕੋਈ ਤਸੱਵੁਰ ਨਹੀਂ ਸੀ। ਤੇ ਜਿਹੜੀਆਂ ਮਾਈਆਂ ਸਨ, ਜਿੰਨੀਆਂ ਬੀਬੀਆਂ ਸਨ, ਉਹ ਅਕਸਰ ਮੰਜੀਆਂ ਡਾ ਕੇ ਆਪਣੀਆਂ ਬਾਹਰ ਆਰਾਮ ਨਾਲ ਬੈਠੀ ਦੀਆਂ ਸਨ। ਫਿਰ ਇੱਕ ਹੋਰ ਨਾਰੋਵਾਲ ਦੀ ਪਛਾਣ ਸੀ ਕਿ ਨਾਰੋਵਾਲ 'ਚ ਨੂੰ ਗਰਮ ਚਾਦਰਾਂ ਦਾ ਘਰ ਕਿਹਾ ਜਾਂਦਾ ਹੈ ਕਿ ਫਰਦਾਂ, ਉਸ ਜ਼ਮਾਨੇ 'ਚ ਫਰਦ ਦਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਸੀ ਕਿ ਫਰਦਾਂ ਜਿਹੜੀਆਂ ਸਨ ਉਹ ਘਰਾਂ ਦੀਆਂ ਬੀਬੀਆਂ ਕੱਢਦੀਆਂ ਸਨ ਕਮਾਈ ਵਾਸਤੇ ਜਾਂ ਪੈਸੇ ਵਾਸਤੇ। ਤੇ ਉਹ ਬੀਬੀਆਂ ਯਾਨੀ ਜਿਹਨੂੰ ਟੁੱਪਾ ਕਰਨਾ ਵੀ ਕਹਿੰਦੇ ਨੇ, ਤੇ ਉਹ ਬੀਬੀਆਂ ਜਿਹੜੀਆਂ ਸਨ ਉਹ ਗਲੀ ਦੇ ਵਿੱਚ ਫਿਰ ਆਪਣਾ ਕੰਮ ਸ਼ਮ ਮੁਕਾ ਕੇ ਤੇ ਆ ਕੇ ਬਹਿ ਜਾਂਦੀਆਂ ਸਨ। ਜਾਂ ਜਿਸ ਤਰ੍ਹਾਂ ਸਾਡੇ ਘਰ ਦੀ ਡਿਓੜੀ ਬਹੁਤ ਵੱਡੀ ਸੀ, ਮੈਨੂੰ ਯਾਦ, ਉਹਦਾ ਲਾਲ ਫਰਸ਼ ਸੀ ਤੇ ਉਹਨੂੰ ਸਾਫ਼ ਕਰਤਾ ਜਾਂਦਾ ਸੀ। ਤੇ ਸਾਡੀ ਅੰਮਾ ਹੋਰੀ ਉੱਥੇ ਪੀੜਾ ਡਾ ਕੇ ਦਾਦੀ ਜੀ ਬਹਿ ਜਾਂਦੇ ਸਨ ਤੇ ਉਹਨਾਂ ਦੇ ਕੋਲ ਮਹੱਲੇ ਦੀਆਂ 2-4 ਬਜ਼ੁਰਗ ਫਿਰ ਅੰਦਰ ਆ ਕੇ ਬਹਿ ਜਾਂਦੀਆਂ ਸਨ। ਜੇ ਬਾਹਰ ਕੋਈ ਗਰਮੀ ਸ਼ਰਮੀ ਹੁੰਦੀ ਸੀ ਉੱਥੇ ਪੱਖਾ ਲਾ ਦਿੱਤਾ ਜਾਂਦਾ ਸੀ। ਉਹ ਬੀਬੀਆਂ ਉਸ ਸੁਰਖ ਫਰਸ਼ ਦੇ ਉੱਤੇ ਆ ਕੇ ਮਜ਼ੇ ਨਾਲ ਬੈਠੀਆਂ ਹੁੰਦੀਆਂ ਸਨ ਤੇ ਕੋਈ ਟੁੱਪਾ ਕਰਦੀ ਹੁੰਦੀ ਸੀ, ਕੋਈ ਫਰਦਾਂ ਕੱਢਦੀ ਪਈ। ਉੱਥੇ ਹੀ ਤੀਕ ਬਾਈ ਤੁਹਾਨੂੰ ਸ਼ਾਇਦ ਹੈਰਤ ਹੋਏ ਕਿ ਇਹ ਜਿਹੜੀਆਂ ਟਰਮਸ ਨੇ ਨਾ ਕਿ ਟਾਸ ਪਾਉਣੇ ਵਿੱਚ, ਉਹ ਜਿਹੜੇ ਛੋਟੇ ਛੋਟੇ ਇੱਕ ਨੁਕਤੇ ਪਾਈ ਦੇ ਨੇ ਕਢਾਈ ਦੇ ਵਿੱਚ, ਇਹ ਕੰਮ ਫਿਰ ਅਸੀਂ ਵੀ ਕਰਦੇ ਹੁੰਦੇ ਸਾਂ ਕੋਲ ਬਹਿ ਕੇ। ਤੇ ਫਿਰ ਇਹ ਮੈਂ ਮਾਹੌਲ ਬਹੁਤ ਅੱਛਾ ਦੇਖਿਆ ਕਿ ਉਹ ਜਿਹੜਾ ਹੁੰਦਾ ਸੀ ਕਿ ਸਾਲਣ ਐਕਸਚੇਂਜ ਕਰਨਾ, ਕਿਸੇ ਦੇ ਘਰ ਕੋਈ ਮਸਲਾ ਨਹੀਂ। ਗੱਲ ਤਾਂ ਹੈ ਕਿ ਸਾਡੇ ਵਿਹੜੇ ਖੁੱਲੇ ਸੀ, ਦਿਲ ਵੀ ਖੁੱਲੇ, ਦਿਲ ਵੀ ਖੁੱਲੇ। ਅਸੀਂ ਵਿਹੜੇ ਬੰਦ ਕੀਤੇ ਨੇ, ਸਾਡੇ ਦਿਲ ਬੰਦ ਨਹੀਂ ਹੋ ਗਏ। ਬਿਲਕੁਲ, ਸਾਡੇ ਦਿਲ ਤੰਗ ਵੀ ਹੋ ਗਏ, ਸਾਡੇ ਦਿਲ ਬੰਦ ਵੀ ਹੋ ਗਏ। ਅਸੀਂ ਇੱਕ ਦੂਜੇ ਕੋਲ ਰਿਸ਼ਤਿਆਂ 'ਚ ਬਣਾਵਟ ਹੈ ਸੀ? ਨਹੀਂ, ਬਿਲਕੁਲ ਨਹੀਂ ਸੀ। ਡਰ ਲੱਗਦਾ ਸੀ ਪੁਰਾਣਾ ਘਰ ਆਇਆ ਕੀ ਖਾਵਾਂਗੇ ਇਹਨੂੰ, ਨਾ ਕੋਈ ਮਸਲਾ ਹੀ ਨਹੀਂ ਸੀ। ਉਹਦੀ ਵਜ੍ਹਾ ਇਹ ਵੇ ਸ਼ਾਇਦ ਕਿ ਅਸੀਂ ਖੁਦ ਸਾਖਤਾ ਜਿਹੜੇ ਇੱਕ ਬਣਾ ਲਏ ਨੇ ਨਾ ਆਪਣੇ ਸਟੈਂਡਰਡ ਤੇ ਮਿਆਰ, ਦੋਵਾਂ ਪਾਸੇ ਆਉਣ ਵਾਲਾ ਵੀ ਚਾਹੁੰਦਾ ਹੈ ਕਿ ਮੈਨੂੰ ਬੜਾ ਪ੍ਰੋਟੋਕੋਲ ਦਿੱਤਾ ਜਾਏ, ਤੇ ਜਿਹੜੇ ਘਰ ਵਾਲੇ ਨੇ ਉਹ ਵੀ ਚਾਹੁੰਦੇ ਨੇ ਕਿ ਜੀ ਅਸੀਂ ਇਹਨੂੰ ਪ੍ਰੋਟੋਕੋਲ ਦਈਏ। ਉਹਦਾ ਨਤੀਜਾ ਕੀ ਨਿਕਲਦਾ ਕਿ ਇੱਕ ਰੱਖ ਰਖਾਓ ਉਹਦੇ ਵਿੱਚ ਅਸੀਂ ਗੁੰਮ ਹੋ ਕੇ ਰਹਿ ਜਾਂਦੇ। ਬਣਾਵਟ ਜਾਂ ਲੋਕੀ ਕੀ ਕਹਿਣਗੇ, ਉਹ ਲੋਕਾਂ ਨੂੰ ਅਸੀਂ ਰਾਜ਼ੀ ਕਰਦੇ ਸੀ, ਆਪਣੇ ਦੂਰ ਨਹੀਂ ਹੋ ਰਹੇ। ਬਿਲਕੁਲ, ਬਹੁਤ ਦੂਰ ਹੋ ਚੁੱਕੇ। ਮੈਂ ਆਪਣੇ ਘਰ 'ਚ ਦੇਖਿਆ ਜੀ ਕਿ ਮੇਰੇ ਵਾਲਦ ਵੀ ਇਕੱਲੇ ਸਨ ਤੇ ਮੇਰੀ ਵਾਲਦਾ ਵੀ ਇਕੱਲੇ ਸਨ। ਲੇਕਿਨ ਮੇਰੇ ਘਰ ਫੁੱਫੀਆਂ ਵੀ ਸਨ ਤੇ ਮੇਰੇ ਘਰ ਮਾਸੀਆਂ ਵੀ ਸਨ। ਮੇਰੇ ਵਾਲਦ ਸਾਹਿਬ ਦੀਆਂ ਜਿੰਨੀਆਂ ਤਾਇਆ ਚਾਚੀਆਂ ਫੁੱਫੀਆਂ ਦੀਆਂ ਭੈਣਾਂ ਸਨ ਉਹ ਸਭ ਸਕੀਆਂ ਭੈਣਾਂ ਤਰ੍ਹਾਂ ਕਾਰ ਹੁੰਦੀਆਂ ਸੀ। ਔਰ ਸਾਡੀ ਵਾਲਦਾ, ਸਾਡੀ ਦਾਦੀ ਜੀ, ਮੇਰੀ ਦਾਦੀ ਫੁੱਫੀਆਂ, ਉਹਨਾਂ ਨੂੰ ਮੈਂ ਆਪਣੇ ਘਰ 'ਚ ਵੇਖਿਆ ਔਰ ਆ ਕੇ ਰਹਿਣਾ, ਕਿੰਨੇ ਦਿਨ ਰਹਿਣਾ। ਰਹਿਣ ਵਾਲਾ ਸਿਸਟਮ ਖਤਮ ਨਹੀਂ ਹੋ ਗਿਆ ਹੁਣ ਤੇ? ਉਹ ਬਿਲਕੁਲ ਖਤਮ ਹੋ ਗਿਆ। ਪਹਿਲੇ ਬੱਚੀਆਂ, ਖਾਸ ਕਰ ਬੱਚੀਆਂ ਨਾਨਕਿਆਂ ਦੇ ਘਰ, ਦਾਦਕਿਆਂ ਦੇ ਘਰ, ਮਾਸੀ ਦੇ ਘਰ। ਹੁਣ ਅਸੀਂ ਆਪ ਕਹਿੰਦੇ ਹਾਂ ਨਹੀਂ ਮਾਹੌਲ ਨਹੀਂ ਅੱਛਾ,
ਕਿਉਂ ਮਾਹੌਲ ਕਿੰਨੇ ਖਰਾਬ ਕੀਤਾ ਅਸੀਂ ਠੀਕ ਆ ਜਾਂ ਮਾੜੇ ਆ ਨਾ ਚੰਗੇ ਆ ਨਾ, ਬਿਲਕੁਲ ਮਾਹੌਲ ਤਾਂ ਉਹੀ ਆ ਨਾ। ਕੱਲ ਕਿਸੇ ਨਾਲ ਜ਼ਿਕਰ ਹੋ ਰਿਹਾ ਸੀ ਤੀਕ ਭਾਈ ਕਿ ਇੱਕ ਹੋਰ ਜਿਹੜਾ ਗਲੀਆਂ ਮਹੱਲਿਆਂ ਦਾ ਮਾਹੌਲ ਸਾਡਾ ਬਹੁਤ ਖੂਬਸੂਰਤ ਜਿਹੜੀ ਚੀਜ਼ ਸੀ ਕਿ ਕੋਈ ਵੀ ਵੱਡਾ ਬਜ਼ੁਰਗ ਗਲੀ ਮਹੱਲੇ ਦਾ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਮੁੰਡੇ ਨੂੰ ਕੁੜੀ ਨੂੰ ਟੋਕ ਸਕਦਾ ਸੀ, ਰੋਕ ਸਕਦਾ ਸੀ, ਲਾ ਦਿੰਦਾ। ਪਰ ਜਦੋਂ ਆ ਕੇ ਦੱਸਦਾ ਸੀ ਤੇ ਉਹਦੇ ਮਾਂ ਪਿਓ ਸੁਣਦੇ ਇਹ ਧੜੇ ਵਾਲੀ ਗੱਲ ਕਹਿੰਦਾ ਸੀ ਕਿ ਤੂੰ ਇਹਨੂੰ ਮੈਨੂੰ ਕਿਉਂ ਦੱਸਣ ਆ, ਤੂੰ ਇਹਨੂੰ ਮਾਰਿਆ ਕਿਉਂ ਨਹੀਂ। ਅੱਜ ਕੱਲ੍ਹ ਜਿਹੜਾ ਸਾਡਾ ਅਸੀਂ ਕਹਿੰਦੇ ਕਿ ਸਾਡੇ ਬੱਚੇ ਜਿਹੜੇ ਨੇ ਉਹ ਉਹਨਾਂ ਦੀ ਤਰਬੀਅਤ 'ਚ ਫਰਕ ਹੈ ਜਾਂ ਉਹਨਾਂ ਦੇ ਅਖਲਾਕੀਆਤ 'ਚ ਫਰਕ ਹੈ। ਉਹਦੀ ਵਜ੍ਹਾ ਇਹ ਨਹੀਂ ਕਿ ਅਸੀਂ ਬੱਚਿਆਂ ਨੂੰ ਉਹਨਾਂ ਨੂੰ ਡਰ ਮੁੱਕ ਗਿਆ, ਜੋ ਮਰਜ਼ੀ ਮਹੱਲੇ 'ਚ ਕੱਢਦੇ ਰਹਿਣ, ਗਲੀ 'ਚ ਚੌਕ 'ਚ ਬੈਠੇ ਰਹਿਣ, ਕੋਈ ਪੁੱਛਣ ਵਾਲਾ ਨਹੀਂ। ਬੱਚਿਆਂ ਮੈਂ ਕਹਿੰਦੀ ਹਾਂ ਬੱਚਿਆਂ ਤੋਂ ਪਹਿਲੇ ਮਾਂ-ਬਾਪ ਕਹਿੰਦੇ ਜੇ, ਕਿਉਂਕਿ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਮੇਰਾ ਤਾਲੁਕ ਤਾਲੀਮ ਦੇ ਸ਼ੁਬੇ ਨਾਲ, ਮੈਂ ਪ੍ਰਿੰਸੀਪਲ ਹਾਂ ਕਾਲਜ ਦੀ, ਮੇਰੇ ਕੋਲ ਆਏ ਦਿਨ ਬੱਚਿਆਂ ਦੇ ਮਸਲੇ ਮਸਾਇਲ ਆਉਂਦੇ ਨੇ। ਮੈਂ ਸ਼ਸ਼ਤਰ ਰਹਿ ਜਾਂਦੀ ਹਾਂ ਜਦੋਂ ਬੱਚੀ ਦੇ ਕੋਲ ਖੜੀ ਹੋ ਕੇ ਮਾਂ ਕਹਿੰਦੀ ਹੈ ਕਿ ਨਹੀਂ ਤੁਹਾਨੂੰ ਇਹ ਹੱਕ ਨਹੀਂ ਕਿ ਤੁਸੀਂ ਇਹਨੂੰ ਪੁੱਛੋ। ਚਲੋ ਉਹ ਕਰ ਲੇਗੀ, ਸਬਕ ਯਾਦ ਆਪੇ ਹੀ ਉਹ ਕਰ ਲੇਗੀ। ਤੁਸੀਂ ਉਸਤਾਦ ਕੋਲੋਂ ਵੀ ਹੱਕ ਖੋ ਰਹੇ ਹੋ, ਤੁਸੀਂ ਬਜ਼ੁਰਗਾਂ ਕੋਲੋਂ ਵੀ ਹੱਕ ਖੋ ਲਿਆ, ਤੇ ਫਿਰ ਤੁਸੀਂ ਉਹ ਮੈਂ ਕਹਿੰਦੀ ਹਾਂ ਉਹ ਮਾਂ ਨੂੰ ਵੀ ਉਹ ਬੱਚੀ ਕਦੀ ਨਹੀਂ ਪੁੱਛੇਗੀ। ਸਹੀ ਹੈ। ਜਿਸ ਬੱਚੀ ਨੂੰ ਅੱਜ ਮਾਂ ਮੈਂ ਕਹਿ ਦਿੰਦੀ ਜੇ, ਮੈਂ ਨਹੀਂ ਚੱਕਦੀ, ਮੈਂ ਕਹਿੰਦੀ ਹਾਂ ਕਿ ਜਿਹੜੀ ਮਾਂ ਅੱਜ ਬੱਚੀ ਨੂੰ ਟੀਚਰ ਦੇ ਅੱਗੇ ਖੜਾ ਕਰ ਰਹੀ ਹੈ, ਪ੍ਰਿੰਸੀਪਲ ਦੇ ਅੱਗੇ ਖੜਾ ਕਰ ਰਹੀ ਹੈ, ਉਹ ਬੱਚੀ ਕੱਲ ਨੂੰ ਉਸ ਮਾਂ ਦੇ ਅੱਗੇ ਵੀ ਖੜੀ ਹੋ ਜਾਏਗੀ ਔਰ ਉਹ ਸਸੁਰਾਲ ਜਾ ਹੋ ਚੁੱਕੀ ਹੋਵੇਗੀ ਪਹਿਲੇ। ਜੀ ਬਿਲਕੁਲ ਬਿਲਕੁਲ। ਅੱਛਾ, ਗੱਲ ਇਹ ਹੈ ਕਿ ਤੁਸੀਂ ਗੱਲ ਕੀਤੀ ਤਲੀਮੀ ਅਦਾਰਿਆਂ ਦੀ, ਮਾਂ ਦੀ। ਸਾਡੀ ਜਿਹੜੀ ਜ਼ੁਬਾਨ ਹੈ, ਅਸੀਂ ਕਹਿੰਦੇ ਹਾਂ ਕਿ ਧਰਤੀ ਦੀ ਜ਼ੁਬਾਨ ਹੈ, ਧਰਤੀ 'ਚੋਂ ਨਿਕਲਦੀ ਹੈ। ਕਿ ਅੱਜ ਦੀ ਜਿਹੜੀ ਮਾਂ ਹੈ, ਜਿਹੜੀ ਨਵੀਂ ਮਾਂ ਹੈ, ਇੱਕ ਤੁਹਾਡੀ ਪੀੜ੍ਹੀ, ਇੱਕ ਜਿਹੜੀ ਨਵੀਂ ਆ ਰਹੀ ਜਨਰੇਸ਼ਨ ਆ ਰਹੀ, ਸਾਡੀ ਅਸੀਂ ਜਿਹੜੇ 50 ਸਾਲ ਤੇ ਪੁੱਜ ਗਏ ਹਾਂ ਅਸੀਂ, ਤੇ ਕਿਉਂਕਿ ਸਾਡੀਆਂ ਮਾਵਾਂ ਸਾਡੇ ਨਾਲ ਪੰਜਾਬੀ ਬੋਲੀ, ਸਾਡੇ ਮਾਵਾਂ ਨੇ ਸਾਨੂੰ ਲੋਰੀਆਂ ਸੁਣਾਈਆਂ, ਤੇ ਸਾਡੇ ਤੋਂ ਕੋਈ ਜ਼ੁਬਾਨ ਸਾਡੇ ਕੋਲ ਖੋਜ ਨਹੀਂ ਸਕਦਾ, ਸਾਡੇ ਦਿਮਾਗ 'ਚੋਂ ਕੱਢ ਨਹੀਂ ਸਕਦਾ, ਸਾਡੇ ਉੱਠਣ ਬੈਠਣ ਤੋਂ ਪਿੱਛਾ ਨਹੀਂ ਕਰ ਸਕਦਾ। ਲੇਕਿਨ ਅੱਜ ਦੀ ਜਿਹੜੀ ਮਾਂ ਦੇਖੀ ਮੈਂ, ਜੋ ਮੈਂ ਦੇਖਦਾ, ਲੇਕਿਨ ਉਹ ਆਪ ਪੜ੍ਹੀ ਲਿਖੀ ਹੈ ਜਾਂ ਅਨਪੜ੍ਹ ਹੈ, ਉਹ ਕੋਸ਼ਿਸ਼ ਕਰਦੀ ਹੈ ਕਿ ਬੱਚਿਆਂ ਨਾਲ ਉਰਦੂ ਬੋਲੇ ਜਾਂ ਅੰਗਰੇਜ਼ੀ ਬੋਲੇ। ਇਹ ਬਹੁਤ ਵੱਡਾ ਅਲਮੀਆ ਸਾਡਾ, ਅਸੀਂ ਇਸੇ ਵਜ੍ਹਾ ਤੋਂ ਆਪਣੀ ਜ਼ੁਬਾਨ ਤੋਂ ਵਿਛੜੇ ਅਸੀਂ। ਲੇਕਿਨ ਮੈਂ ਅੱਗੋਂ ਬੜੀ ਪੁਰ ਉਮੀਦ ਹਾਂ। ਅੱਛਾ, ਅੱਗੋਂ ਲੋਕ ਹਾਂਜੀ ਉਹ ਇਸ ਤਰ੍ਹਾਂ ਕਿ ਮੈਂ ਵੇਖ ਰਹੀ ਹਾਂ ਕਿ ਹੁਣ ਲੋਕਾਂ 'ਚ ਇਹ ਚੀਜ਼ ਆਉਂਦੀ ਪਈ ਹੈ, ਜਿਹੜਾ ਇੱਕ ਸ਼ਰਮਿੰਦਗੀ ਦਾ ਅਸੀਂ ਸੋ ਕਾਲਡ ਖਤਮ ਹੋ ਰਿਹਾ, ਹਾਂ ਉਹ ਆਹਿਸਤਾ ਆਹਿਸਤਾ ਖਤਮ ਹੋ ਰਿਹਾ। ਪਹਿਲੇ ਵਾਕਈ ਮੈਂ ਇਸ ਚੀਜ਼ ਨੂੰ ਐਡਮਿਟ ਕਰਾਂਗੀ ਕਿ ਪਹਿਲੇ ਇਹ ਚੀਜ਼ ਹੈ ਸੀ ਕਿ ਹਾਏ ਸਾਡੇ ਬੱਚੇ ਪੰਜਾਬੀ ਬੋਲਦੇ ਪਏ ਨੇ, ਤੂੰ ਪੰਜਾਬੀ ਕਿਉਂ ਬੋਲੀ ਹੈ ਬਈ, ਕਿਸੇ ਦੇ ਸਾਹਮਣੇ ਕਿਉਂ ਬੋਲੀ, ਇੰਝ ਕਿਉਂ ਬੋਲੀ। ਲੇਕਿਨ ਹੁਣ ਦੀਆਂ ਮਾਵਾਂ ਨੂੰ ਤੁਹਾਡੇ ਸਭ ਭੈਣ ਭਰਾਵਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਇੱਕ ਚੱਲ ਰਹੀਆਂ ਨੇ, ਮੈਂ ਉਹਨਾਂ ਨੂੰ ਕ੍ਰੈਡਿਟ ਦਾਂਗੀ ਕਿ ਜਿਹੜੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ TV ਤੇ, ਤੁਸੀਂ ਰੈਲੀਆਂ ਕੱਢ ਦਿਓ, ਤੁਸੀਂ ਆਏ ਦਿਨ ਪ੍ਰੋਗਰਾਮ ਕਰ ਦਿਓ, ਉਹਦੇ ਨਾਲ ਇਹ ਸ਼ਊਰ ਪੈਦਾ ਹੋਇਆ ਹੈ ਇਸ ਨਸਲ ਦੇ ਵਿੱਚ ਕਿ ਇਹ ਕੋਈ ਸ਼ਰਮਿੰਦਗੀ ਦੀ ਗੱਲ ਨਹੀਂ ਹੈ। ਦੇਖੋ ਨਾ ਤੁਸੀਂ ਇੱਕ ਦਫਾ ਮੇਰੇ ਉਸਤਾਦ ਜਨਾਬ ਤਸੀਮ ਫਰਾਕੀ ਸਾਹਿਬ, ਹਾਲਾਂਕਿ ਮੈਂ ਵੀ ਉਰਦੂ ਦੀ ਪ੍ਰੋਫੈਸਰ ਹਾਂ, ਉਰਦੂ ਦੇ ਉਸਤਾਦ ਨੇ ਉਹ, ਤੇ ਉਹਨਾਂ ਨੇ ਇੱਕ ਵਾਰੀ ਕਲਾਸ 'ਚ ਸਾਨੂੰ ਇਸ ਗੱਲ ਤੋਂ ਝਿੜਕਿਆ ਕਿ ਕਿਸੇ ਬੱਚੇ ਨੇ ਇੰਝ ਕਿਸੇ ਮੁੰਡੇ ਨੇ ਪੰਜਾਬੀ ਦਾ ਕੋਈ ਲਫ਼ਜ਼ ਬੋਲ ਦਿੱਤਾ ਉਰਦੂ ਬੋਲਦੇ ਤੇ ਜੋ ਸਾਡਾ ਸਟਾਈਲ ਹੁੰਦਾ ਸੀ ਸਾਰਿਆਂ ਨੇ ਇੱਕ ਤਰ੍ਹਾਂ ਠੱਠਾ ਉਡਾਇਆ ਤੇ ਹੱਸੇ, ਤੇ ਉਹਨਾਂ ਅੱਗੋਂ ਸਾਨੂੰ ਸ਼ਰਮਿੰਦਿਆਂ ਕਰਦੇ ਹੋਇਆ ਗਿਆ ਕਿ ਕਿਉਂ, ਜਦੋਂ ਤੁਸੀਂ ਅੰਗਰੇਜ਼ੀ ਦਾ ਲਫ਼ਜ਼ ਵਿੱਚ ਬੋਲਦੇ ਹੋ ਤੇ ਫਿਰ ਤਾਂ ਤੁਸੀਂ ਬੜਾ ਪ੍ਰਾਊਡ ਫੀਲ ਕਰਦੇ ਹੋ, ਤੇ ਜੇ ਪੰਜਾਬੀ ਦਾ ਲਫ਼ਜ਼ ਬੋਲਣ ਦੇ ਉੱਤੇ ਤੁਸੀਂ ਕਿਉਂ ਸ਼ਰਮਿੰਦਗੀ ਮਹਿਸੂਸ ਕਰਦੇ? ਉਹ ਵੀ ਤਾਂ ਇੱਕ ਜ਼ੁਬਾਨ ਹੈ। ਤੇ ਗੱਲ ਉਹ ਹੀ ਹੈ ਕਿ ਅਸੀਂ ਪਹਿਲੇ ਆਪਣੀ ਜ਼ੁਬਾਨ ਨੂੰ ਇੱਜ਼ਤ ਦੇਣੀ ਤੇ ਫਿਰ ਦੂਜਿਆਂ ਨੇ ਵੀ ਦੇਣੀ ਹੈ। ਜਿਹੜਾ ਬੰਦਾ ਪੰਜਾਬੀ ਨਹੀਂ ਬੋਲਦਾ, ਆਪਣੀ ਮਾਂ ਦੀ ਜ਼ੁਬਾਨ ਨਹੀਂ ਬੋਲਦਾ, ਧਰਤੀ ਮਾਂ ਦੀ ਨਹੀਂ ਬੋਲਦਾ, ਉਹ ਬੰਦਾ ਦੁਨੀਆ ਜਿੱਥੇ ਮਰਜ਼ੀ ਚਲਾ ਜਾਏ ਉਹ ਖਾਲੀ ਨਹੀਂ ਰਹਿ ਜਾਂਦਾ। ਬਿਲਕੁਲ। ਮੈਂ ਬਲਕਿ ਇਸ ਚੀਜ਼ ਨੂੰ ਬੜੀ ਸ਼ਰਮਿੰਦਗੀ ਇਹਦੇ ਤੇ ਮਹਿਸੂਸ ਕਰਨੀ ਆ ਕਿ ਇਸ ਚੀਜ਼ ਦਾ ਅਹਿਸਾਸ ਬੜੀ ਦੇਰ ਨਾਲ ਹੋਇਆ। ਅੱਛਾ, ਕਿ ਜੇ ਪੰਜਾਬੀ ਛੁੱਟ ਗਈ ਤੇ ਤੁਹਾਡਾ ਕਲਚਰ ਵੀ ਗਿਆ, ਤੁਹਾਡੇ ਲਿਬਾਸ ਵੀ ਗਏ, ਤੁਹਾਡਾ ਰਹਿਣ ਸਹਿਣ ਵੀ ਗਿਆ, ਖੁਸ਼ੀਆਂ ਦੇ ਅੰਦਾਜ਼ ਵੀ ਗਏ, ਤੁਹਾਡੇ ਵਿਹੜੇ ਵੀ ਗਏ, ਫਿਰ ਉਹੀ ਗੱਲ ਆ ਗਈ ਤੇ ਤੁਹਾਡੇ ਬਜ਼ੁਰਗ ਵੀ ਗਏ, ਸਾਡੇ ਕੋਲ ਤੇ ਕੁਝ ਵੀ ਨਹੀਂ ਰਹਿਣਾ। ਅੱਛਾ, ਮੈਂ ਗੱਲ ਕਰਾਂਗਾ ਜਿੰਨੀ ਮਰਜ਼ੀ ਮਾਡਰਨ ਫੈਮਲੀਆਂ ਹੁੰਦੀਆਂ ਨੇ, ਬੜਾ ਉਹ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ ਆ ਵੀ, ਲੇਕਿਨ ਜਦੋਂ ਵਿਆਹ ਹੁੰਦਾ ਢੋਲਕੀ ਰੱਖਦੇ ਨੇ ਤੇ ਫਿਰ ਮਸਰਤ ਨਜ਼ੀਰ ਦੇ ਗਾਣਿਆਂ ਤੋਂ ਬਗੈਰ, ਪੰਜਾਬੀ ਮਾਇਆ ਟੱਪੀਆਂ ਤੋਂ ਬਗੈਰ ਗੱਲ ਬਣਦੀ ਨਹੀਂ ਹੈ ਕਿਸੇ ਦੀ, ਗੱਲ ਬਣਦੀ ਨਹੀਂ। ਤੇ ਲੇਕਿਨ ਵਜ੍ਹਾ ਇਹ ਹੈ ਨਾ ਕਿ ਪੰਜਾਬੀ ਤਗੜੀ ਹੈ। ਲੇਕਿਨ ਅਤੀਕ ਭਾਈ ਇਹ ਵੀ ਹੈ ਜੇ ਅਫਸੋਸ ਮੈਨੂੰ ਕਿ ਨਵੀਆਂ ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਨਾ ਤੇ ਟੱਪੇ ਉਹਨੇ ਆਉਂਦੇ ਨੇ, ਟੱਪੇ ਬਲਕਿ ਫਿਰ ਵੀ ਆਉਂਦੇ ਨੇ, ਨਾ ਉਹਨਾਂ ਨੂੰ ਪੰਜਾਬੀ ਫੋਕ ਗੀਤ ਆਉਂਦੇ ਨੇ, ਫਿਲਮੀ ਕੋਈ ਚੰਦ ਆਉਂਦੇ ਹੋਣ ਤੇ ਆਉਂਦੇ ਹੋਣ। ਜੇ ਅਸੀਂ ਕਹੀਏ ਨਾ ਕਿ ਨਹੀਂ ਉਹ ਢੋਲਕੀ ਵਾਲੇ ਜਿਹੜੇ ਗੀਤ ਸਨ ਜਿਹੜੇ ਸਾਡੀਆਂ ਦਾਦੀਆਂ ਨਾਨੀਆਂ ਗਾਉਂਦੀਆਂ ਸਨ ਉਹ ਸੁਣਾਓ, ਤੇ ਉਹ ਉਹਨਾਂ ਨੂੰ ਨਹੀਂ ਆਉਂਦੇ। ਲੇਕਿਨ ਪਲਟ ਰਹੀ ਹੈ ਨਸਲ, ਇਹ ਨਵੀਂ ਨਸਲ ਪਲਟ ਰਹੀ ਹੈ। ਇੱਕ ਵਜ੍ਹਾ ਜਿਹੜੀ ਮੇਰੇ ਖਿਆਲ 'ਚ ਇਹ ਹੈ ਕਿ ਅਸੀਂ ਆਪਣੀਆਂ ਬੱਚੀਆਂ ਨੂੰ, ਅਸੀਂ ਆਪਣੀਆਂ ਉਹ ਜਿਹੜੀ ਨਵੀਂ ਨਸਲ ਹੈ ਉਹਨੂੰ ਅਸੀਂ ਆਪਣੇ ਰਿਸ਼ਤੇਦਾਰਾਂ ਦੀ ਸ਼ਾਦੀਆਂ 'ਚ ਉਸ ਤਰ੍ਹਾਂ ਸ਼ਰੀਕ ਨਹੀਂ ਹੋਣ ਦਿੰਦੇ ਹੈ ਵੀ ਜਿਸ ਤਰ੍ਹਾਂ ਅੱਜ ਤੋਂ 20 ਸਾਲ ਪਹਿਲੇ, 25 ਸਾਲ ਪਹਿਲੇ, 5-5 ਦਿਨ ਪਹਿਲੇ ਘਰ ਚਲੇ ਜਾਂਦੇ ਸੀ। ਬਿਲਕੁਲ, ਜਦੋਂ ਉਹਨਾਂ ਨੂੰ ਸ਼ਰੀਕ ਨਹੀਂ ਹੋਣਾ, ਬਹੁਤ ਵੱਡੀ ਹਕੀਕਤ ਹੈ, ਬਹੁਤ ਵੱਡੀ ਹਕੀਕਤ ਹੈ।
ਅੱਜ ਲੋਕਾਂ ਨੂੰ ਕਿਉਂ ਵੈਡਿੰਗ ਪਲੈਨਰਸ ਦੀ ਲੋੜ ਪੈਂਦੀ ਹੈ? ਇਸ ਲਈ ਪੈਂਦੀ ਵੀ ਨਾ ਕਿ ਜਦੋਂ ਤੁਹਾਡੇ ਭੈਣ ਭਰਾ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਨੂੰ ਤੁਸੀਂ ਪਰੇ ਕਰ ਦਿੱਤਾ, ਕਿਸੇ ਵੈਡਿੰਗ ਪਲੈਨਰ ਦੀ ਲੋੜ ਨਹੀਂ ਸੀ। ਉਦੋਂ ਤੇ ਰਿਸ਼ਤੇਦਾਰ ਇਸ ਤੋਂ ਬਹੁਤ ਆਉਂਦੇ ਸਨ, ਉਹ ਸਾਰੇ ਮੈਨੇ ਉਹ 2-3 ਵੱਡੀਆਂ ਬੱਚੀਆਂ ਘਰ 'ਚ ਪਹਿਲੇ ਫੁੱਫੀਆਂ ਦੀਆਂ ਤਾਇਆਂ ਦੀਆਂ ਉਹ ਪਹਿਲੇ ਪਹੁੰਚੀਆਂ ਹੁੰਦੀਆਂ ਸੀ। ਉਹ ਸਭ ਕੁਝ ਇਹ ਵੀ ਚੀਜ਼ ਅਸੀਂ ਆਪਣੇ ਘਰਾਂ 'ਚ ਵੇਖੀ, ਅਸੀਂ ਆਪਣੇ ਘਰਾਂ 'ਚ ਵੇਖੀ ਕਿ ਉਹ ਆ ਗਈਆਂ ਨੇ, ਉਹਨਾਂ ਸੰਭਾਲ ਲਿਆ। ਨੈਣਾ ਆ ਗਈਆਂ ਨੇ ਸਾਡੀਆਂ ਪਹਿਲੇ ਤੋਂ, ਜਿਨ੍ਹਾਂ ਨੇ ਆ ਕੇ ਉਹ ਬਜ਼ੁਰਗ ਨੈਣਾ ਹੁੰਦੀਆਂ ਸਨ, ਜਿਨ੍ਹਾਂ ਨੂੰ ਇਹ ਪਤਾ ਹੁੰਦਾ ਸੀ ਕਿ ਇਹ ਨਾਨੀ ਬੈਠੀ ਦੀ ਹੈ, ਇਹਨੂੰ ਮੈਂ ਕਿਹੜੀ ਰੋਟੀ ਦੇਣੀ, ਦਾਦੀ ਬੈਠੀ ਦੀ ਉਹਨੂੰ ਕੀ ਦੇਣਾ। ਉਹਨੂੰ ਰਿਸ਼ਤਿਆਂ ਦੀ ਸਮਝ ਬੂਝ ਹੁੰਦੀ ਸੀ ਅਤੀਕ ਬਈ, ਉਹਨੂੰ ਇਹ ਪਤਾ ਹੁੰਦਾ ਸੀ, ਉਹ ਤੁਹਾਡੀ ਇੱਜ਼ਤ ਨੂੰ ਜਾਣਦੀ ਹੁੰਦੀ ਸੀ ਕਿ ਕਿੱਥੇ ਤੁਹਾਡੀ ਇੱਜ਼ਤ ਰੱਖਣੀ ਹੈ, ਕਿ ਕਦੀ ਉਸ ਲਾਗੀ ਸਾਡੇ ਨੇ ਪੁਰਾਣੇ ਲਾਗੀ ਨੇ ਪੈਸੇ ਨਹੀਂ ਸੀ ਮੰਗਦੇ। ਉਹ ਕਹਿੰਦੇ ਹੁੰਦੇ ਸਨ ਕਿ ਖਾਸ ਤੌਰ 'ਤੇ ਧੀਆਂ ਦੇ ਵਿਆਹਾਂ ਦੇ, ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਸਾਡੀ ਕੰਮ ਵਾਲੀ ਨੂੰ ਬੁਲਾ ਕੇ ਉਹਨਾਂ ਨੇ, ਮੇਰੀ ਇੱਕ ਭੈਣ ਦੇ ਸਸੁਰ ਨੇ ਕਿਹਾ ਕਿ ਤੁਸੀਂ ਸਾਡੇ ਕੋਲ ਪੈਸੇ ਨਹੀਂ ਲੈਣੇ, ਲਾਗ ਨਹੀਂ ਲੈਣਾ, ਤੇ ਉਹਨਾਂ ਅੱਗੋਂ ਆਖਿਆ ਕਿ ਨਹੀਂ, ਇਹ ਧੀ ਦਾ ਵਿਆਹ ਹੈ, ਧੀ ਦੇ ਵਿਆਹ ਦੇ ਉੱਤੇ ਅਸੀਂ ਨਹੀਂ ਲੈਣੇ। ਤੇ ਉਹ ਤੇ ਚਲੋ ਹਕੀਕਤ ਹੈ ਕਿ ਜਿਹੜੇ ਵੀ ਆਉਂਦੇ ਨੇ ਉਹ ਦੇ ਕੇ ਜਾਂਦੇ ਨੇ, ਫਿਰ ਆਪਣੀ ਖੁਸ਼ੀ ਨਾਲ ਦਿੱਤਾ ਜਾਂਦਾ। ਲੇਕਿਨ ਇਹ ਰੱਖ ਰਖਾਓ ਮੈਂ ਹੁਣ ਨਹੀਂ ਵੇਖਦੀ ਪਈ, ਯਾਨੀ ਉਦੋਂ ਮੁਲਾਜ਼ਮਾਂ 'ਚ ਵੀ ਇਹ ਰੱਖ ਰਖਾਓ ਹੁੰਦਾ ਸੀ। ਰੱਖ ਰਖਾਓ ਕਿੱਥੇ ਗਿਆ? ਕਿੱਥੋਂ ਅਸੀਂ ਗਲਤੀ ਕੀਤੀ? ਅਸੀਂ ਜ਼ੁਬਾਨ ਨੂੰ ਗਵਾਇਆ, ਅਸੀਂ ਆਪਣੀ ਰਹਿਤਲ ਨੂੰ ਗਵਾਇਆ, ਅਸੀਂ ਆਪਣੇ ਕਲਚਰ ਨੂੰ ਗਵਾਇਆ, ਅਸੀਂ ਸੋ ਕਾਲਡ ਮਾਡਰਨ ਹੋਏ। ਤੇ ਫਿਰ ਅਸੀਂ ਮਾਡਰਨ ਹੋਣਾ ਕੋਈ ਬੁਰੀ ਗੱਲ ਨਹੀਂ, ਵਕਤ ਦੇ ਨਾਲ ਤਬਦੀਲੀ ਆਉਂਦੀ ਹੈ, ਬਹੁਤ ਕੁਝ ਤਬਦੀਲ ਹੁੰਦਾ ਹੈ। ਤੁਸੀਂ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਦਿਓ, ਬੱਚਿਆਂ ਨੂੰ ਉਰਦੂ ਬੋਲਣ ਦਿਓ। ਉਹ ਗੁਰਦਾਸ ਮਾਨ ਕਹਿੰਦਾ ਨਾ ਕਿ ਪੱਕੀ ਵੇਖ ਕੇ ਕੱਚੀ ਨਹੀਂ ਢਾਈ ਦੀ, ਤੇ ਕੱਚੀ ਕਿਉਂ ਢਾਉਣੀ ਹੈ? ਤੁਸੀਂ ਉਹਨਾਂ ਨੂੰ ਬੋਲਣ ਦਿਓ, ਕੋਈ ਜ਼ਬਾਨ ਉਹਨਾਂ ਨੂੰ ਮਨਾ ਨਾ ਕਰੋ। ਚੀਨੀ ਬੋਲਣ ਜ਼ਬਾਨ, ਜਰਮਨ ਬੋਲਣ, ਲੇਕਿਨ ਆਪਣੀ ਜ਼ਬਾਨ ਜਿਹੜੀ ਹੈ। ਅੱਛਾ, ਇਹ ਸਾਡੀ ਜ਼ਬਾਨ ਜਿਹੜੀ ਹੈ ਉਹ ਇੰਨੀ ਤਗੜੀ ਹੈ ਕਿ ਪਿਛਲੇ 200 ਸਾਲ ਤੋਂ ਸਕੂਲੋਂ ਕਾਲਜੋਂ ਬਾਹਰ ਹੈ। ਬਲਕਿ ਮੈਂ ਜੋ ਸੁਣਿਆ ਕਿ ਜਦੋਂ ਅੰਗਰੇਜ਼ ਇੱਥੇ ਆਇਆ, ਕਾਬਜ਼ ਹੋਇਆ, ਤੇ ਵਾਹਦ ਪੰਜਾਬੀ ਜ਼ਬਾਨ ਹੈ ਜਿਹੜੀ ਬੰਦ ਕੀਤੀ ਗਈ, ਜਿਹਦੇ ਕਾਇਦੇ ਜ਼ਬਤ ਕੀਤੇ ਗਏ ਨੇ। ਬਿਲਕੁਲ ਇਹ ਹੋਇਆ, ਇੱਕ ਕੁਦਰਤੀ ਜੀ ਗੱਲ ਸੀ ਕਿ ਜਦੋਂ ਅੰਗਰੇਜ਼ ਨੂੰ ਜ਼ਿਆਦਾ ਰੈਜ਼ਿਸਟੈਂਸ ਮੇਰੇ ਪੰਜਾਬ ਚੋਂ ਸਭ ਤੋਂ ਆਖਰ ਤੇ ਪੰਜਾਬ ਤੇ ਕਬਜ਼ਾ ਹੋਇਆ, ਸਿੱਖਾਂ ਨੇ ਬਹੁਤ ਜ਼ਿਆਦਾ ਰੈਜ਼ਿਸਟ ਕੀਤਾ ਜੀ, ਬਿਲਕੁਲ, ਔਰ ਬਹੁਤ ਜ਼ਿਆਦਾ ਇਹਨਾਂ ਨੂੰ ਹੈ। ਤੇ ਉਹ ਇੱਕ ਕੁਦਰਤੀ ਤੌਰ ਤੇ ਜਿਹੜੇ ਸਾਡੇ ਸੂਰਮਾ ਜਿਨ੍ਹਾਂ ਦਾ ਜ਼ਿਕਰ ਸਾਨੂੰ ਮਿਲਦਾ ਹੈ, ਤੇ ਉਹਨਾਂ ਨੇ ਵੀ ਸਭ ਰੱਜ ਕੇ ਇਹਨਾਂ ਦੀ ਮੁਖਾਲਫਤ ਕੀਤੀ, ਤੇ ਉਹ ਇੱਕ ਕੁਦਰਤੀ ਤੌਰ ਤੇ ਉਹਨਾਂ ਦੇ ਅੰਦਰ ਇੱਕ ਗਰਜ ਜਿਹੜਾ ਸੀ ਉਹ ਤੁਹਾਨੂੰ ਨਜ਼ਰ ਆਉਂਦਾ। ਤੇ ਸੂਰਮਾ ਤੁਸੀਂ ਗੱਲ ਕੀਤੀ ਹੈ, ਸਾਡੇ ਨਿਸਾਬ ਦੇ ਵਿੱਚ ਸਾਡੇ ਰਾਜਾ ਮਹਾਂ ਖਰਲ ਹੋ ਗਿਆ, ਜਾਂ ਹੋਰ ਭਗਤ ਸਿੰਘ ਹੋ ਗਏ, ਜਾਂ ਜਿਹੜੇ ਹੋਰ ਸਾਡੇ ਵੱਡੇ ਵੱਡੇ ਹੋਏ ਨੇ ਇਸ ਤਰ੍ਹਾਂ ਜਿਨ੍ਹਾਂ ਨੇ ਆਪਣੇ ਵਕਤ ਤੇ ਜ਼ਾਲਮ ਹੁਕਮਰਾਨਾਂ ਨੂੰ ਲਲਕਾਰਿਆ ਤੇ ਮੱਥਾ ਲਾਇਆ ਤੇ ਆਪਣਾ ਮਨਵਾਇਆ, ਸਾਡੇ ਨਿਸਾਬ 'ਚ ਉਹ ਸ਼ਾਮਲ ਨਾ ਹੋਣ ਨਾਲ ਸਾਡੇ ਬੱਚਿਆਂ ਨੂੰ ਅਸੀਂ ਕੋਈ ਕੀ ਦੇ ਰਹੇ ਸੀ? ਉਹੀ ਨਾ, ਜਦੋਂ ਅਸੀਂ ਉਹਨਾਂ ਨੂੰ ਰਹਿਤਲ ਦੀ ਸਮਝ ਨਹੀਂ ਦੇ ਰਹੇ, ਅਸੀਂ ਉਹਨਾਂ ਨੂੰ ਅਟੈਚ ਹੀ ਨਹੀਂ ਕਰਦੇ, ਆਪਣੇ ਹੀਰੋਆਂ ਨਾਲ ਮਿਲਾ ਰਹੇ, ਆਪਣੇ ਹੀਰੋਆਂ ਨਾਲ ਵੀ ਅਸੀਂ ਮਿਲਾ ਰਹੇ। ਬਿਲਕੁਲ, ਉਹ ਫਿਰ ਜਦੋਂ ਅੰਗਰੇਜ਼ ਪੜ੍ਹਾਂਗੇ ਸੀ ਉਹਨੂੰ, ਤਾਂ ਫਿਰ ਕਿਸ ਤਰ੍ਹਾਂ ਉਹਨਾਂ ਦਾ ਇਤਮਾਦ ਆਏਗਾ? ਨਹੀਂ, ਉਹ ਬਿਲਕੁਲ ਨਹੀਂ ਆਏਗਾ, ਇਸ ਲਈ ਕਿ ਉਹਨਾਂ ਨੂੰ ਪਤਾ ਹੀ ਨਹੀਂ। ਉਹ ਜਦੋਂ ਗੱਲ ਕਰਦੇ ਨੇ ਤੇ ਫਿਰ ਤੁਸੀਂ ਕਹਿੰਦੇ ਹੋ ਨਾ ਕਿ ਜਦੋਂ ਪੈਰ ਜ਼ਮੀਨ 'ਚ ਨਾ ਗੱਡੇ, ਸਾਡੇ ਪੈਰ ਹੀ ਨਹੀਂ ਜ਼ਮੀਨ 'ਚ। ਪਹਿਲੇ ਤੇ ਸਭ ਤੋਂ ਪਹਿਲੇ ਸਾਨੂੰ ਆਪਣੇ ਪੈਰ ਜਿਹੜੇ ਨੇ ਉਹ ਜ਼ਮੀਨ ਦੇ ਉੱਤੇ ਧਰਨੇ ਨੇ ਤੇ ਗੱਡਣੇ ਨੇ, ਫਿਰ ਉਸ ਤੋਂ ਬਾਅਦ ਅਸੀਂ ਆਪਣੀ ਨਸਲ ਨੂੰ ਅੱਗੇ ਲੈ ਕੇ ਚੱਲਣਾ। ਅੱਛਾ, ਤੁਸੀਂ ਇੱਕ ਬੜੀ ਚੰਗੀ ਗੱਲ ਦੱਸੀ ਕਿ ਅੱਜ ਦਾ ਜਿਹੜਾ ਨਾ, ਵਾਕਈ ਮੈਂ ਦੇਖਿਆ ਕਿ ਪਿਛਲੇ 5-7 ਸਾਲ ਤੋਂ ਨਾ ਲੋਕ ਪੰਜਾਬੀ ਵਾਲ ਆ ਰਹੇ ਨੇ, ਪੰਜਾਬੀ ਨੂੰ ਬੜੇ ਫਖਰ ਨਾਲ ਬੋਲਦੇ ਨੇ, ਖਾਸ ਕਰ ਜਿਹੜੇ ਲੋਕ ਨੇ ਨਾ, ਵੱਡੇ ਤੋਂ ਮੈਂ ਸਮਝਾਂਗਾ ਜਿਹੜੇ ਲੋਕ ਇਲਮ ਵਾਲੇ ਨੇ, ਦਾਨਸ਼ਵਾਰ ਨੇ, ਜਿਹੜੇ ਜਿਹਨਾਂ ਦਾ ਰੱਬ ਦਾ ਕਰਮ ਹੈ ਨਾ, ਉਹ ਆਪਣੀ ਨਿੱਜੀ ਮਹਿਫਲਾਂ ਦੀ ਪੰਜਾਬੀ ਹੀ ਬੋਲਦੇ ਨੇ। ਅਲਾਮਾ ਇਕਬਾਲ ਵੀ ਪੰਜਾਬੀ ਬੋਲਦੇ ਸੀ ਘਰ ਆਪਣੇ, ਤੇ ਵਕਤ ਦੁਬਾਰਾ ਬਦਲ ਰਹੇ ਹੈ। ਲੇਕਿਨ ਸਾਡੇ ਜਿਹੜੇ ਪ੍ਰਾਈਵੇਟ ਇਦਾਰੇ ਨੇ, ਤਾਲੀਮੀ ਇਦਾਰੇ, ਇਹਨਾਂ ਨੇ ਇੱਕ ਮੁੱਦਤ ਤੋਂ ਇਹ ਤਈਆ ਕੀਤਾ ਸੀ ਕਿ ਬੱਚਿਆਂ ਨੂੰ ਸਕੂਲਾਂ 'ਚ ਪੰਜਾਬੀ ਨਹੀਂ ਬੋਲਣੀ ਨਹੀਂ। ਸਰਕਾਰੀ ਸਕੂਲਾਂ 'ਚ ਵੀ ਹੈ, ਕਾਲਜਾਂ 'ਚ ਵੀ ਹੈ ਇਹ ਚੀਜ਼? ਸਰਕਾਰੀ ਸਕੂਲਾਂ ਕਾਲਜਾਂ 'ਚ ਮਨਾ ਕੋਈ ਨਹੀਂ ਕਰਦਾ। ਅੱਛਾ, ਕਿਉਂਕਿ ਅਸੀਂ ਤੁਹਾਨੂੰ ਸੁਣ ਕੇ ਹੈਰਤ ਹੋਗੀ, ਹਾਲਾਂਕਿ ਮੈਂ ਕਿਸੇ ਜ਼ਮਾਨੇ 'ਚ ਕਾਫੀ, ਜਦੋਂ ਮਤਲਬ ਇਹ ਹੈ ਕਿ ਮੈਂ ਪੰਜਾਬ ਡੇ ਬੜੇ ਤੁਹਾਨੂੰ ਪਤਾ, ਸਭ ਤੋਂ ਪਹਿਲੇ ਮੈਂ ਜਦੋਂ ਹਾਲੇ ਗੌਰਮੈਂਟ ਨੇ ਵੀ ਅਨਾਊਂਸ ਨਹੀਂ ਸੀ ਕੀਤਾ, ਤੇ ਮੈਂ ਕਲਚਰ ਡੇ ਬੱਚਿਆਂ ਨੂੰ ਮਨਾਉਣ ਦੇ ਨਹੀਂ ਸਾਂ। ਬੱਚਿਆਂ ਨੂੰ ਅਸੀਂ ਕਹੀਦਾ ਕਿ ਬਈ ਤੁਸੀਂ, ਲੇਕਿਨ ਮਨਾ ਵੀ ਕਰੀਦਾ ਕਿ ਨਹੀਂ, ਆਲ ਟਾਈਮ ਪੰਜਾਬੀ ਤੁਸੀਂ ਨਹੀਂ ਬੋਲਣੀ, ਠੀਕ ਹੈ। ਇਹਦੇ 'ਚ ਮੈਂ ਬਿਲਕੁਲ ਇਸ ਚੀਜ਼ ਨੂੰ ਐਡਮਿਟ ਕਰਨੀ ਆ, ਲੇਕਿਨ ਸਖਤੀ ਕੋਈ ਨਹੀਂ। ਮਤਲਬ ਮੇਰੇ ਮੁਤਲਕ ਤੇ ਖੁਦ ਮੇਰੀ ਇੱਕ ਦਫਾ ਤੁਹਾਨੂੰ ਸੁਣ ਕੇ ਹੈਰਤ ਹੋਏਗੀ, ਇੱਕ ਬੱਚੀ ਨੂੰ ਕਿਹਾ ਗਿਆ, ਐਮਏ ਦੀ ਬੱਚੀ ਨੂੰ, ਕਿ ਮੇਰੀ ਨਕਲ ਉਤਾਰ, ਤੇ ਉਹਨੇ ਜਦੋਂ ਮੇਰੀ ਨਕਲ ਉਤਾਰੀ ਤੇ ਉਹ ਨਕਲ ਇਹ ਹੀ ਸੀ ਕਿ ਮੈਂ ਤੇਜ਼ੀ ਨਾਲ ਉਰਦੂ ਬੋਲਦੀ ਵਿੱਚੋਂ ਪੰਜਾਬੀ ਬੋਲਣੀ ਹੈ, ਤੇ ਵਿੱਚੋਂ ਫਿਰ ਉਰਦੂ ਬੋਲਣੀ ਹੈ, ਤੇ ਮੈਨੂੰ ਇਹਦੇ ਤੇ ਕਦੀ ਕੋਈ ਸ਼ਰਮ ਮਹਿਸੂਸ ਨਹੀਂ ਹੋਈ। ਤੇ ਕਿਉਂਕਿ ਮੇਰੇ ਬੱਚੇ ਵੀ ਤੇ ਉਹਨਾਂ ਘਰਾਂ 'ਚੋਂ ਹੀ ਆਏ ਨੇ ਨਾ, ਉਹ ਵੀ ਆਪਣੇ ਘਰਾਂ 'ਚ ਪੰਜਾਬੀ ਬੋਲਦੇ ਨੇ, ਤੇ ਹੁਣ ਤੇ ਜਦੋਂ ਦੀ ਸਮਝ ਇਸ ਚੀਜ਼ ਦੀ ਲੱਗੀ ਹੈ, ਮੈਂ ਇਸ ਚੀਜ਼ ਨੂੰ ਮੰਨਨੀ ਹਾਂ, ਪਹਿਲੇ ਸਮਝ ਨਹੀਂ ਸੀ ਇਹ ਸਮਝ। ਇੱਕ ਵਾਰੀ ਤੁਸੀਂ ਵੀ ਪ੍ਰੋਗਰਾਮ ਜਿਹੜਾ ਕਰਵਾਇਆ ਸੀ, ਭੁਲੇਖਾ ਦਿੱਤਾ ਹੈ, ਤੇ ਸਾਰੇ ਆਏ ਦੇ ਸਨ, ਅਲੀ ਅਹਿਮਦ ਗੁਜਰਾਤੀ ਵੀ ਸਨ, ਦੂਜੇ ਵੀ ਸਨ, ਤੇ ਉਦੋਂ ਜਦੋਂ ਇਸ ਚੀਜ਼ ਦਾ ਵਾਕਈ ਤੁਸੀਂ ਅਹਿਸਾਸ ਦਿਲਾਇਆ ਸਭ ਨੂੰ
ਇਹਦਾ ਕ੍ਰੈਡਿਟ ਮੈਂ ਤੁਹਾਨੂੰ ਸਾਰਿਆਂ ਨੂੰ ਦਿੰਦੀ ਹਾਂ ਕਿ ਤੁਸੀਂ ਇਹ ਸਾਥ ਦਿਲਾਇਆ ਸਾਨੂੰ ਕਿ ਤੁਹਾਡੇ ਬੱਚੇ ਜਿਹੜੇ ਨੇ ਉਹ ਫਾਰਮ 'ਚ ਹੁਣ ਕੀ ਲਿਖਣਗੇ, ਮਦਰ ਲੈਂਗੁਏਜ ਜਦੋਂ ਪੰਜਾਬੀ ਨਹੀਂ ਲਿਖਣਗੇ ਤੇ ਉਹ ਤੇ ਫਿਰ ਉਰਦੂ ਸਪੀਕਿੰਗ ਹੀ ਕੰਸੀਡਰ ਹੋਣਗੇ ਨਾ, ਤੇ ਤੁਹਾਡੀ ਪੰਜਾਬੀਆਂ ਦੀ ਤਾਦਾਦ ਜਿਹੜੀ ਹੈ ਉਹ ਕਿੱਥੇ ਜਾਏਗੀ, ਘਟਦੀ ਜਾਏਗੀ। ਤੇ ਇਹ ਚੀਜ਼ ਜਿਹੜੀ ਹੈ ਇਹ ਨਹੀਂ ਹੋਣੀ ਚਾਹੀਦੀ। ਜ਼ਾਹਿਰ ਹੈ ਅਸੀਂ ਬਾਕੀਆਂ ਕੌਮੀਆਂ ਤੁਸੀਂ ਆਪਣੇ ਕਾਲਜ ਦੇ ਵਿੱਚ ਪੰਜਾਬ ਦੇ ਹਵਾਲੇ ਨਾਲ, ਪੰਜਾਬੀ ਸਕਾਫਤ ਦੇ ਹਵਾਲੇ ਨਾਲ, ਪੰਜਾਬੀ ਰਵਤਲ ਦੇ ਹਵਾਲੇ ਨਾਲ ਪ੍ਰੋਗਰਾਮ ਕਰਾਉਂਦੇ ਹੋ ਜੀ? ਬਿਲਕੁਲ। ਇਹ ਪ੍ਰੋਗਰਾਮ ਬਰਾਏ ਪ੍ਰੋਗਰਾਮ ਹੁੰਦਾ ਕਿ ਤੁਸੀਂ ਸੋਚਦੇ ਹੋ ਕਿ ਇਹਦੇ ਪਿੱਛੇ ਕੋਈ ਫਲਸਫਾ ਹੈ ਜਾਂ ਬੱਚਿਆਂ ਨੂੰ ਕੁਝ ਤੁਸੀਂ ਟਾਰਗੇਟ ਦਿੰਦੇ ਹੋ 4 ਦਿਨ ਪਹਿਲੇ 5 ਦਿਨ ਪਹਿਲੇ ਉਹਦਾ ਆਊਟਪੁੱਟ ਦੇਖਦੇ ਹੋ ਕੀ ਆ ਰਿਹਾ? ਬਿਲਕੁਲ ਮੈਂ ਉਹਨੂੰ ਇੱਕ ਮਕਸਦ ਦੇ ਤਹਿਤ ਹੀ ਕਰਾਨੀ ਆ। ਮੈਂ ਇਹੋ ਹੀ ਚਾਹੁੰਦੀ ਮੈਂ ਨਾ ਮਾਤਰਾ ਨਾਲ ਗੱਲ ਕਰਾਂਗਾ, ਸਾਡੇ ਬਹੁਤ ਸਾਰੇ ਅਦਾਰਿਆਂ ਵਿੱਚ ਸਿਰਫ ਔਰ ਸਿਰਫ ਦਿਨ ਮਨਾਉਣ ਵਾਸਤੇ ਨਾ ਤਕਰੀਬਨ ਹੁੰਦੀਆਂ ਨੇ। ਇਹ ਮੈਂ ਤੁਹਾਨੂੰ ਕਹਿਣਾ ਕਿ ਇਹ ਦਿਨ ਤੇ ਹੁਣ ਮਨਾਇਆ ਜਾਣ ਲੱਗਾ ਨਾ। ਤੁਸੀਂ ਯਕੀਨ ਕਰੋ ਕਿ ਮੈਂ ਜਦੋਂ ਨਾਰਵਲ ਕਾਲਜ 'ਚ ਮੈਂ 90s ਦੀ ਗੱਲ ਕਰ ਰਹੀ ਹਾਂ ਤੁਹਾਡੇ ਨਾਲ ਕਿ 90 ਦੀ ਦਹਾਈ ਜਦੋਂ ਮੈਂ ਜੁਆਇਨ ਕੀਤਾ ਕਾਲਜ, ਅਸਲ 'ਚ ਮੇਰਾ ਸ਼ੌਕ ਵੀ ਪੰਜਾਬੀ ਨਾਲ ਉਦੋਂ ਹੀ ਸ਼ੁਰੂ ਹੋਇਆ। ਵੈਸੇ ਘਰੋਂ ਤੇ ਬਹੁਤ ਜ਼ਿਆਦਾ ਸੀ ਤੇ ਲੇਕਿਨ ਇਹ ਸੀ ਕਿ ਉੱਥੇ ਇਹ ਹੋਇਆ ਕਿ ਆਲਰੇਡੀ ਉਰਦੂ ਸੁਸਾਇਟੀ ਕੰਮ ਕਰ ਰਹੀ ਸੀ, ਪੰਜਾਬੀ ਸੁਸਾਇਟੀ ਵੀ ਕੰਮ ਕਰ ਰਹੀ ਸੀ, ਲੇਕਿਨ ਇਹ ਸੀ ਕਿ ਉਰਦੂ ਸੁਸਾਇਟੀ ਦਾ ਮੈਨੂੰ ਹੈੱਡ ਬਣਨ ਦਾ ਜਾਂ ਮੈਨੂੰ ਕੋਈ ਮੌਕਾ ਨਹੀਂ ਸੀ ਮਿਲਣਾ ਕਿਉਂਕਿ ਮੇਰੇ ਸੀਨੀਅਰ ਸਨ, ਉਹ ਸੰਭਾਲ ਰਹੇ ਸਨ ਔਰ ਬਹੁਤ ਅੱਛਾ ਚਲਾ ਰਹੇ ਸਨ, ਕੰਪੀਟੀਸ਼ਨਸ ਵਗੈਰਾ ਹੁੰਦੇ ਰਹਿੰਦੇ ਸਨ। ਤੇ ਮੈਂ ਮੈਡਮ ਨੂੰ ਕਿਹਾ ਕਿ ਜੀ ਠੀਕ ਹੈ ਫਿਰ ਮੈਨੂੰ ਪੰਜਾਬੀ ਸੁਸਾਇਟੀ ਦੇ ਦਿਓ। ਉਹਨਾਂ ਨੇ ਕਿਹਾ ਤੁਸੀਂ ਲੈ ਲਓ। ਤੇ ਮੈਨੂੰ ਡਿਬੇਟ ਅਸੀਂ ਉਦੋਂ ਵੀ ਕਰਾਉਂਦੇ ਸਾਂ, ਅਸੀਂ ਪੰਜਾਬੀ ਟਾਕਰਾ ਉਦੋਂ ਵੀ ਸਾਡਾ ਟਕਾ ਕੇ ਹੁੰਦਾ ਸੀ ਔਰ ਅਸੀਂ ਇੰਟਰ ਕਾਲਜੇਟ ਵੀ ਕਰਾਉਂਦੇ ਸਾਂ, ਲੇਕਿਨ ਮੁਸ਼ਾਇਰਾ ਕਦੀ ਨਹੀਂ ਸੀ ਹੋਇਆ। ਨਾਰਵਲ ਕਾਲਜ ਦੀ ਉਰਦੂ ਮੁਸ਼ਾਇਰੇ ਦੀ ਰਵਾਇਤ ਬੜੀ ਮਜ਼ਬੂਤ ਸੀ ਤੇ ਉਹ ਜਿਹਨੂੰ ਕਹਿੰਦੇ ਨਾ ਕਿ ਕੁਛ ਕਰਕੇ ਵਿਖਾਉਣਾ, ਉਹਦੇ ਤਹਿਤ ਮੇਰੇ ਦਿਲ 'ਚ ਇਹ ਚੀਜ਼ ਆਈ ਕਿ ਮੈਨੂੰ ਵੀ ਕਰਨਾ ਚਾਹੀਦਾ। ਤੇ ਮੈਂ ਮੈਡਮ ਕੋਲ ਗਈ, ਮੈਡਮ ਸਾਡੇ ਬਹੁਤ ਅੱਛੇ ਸਨ, ਅੱਲਾ ਬਖਸ਼ੇ, ਮੈਡਮ ਰਸ਼ੀਦਾ ਗਨੀ ਸਾਹਿਬ, ਉਹੀ ਮੈਂ ਉਹਨਾਂ ਨੂੰ ਬੜਾ ਫੋਲੋ ਕਰਨੀ ਆ ਜਾਂ ਮੰਨਨੀ ਆ। ਉਹਨਾਂ ਨੇ ਮੈਂ ਜਾ ਕੇ ਕਿਹਾ, ਮੈਂ ਕਿਹਾ ਜੀ ਉਰਦੂ ਮੁਸ਼ਾਇਰਾ ਕਰਾਉਂਦੇ ਆ ਤੇ ਅਸੀਂ ਪੰਜਾਬੀ ਕਿਉਂ ਨਹੀਂ ਕਰਾਉਂਦੇ? ਉਹਨਾਂ ਅੱਗੋਂ ਮੈਨੂੰ ਕਿਹਾ ਤੂੰ ਕਰਾ ਲੈ। ਸਹੀ ਹੈ। ਉਹ ਪਹਿਲਾ ਮੁਸ਼ਾਇਰਾ ਸੀ ਜਿਹੜਾ ਮੈਂ ਕਰਾਇਆ, ਉਹਦੇ ਤਹਿਤ ਹੀ ਮੈਂ ਪਹਿਲੀ ਪੰਜਾਬੀ ਨਜ਼ਮ ਲਿਖੀ, ਐਲਾ ਫੜ ਲੈ ਸਾਂਭ ਲੈ ਚਾਬੀ, ਮੈਨੂੰ ਇਹਦੀ ਲੋੜ ਕੋਈ ਨਾ, ਤੂੰ ਹੈ ਪੁੱਠਾ ਮੈਂ ਵਾਂ ਸਿੱਧੀ, ਤੇਰਾ ਮੇਰਾ ਜੋੜ ਕੋਈ ਨਾ। ਤੇ ਉਹ ਫਿਰ ਉਹ ਮੈਨੂੰ ਫਖਰ ਹੈ, ਮੈਨੂੰ ਅੱਜ ਵੀ ਯਾਦ ਹੈ ਸ਼ਕਰਗੜ੍ਹ ਕਾਲਜ ਦੇ ਜਿਹੜੇ ਪ੍ਰਿੰਸੀਪਲ ਸਨ ਨਾ ਉਸ ਵੇਲੇ, ਗਾਲਬਨ ਉਹਨਾਂ ਦਾ ਨਾਂ ਅਦੀਬ, ਖਾਲਦਾ ਅਦੀਬ ਕਰਕੇ ਉਹਨਾਂ ਦਾ ਨਾਂ ਸੀ, ਪੰਜਾਬੀ ਦੀ ਬਹੁਤ ਅੱਛੀ ਸ਼ਾਇਰਾ ਸਨ, ਉਹ ਸਾਡੇ ਚੀਫ ਗੈਸਟ ਬਣੇ। ਤੇ ਮੈਨੂੰ ਇਹ ਵੀ ਯਾਦ ਹੈ ਕਿ ਸ਼ਕਰਗੜ੍ਹ ਦੀਆਂ ਹੀ ਕੁੜੀਆਂ ਵੀ ਕਰਕੇ ਲੈ ਕੇ ਗਈਆਂ ਸਨ। ਹਾਂਜੀ। ਤੇ ਉਹ ਬਹੁਤ ਸਭ ਨੇ ਪਸੰਦ ਕੀਤਾ ਕਿ ਉਰਦੂ ਮੁਸ਼ਾਇਰਾ ਤੇ ਹੋਇਆ ਹੀ ਹੋਇਆ ਜੀ, ਪੰਜਾਬੀ ਵੀ ਹੋ ਗਿਆ। ਤੇ ਇਸ ਲਈ ਮੈਂ ਆਪਣੇ ਕਾਲਜ 'ਚ ਵੀ ਜਦੋਂ ਆਈ ਹਾਂ ਤੇ ਪੰਜਾਬੀ ਟਾਕਰੇ ਦੇ ਨਾਲ ਨਾਲ ਟੱਪਿਆਂ ਦਾ, ਗਿੱਧੇ ਦਾ, ਫਿਰ ਸੂਫੀ ਕਲਾਮ, ਇਹ ਤੇ ਮੈਂ ਮਾਡਲ ਟਾਊਨ ਵੀ ਸੂਫੀ ਕਲਾਮ ਦਾ ਜਿਹੜਾ ਸੀ ਕੰਪੀਟੀਸ਼ਨ ਅਸੀਂ ਕਰਾਉਂਦੇ ਸਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਉਹਨਾਂ ਨੂੰ, ਔਰ ਫਿਰ ਉਹਨਾਂ ਨੂੰ ਦੱਸੀਦਾ ਸੀ, ਖੁਦ ਕਲਾਮ ਸਿਲੈਕਟ ਕਰਕੇ ਦੇਈਦੇ ਸਨ, ਉਹਨਾਂ ਨੂੰ ਪਤਾ ਚੱਲਦਾ ਸੀ। ਫੋਕ ਗਾਣਿਆਂ ਦੇ ਕੰਪੀਟੀਸ਼ਨ ਅਸੀਂ ਉੱਥੇ ਕਰਵਾਏ, ਮਤਲਬ ਮੈਂ ਰਿਜੈਕਟ ਕਰ ਦਿੰਦੀ ਸਾਂ ਜਦੋਂ ਕੋਈ ਫਿਲਮੀ ਗਾਣਾ ਬਚਾ ਕੇ ਗਾਉਂਦਾ ਸੀ, ਮੈਂ ਕਹਿੰਦਾ ਸਾਂ ਫਿਲਮੀ ਗਾਣਾ ਨਹੀਂ, ਸਹੀ ਹੈ, ਮੈਨੂੰ ਉਹ ਚਾਹੀਦਾ ਜਿਹੜਾ ਮਾਂ ਦਾਦੀ ਗਾਉਂਦੀ ਸੀ। ਉਹ ਅਗਰਚੇ ਉਹਨਾਂ ਤੇ ਹੁਣ ਫਿਲਮੀ ਗਾਣੇ ਵੀ ਬਣੇ ਦੇ ਨੇ, ਲੇਕਿਨ ਅਸੀਂ ਕੋਸ਼ਿਸ਼ ਕਰੀਦੀ ਸੀ ਕਿ ਜਿਵੇਂ ਤੁਹਾਡਾ ਵਾ ਜੀ ਅੱਧੀ ਰਾਤੀ ਚੜਨ ਤਾਰੇ, ਔਰ ਹੁਣ ਉਹਦੇ 'ਚ ਉਹ ਨਵਾਂ ਮਾਡਰਨ ਤੇ ਤਾਵਲਾ ਨੇ ਗਾਤਾ ਜਾਂ ਹੋਰ ਲੋਕਾਂ ਨੇ ਗਾਇਤਾ, ਤੇ ਅਸੀਂ ਆਪਣੀਆਂ ਦਾਦੀਆਂ ਕੋਲ ਉਹੀ ਸੁਣਿਆ ਨਾ ਸੀ ਕਿ ਅੱਧੀ ਰਾਤੀ ਚੜਨ ਗਿੱਤੀਆਂ, ਲਿਖਾਂ ਮੈਂ ਯਾਰ ਵੱਲ ਚਿੱਠੀਆਂ, ਲਿਖਾਂ ਸਿੱਧੀਆਂ ਹੋਣ ਪੁੱਠੀਆਂ, ਖੁਦਾ ਜਾਣੇ ਕਿ ਕਿਆ ਹੋ ਸੀ, ਸੱਜਣ ਮਿਲ ਸੀ ਕਿ ਨਾ ਮਿਲ ਸੀ। ਤੇ ਉਹ ਚੀਜ਼ਾਂ ਜਿਹੜੀਆਂ ਸੀ ਉਹ ਫਿਰ ਬੱਚੇ ਹੈਰਾਨ ਹੁੰਦੇ ਸੀ ਕਿ ਅੱਛਾ ਜੀ ਮੈਡਮ ਜੀ ਇਹ ਵੀ ਹੈ ਸੀ, ਇਹ ਵੀ ਹੈ ਸੀ। ਫਿਰ ਚਰਖਾ ਤੇ ਤੁਹਾਨੂੰ ਪਤਾ ਹੀ ਹੈ, ਚਰਖਾ ਕੁੱਕਰ ਦਿੰਦਾ, ਕੁੱਕਰ ਲੱਗੀ ਕਲੇਜੇ। ਤੇ ਉਹ ਫਿਰ ਬੱਚਿਆਂ ਨੂੰ, ਮੇਰਾ ਖਿਆਲ ਹੈ ਕਿ ਮੇਰੇ ਬੱਚੇ ਜਿਹੜੇ ਨੇ, ਮੈਂ ਦੇਖਦੀ ਹਾਂ ਜਦੋਂ ਮੈਂ ਉਸ ਪ੍ਰੋਗਰਾਮ 'ਚ ਜਾ ਕੇ ਬੈਠਦੀ ਹਾਂ ਤੇ ਮੇਰੇ ਬੱਚੇ ਮੇਰੇ ਵੱਲ ਪਲਟ ਕੇ ਦੇਖਦੇ ਨੇ, ਤੇ ਜਦੋਂ ਮੈਂ ਵਿੱਚ ਖੁਦ ਵੀ ਹਿੱਸਾ ਲੈਂਦੀ ਹਾਂ ਜਾਂ ਦਖਲ ਦਿੰਦੀ ਹਾਂ, ਕੋਈ ਟੱਪਾ ਗਾ ਦਿੰਦੀ ਹਾਂ, ਤੇ ਮੇਰੇ ਬੱਚੇ ਬੜਾ ਖੁਸ਼ ਹੁੰਦੇ ਨੇ। ਉਹਨਾਂ ਨੂੰ ਹੁੰਦਾ ਅੱਛਾ, ਉਹ ਬੜੀ ਹੈਰਤ ਨਾਲ ਦੇਖਦੇ ਨੇ ਕਿ ਸਾਡੀ ਮੈਡਮ ਨੂੰ ਵੀ ਆਉਂਦੇ ਨੇ ਤੇ ਜਾਂ ਪੰਜਾਬੀ ਵੀ ਇਹਨਾਂ ਨੂੰ ਆਉਂਦੀ ਹੈ। ਤੇ ਇਹ ਚੀਜ਼ ਦੇਣ ਦੀ ਲੋੜ ਹੈ। ਐਕਚੁਅਲ ਇਜ਼ ਦਿਸ ਕਿ ਬੱਚੇ ਨੂੰ ਇਹ ਪਤਾ ਲੱਗੇ ਕਿ ਹਾਂ ਇਹਦੇ ਤੇ ਮੈਂ ਸ਼ਰਮਿੰਦਿਆਂ ਨਹੀਂ ਹੋਣਾ। ਜਿਹੜੇ ਗੀਤ, ਜਿਹੜੇ ਮਾਈਏ ਟੱਪੇ ਪੰਜਾਬੀ ਜ਼ੁਬਾਨ 'ਚ ਨੇ, ਜਿਹੜਾ ਉਹਨਾਂ ਦਾ ਮਜ਼ਾ ਆਉਂਦਾ ਹੈ, ਇਹ ਉਰਦੂ 'ਚ ਨਹੀਂ ਆ ਸਕਦਾ। ਜੇ ਤੁਸੀਂ ਸ਼ਾਇਰੀ ਦੀ ਗੱਲ ਕੀਤੀ, ਮੁਸ਼ਾਇਰੇ ਦੀ ਗੱਲ ਕੀਤੀ, ਤੁਸੀਂ ਪੰਜਾਬੀ ਸ਼ਾਇਰੀ ਵੀ ਕਰਦੇ ਹੋ, ਤੁਹਾਡੀ ਸ਼ਾਇਰੀ ਸੁਣਾਂਗੇ ਬਾਅਦ 'ਚ ਅਸੀਂ। ਜਿਹੜੀ ਪੰਜਾਬੀ ਸ਼ਾਇਰੀ ਹੈ ਇਹ ਜਿਹਨਾਂ ਲੋਕਾਂ ਕੀਤੀ ਹੈ ਉਹ ਵਲੀ ਹੋ ਗਏ ਨੇ। ਬਿਲਕੁਲ ਬਿਲਕੁਲ। ਮਤਲਬ ਹੁਣ ਵੀ ਜਿਹੜੇ ਲੋਕ ਪੰਜਾਬੀ ਸ਼ਾਇਰੀ ਕਰਦੇ ਨੇ ਉਹ ਆਪਣਾ ਇੱਕ ਮੁਕਾਮ ਰੱਖਦੇ ਨੇ। ਮਤਲਬ ਕੋਈ ਬੰਦਾ ਪੰਜਾਬੀ ਉਰਦੂ ਸ਼ਾਇਰੀ ਜਿਹੜੀ ਹੈ ਨਾ, ਵੱਡੇ ਵੱਡੇ ਸ਼ਾਇਰ ਹੋਣਗੇ, ਲੇਕਿਨ ਉਹ ਜ਼ੁਬਾਨ ਜ਼ਦੇ ਆਮ ਨਹੀਂ ਹੋਏ। ਉਹ ਲੋਕਾਂ ਨੂੰ, ਵੱਡਿਆਂ ਨੂੰ, ਅਨਪੜ੍ਹਾਂ ਨੂੰ, ਹੁਣ ਵਾਰਿਸ ਸ਼ਾਹ ਦਾ ਕਲਾਮ ਅਨਪੜ੍ਹਾਂ ਨੂੰ ਵੀ ਯਾਦ ਹੈ, ਮੀਆਂ ਸਾਹਿਬ ਦਾ ਕਲਾਮ ਇੱਕ ਰਸੋਈ ਤੋਂ ਲੈ ਕੇ ਤੇ ਇੱਕ ਹਾਲ ਤੱਕ ਸੁਣਿਆ ਜਾ ਰਿਹਾ ਹੈ। ਤੇ ਪੰਜਾਬੀ ਜ਼ੁਬਾਨ ਏਡੀ ਤਗੜੀ ਜ਼ੁਬਾਨ ਹੈ
ਕਿ ਇਹਦੇ ਨਾਲ ਜਦੋਂ ਜੁੜਦਾ ਜਾਂ ਮੈਂ ਕਹਿੰਦਾ ਜਦੋਂ ਅਸੀਂ ਮਿੱਟੀ ਦੀ ਜ਼ੁਬਾਨ ਨਾਲ ਜੁੜਨੇ ਆ, ਆਪਣੀ ਮਾਂ ਦੀ ਜ਼ੁਬਾਨ ਨਾਲ ਜੁੜਨੇ ਆ, ਤੇ ਇੱਕ ਰੱਬ ਦਾ ਖਾਸ ਕਰਮ ਨਹੀਂ ਹੁੰਦਾ ਵੀ ਕਿ ਬੰਦੇ ਨੂੰ ਉਹ ਕਲਾਮ ਮਿਲਦਾ ਹੈ ਕਿ ਲੋਕਾਂ ਦੇ ਦਿਲਾਂ ਤੇ ਸਿੱਧਾ ਅਸਰ ਕਰਦਾ ਹੈ। ਬਿਲਕੁਲ ਇੰਝ ਹੀ ਵੇਖੋ ਨਾ, ਇੱਕ ਜਿਹੜਾ ਸਾਡਾ ਮਿੱਟੀ ਦੇ ਨਾਲ ਜੁੜਿਆ ਦਾ ਇੱਕ ਸਾਡਾ ਬਜ਼ੁਰਗ ਜਾਂ ਇੱਕ ਸਾਡਾ ਬਾਬਾ ਜਿਹੜਾ, ਉਹਨੂੰ ਗਾਲਬ ਦੇ ਨਾਲ ਕੋਈ ਦਿਲਚਸਪੀ ਨਹੀਂ ਹੋਈ, ਉਹਦੇ ਲਈ ਗਾਲਬ ਅਜਨਬੀ ਹੈ। ਮੈਂ ਚੂੰਕਿ ਉਰਦੂ ਦੀ ਪ੍ਰੋਫੈਸਰ ਹਾਂ, ਸਾਡੀ ਜਿੰਨੀ ਉਰਦੂ ਦੀ ਸ਼ਾਇਰੀ ਹੈ ਅਸੀਂ ਅਰਬੀ ਅਤੇ ਫਾਰਸੀ ਤੋਂ ਉਜ਼ਾਨ ਲਏ, ਅਸੀਂ ਉਹਨਾਂ ਤੋਂ ਹੀ ਗ੍ਰਾਮਰ ਲਈ, ਉਹਨਾਂ ਤੋਂ ਅਬਵਾਬ ਲਏ, ਅਸੀਂ ਸਾਰੇ ਉਹਦੇ ਹੀ ਅਸਰਾਤ ਨੇ ਸਾਡੇ ਉੱਤੇ। ਹਿੰਦੀ ਦੇ ਵੀ ਹੈ ਨੇ ਲੇਕਿਨ ਹਿੰਦੀ ਦੇ ਘੱਟ ਨੇ, ਲੇਕਿਨ ਤੇ ਇਹ ਸਾਰੀਆਂ ਚੀਜ਼ਾਂ ਹੀ ਸਾਡੇ ਲਈ ਅਜਨਬੀ ਸਨ। ਸਾਡੀ ਆਪਣੀ ਜਿਹੜੀ ਚੀਜ਼ ਹੈ ਜਾਂ ਆਪਣਾ ਜਿਹੜਾ ਪਨ ਹੈ ਉਹਦੇ ਸਾਨੂੰ ਪੰਜਾਬੀ 'ਚ ਮਿਲੇਗਾ ਨਾ। ਜਿੰਨਾ ਮਰਜ਼ੀ ਅਸੀਂ ਪੰਜਾਬੀ ਤੋਂ ਨਸੀਏ, ਲੇਕਿਨ ਜਦੋਂ ਉਹਨੇ ਕਿਹਾ ਕਿ ਰੱਬ ਸੱਚਾ ਤੂੰ ਤੇ ਆਖਿਆ ਸੀ ਤਾਂ ਹਰ ਬੰਦੇ ਨੂੰ ਯਾਦ ਹੋ ਗਿਆ। ਮੈਂ ਬਾਜ਼ਾਰ 'ਚ ਇੱਕ ਦਿਨ ਜਾ ਰਹੀ ਸੀ ਤੇ ਇੱਕ ਫਕੀਰ ਜਿਹੜਾ ਸੀ, ਉਹ ਨਬੀਨਾ ਸੀ, ਤੇ ਉਹ ਇੰਨੇ ਸੋਚ ਨਾਲ ਗਾ ਰਿਹਾ ਸੀ ਕਿ ਮੈਂ ਅੰਨਾ ਤੇ ਤਿਲਕਣ ਰਸਤਾ ਕਿਉਂ ਕਰ ਰਵੇ ਸੰਭਾਲਾ। ਉਹਨੂੰ ਇੰਨਾ ਮੈਨੂੰ ਲੱਗਦਾ ਪਿਆ ਸੀ ਕਿ ਉਹ ਵਾਕਈ, ਚੂੰਕਿ ਨਬੀਨਾ ਵੀ ਸੀ, ਕਿ ਉਹਦੇ ਦਿਲ ਦੀ ਆਵਾਜ਼ ਹੈ ਨਾ, ਕਿ ਉਹ ਕਹਿੰਦੇ ਨੇ ਸ਼ਾਇਰੀ ਹੈ ਹੀ ਉਹ ਚੀਜ਼ ਕਿ ਜਿਹੜੀ ਕੋਈ ਸੋਚੇ ਕਿ ਮੈਂ ਕਹਿਣਾ ਚਾਹੁੰਦਾ ਸਾਂ ਤੇ ਇਹ ਕਿਸੇ ਹੋਰ ਨੇ ਕਹਿ ਦਿੱਤਾ, ਅਗਰ ਉਹ ਨਹੀਂ ਕਹਿ ਸਕਦਾ ਤੇ ਉਸ ਵੇਲੇ ਬਿਲਕੁਲ ਉਹਦੇ ਇੰਝ ਲੱਗਦਾ ਪਿਆ ਸੀ ਇਹ ਉਹਦੇ ਦਿਲ ਦੀ ਆਵਾਜ਼। ਅੱਛਾ, ਸ਼ਾਇਰੀ ਤਾਂ ਪੰਜਾਬੀ ਦੇ ਵਿੱਚ ਹਰ ਦੌਰ 'ਚ ਹੁੰਦੀ ਆ ਰਹੀ ਹੈ। ਬੜੇ ਸ਼ਾਇਰੀ ਜਿਹੜੀ ਹੈ ਨਾ ਉਹ ਇਸ ਕਾਬਲ ਹੈ ਕਿ ਉਹ ਕਿਆਮਤ ਤੱਕ ਜਦੋਂ ਤੱਕ ਦੁਨੀਆ ਰਹੇਗੀ, ਉਹ ਵਾਰਿਸ ਸ਼ਾਹ ਦੀ ਹੋ ਜਾਏ, ਸੁਲਤਾਨ ਬਾਹੂ ਦੀ ਹੋ ਜਾਏ, ਮੀਆਂ ਮੁਹੰਮਦ ਬਖਸ਼ ਦੀ ਹੋ ਜਾਏ ਜਾਂ ਕਿਸੇ ਹੋਰ ਦੀ ਵੀ ਹੋ ਜਾਏ। ਲੇਕਿਨ ਇਹਦੇ 'ਚ ਪੰਜਾਬੀ 'ਚ ਤੁਸੀਂ ਦੇਖਦੇ ਨਹੀਂ ਕਿ ਨਸਰ ਘੱਟ ਲਿਖੀ ਜਾ ਰਹੀ ਹੈ, ਕਹਾਣੀ ਘੱਟ ਹੈ, ਅਫਸਾਨਾ ਘੱਟ ਹੈ। ਨਸਰ ਨਿਸਬਤਨ, ਚੂੰਕਿ ਮੈਂ ਉਹਦੇ ਨਾਲ ਜੁੜੀ ਦੀ ਘੱਟ ਹਾਂ ਜ਼ਰਾ, ਲੇਕਿਨ ਮੈਂ ਪਿਛਲੇ ਦਿਨਾਂ 'ਚ ਕਾਫੀ ਅਫਸਾਨਿਆਂ ਦੀਆਂ ਕਿਤਾਬਾਂ ਵੀ ਦੇਖੀਆਂ ਨੇ। ਹਾਂਜੀ, ਨਸਰ 'ਚ ਬਿਲਕੁਲ ਨਸਰ ਵੱਲ ਟ੍ਰੈਂਡ ਆ ਰਿਹਾ। ਬਲਕਿ ਜਿਹੜੀ ਮੈਂ ਪਿਛਲੇ ਦਿਨਾਂ 'ਚ ਇੱਕ ਪ੍ਰੋਗਰਾਮ ਅਟੈਂਡ ਕੀਤਾ ਉਹਦੇ 'ਚ ਪੰਨਵਰਤੀ ਜਿਹੜੀ ਹੈ ਜਿਹਨੂੰ ਸਫ਼ਰਨਾਮਾ ਅਸੀਂ ਕਹਿੰਦੇ ਹਾਂ, ਉਹ ਵੀ ਲਿਖੇ ਜਾ ਰਹੇ ਨੇ। ਹਾਂਜੀ, ਤੇ ਉਹ ਬਹੁਤ ਖੂਬਸੂਰਤ ਉਹ ਵੀ ਬੁੱਕ ਸੀ ਕਾਮਰਾਨ ਸਾਹਿਬ ਦੀ। ਤੇ ਹੋਰ ਬਹੁਤ ਸਾਰੀਆਂ ਅਸਨਾਫ ਜਿਹੜੀਆਂ ਨੇ, ਪੰਜਾਬੀ ਡਿਪਾਰਟਮੈਂਟ ਉਹਦੇ ਵੱਲ ਬਹੁਤ ਫੋਕਸ ਕਰ ਰਿਹਾ, ਮੈਂ ਦੇਖ ਰਹੀ ਹਾਂ ਪਲਾਕ ਬਹੁਤ ਫੋਕਸ ਕਰ ਰਿਹਾ ਉਹਦੇ ਉੱਤੇ। ਤੇ ਸੁਗਰਾ ਸਾਹਿਬਾਂ ਨਾਲ ਵੀ ਗੱਲ ਹੋਈ ਤੇ ਉਹ ਇਹ ਕਹਿ ਰਹੇ ਸਨ ਕਿ ਤਕਰੀਬਨ ਹਰ ਸਿਨਫ ਜਿਹੜੀ ਹੈ ਉਹ ਹੁਣ ਲਿਖੀ ਜਾ ਰਹੀ ਹੈ ਪੰਜਾਬੀ ਦੇ ਵਿੱਚ, ਜਦੋਂ ਅਸਲ 'ਚ ਇਨਕਰੇਜਮੈਂਟ ਹੈ ਨਾ, ਉਹਨਾਂ ਨੂੰ ਹੌਸਲਾ ਮਿਲ ਰਿਹਾ, ਉਹਨਾਂ ਨੂੰ ਹੌਸਲਾ ਮਿਲ ਰਿਹਾ। ਔਰ ਇਹੋ ਹੀ ਗੱਲ ਉੱਥੇ ਹੋ ਰਹੀ ਸੀ ਕਿ ਉਹ ਕਹਿ ਰਹੇ ਸਨ ਕਿ ਮੈਂ ਹਰ ਇੱਕ ਨੂੰ ਪਰਮਿਸ਼ਨ ਦਿੱਤੀ ਦੀ, ਜਿਹੜਾ ਵੀ ਆਪਣੀ ਬੁੱਕ ਦੀ ਤਰਵੀਜ ਲਈ ਮੇਰੇ ਕੋਲ ਆਉਂਦਾ ਹੈ ਜਾਂ ਕੋਸ਼ਿਸ਼ ਕਰਦਾ, ਅਸੀਂ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਆਓ, ਇਹਨੂੰ ਸਟੇਜ ਨੂੰ ਯੂਜ਼ ਕਰੋ। ਆਪਣੀ ਨਵੀਂ ਨਸਲ ਨੂੰ ਇਹ ਆਪਣੇ ਅਸਲ ਰਹਿਤਰ ਨਾਲ ਜੋੜਨ ਵਾਸਤੇ, ਉਹ ਟੱਪਿਆਂ ਨਾਲ, ਮਾਈਆਂ ਨਾਲ, ਉਹ ਗੀਤਾਂ ਨਾਲ, ਲੋਰੀਆਂ ਨਾਲ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਮਾਵਾਂ ਨੂੰ, ਪਹਿਲੀ ਗੱਲ ਤਾਂ ਇਹ ਵਾ ਨਾ ਕਿ ਮਾਵਾਂ ਨੂੰ ਹੋਣੀਆਂ ਚਾਹੀਦੀਆਂ। ਹੁਣ ਅਸੀਂ ਜੇ ਆਪਣੇ ਬੱਚਿਆਂ ਨਾਲ, ਅੱਜ ਜੇ ਤੁਹਾਡੇ ਕੋਲ ਬੱਚੀਆਂ ਪੜ੍ਹਦੀਆਂ ਨੇ, ਉਹਨਾਂ 'ਚ ਤਕਰੀਬਨ ਉਹਨਾਂ ਅਗਲੇ 2 ਸਾਲ 4 ਸਾਲ ਮਾਵਾਂ ਬਣਨਾ ਹੈ। ਜੀ ਬਿਲਕੁਲ ਬਿਲਕੁਲ। ਲੇਕਿਨ ਮੈਂ ਉਹਨਾਂ ਦਾ ਰੁਝਾਨ ਦੇਖ ਰਹੀ ਹਾਂ। ਅੱਛਾ, ਮੈਂ ਉਹਨਾਂ ਦਾ ਰੁਝਾਨ ਦੇਖ ਰਹੀ ਹਾਂ। ਆਪ ਤੁਸੀਂ ਵੇਖੋ ਨਾ, ਅਸਲ 'ਚ ਤੇ ਅਤੀਕ ਬਾਈ ਮੈਨੂੰ ਲੱਗਦਾ ਕਿ ਉਂਝ ਹੀ ਸਾਡੇ ਮੁਲਕ 'ਚ ਪਿਛਲੇ ਕੁਝ ਸਾਲਾਂ ਤੋਂ ਫਨੂਨ ਲਤੀਫਾ ਜਿਹੜਾ ਸੀ ਉਹ ਵੈਸੇ ਹੀ ਬਿਲਕੁਲ ਡਾਊਨ ਜਾ ਰਿਹਾ। ਲੇਕਿਨ ਅਲਹਮਦੁਲਿਲਾ ਕੁਝ ਸਾਡੇ ਮੁਲਕ ਦੇ ਹਾਲਾਤ ਐਸੇ ਸਨ, ਅਲਹਮਦੁਲਿਲਾ ਕਿ ਹੁਣ ਬਿਹਤਰ ਹਾਲਾਤ, ਟੂਰਿਜ਼ਮ ਤਰੱਕੀ ਕਰ ਰਿਹਾ, ਤੁਹਾਡਾ ਫਨੂਨ ਲਤੀਫਾ ਤਰੱਕੀ ਕਰ ਰਿਹਾ, ਹਰ ਚੀਜ਼ ਨਾਲ। ਇਹ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਅਮਨ ਨਾਲ, ਸਕੂਨ ਨਾਲ। ਉਹਦੀ ਵਜ੍ਹਾ ਤੋਂ ਹੁਣ ਮੈਂ ਇਹਦੇ 'ਚ ਤਬਦੀਲੀ ਦੇਖ ਰਹੀ। ਮੈਂ ਇਸ ਚੀਜ਼ ਨੂੰ ਬਦਲਾਨਾ ਕਰ ਕਿ ਅਗਰ ਫਨੂਨ ਲਤੀਫਾ ਆਮ ਹੋਵੇ ਤੇ ਅਮਨ ਆ ਨਹੀਂ ਜਾਂਦਾ ਨਾਲ ਆ ਕੇ। ਅਸੀਂ ਜਦੋਂ ਸਾਡੇ ਮੁਲਕ ਦੇ ਵਿੱਚ ਜਦੋਂ ਇੱਕ ਹੁਕੂਮਤ ਆਈ, ਜ਼ਿਆ ਸਾਹਿਬ ਦੀ ਆਈ, ਟੀਵੀ ਤੋਂ ਕਈ ਦੁਪੱਟਾ ਲੈ ਕੇ ਬਹਿਣਾ, ਪਾਬੰਦੀਆਂ ਲਾ ਦਿੱਤੀਆਂ, ਤਾਂ ਪਾਬੰਦੀਆਂ ਦਾ ਅਸਰ ਹੋਇਆ ਅਗਲੇ ਫਿਰ 20 ਸਾਲ ਬਾਅਦ। ਐਸੀ ਕੌਮ ਤਿਆਰ ਹੋਈ ਜਿਹੜੀ ਹਿਜਾਨ ਦਾ ਸ਼ਿਕਾਰ, ਟੈਨਸ਼ਨ ਦਾ ਸ਼ਿਕਾਰ, ਜਿਹੜੀ ਨਫ਼ਰਤ ਦਾ ਸ਼ਿਕਾਰ, ਜਿਹੜੇ ਆਪਣੇ ਆਪਣੇ ਖੋਲ ਦੇ ਵਿੱਚ ਰਹਿਣ ਦੇ ਸ਼ਿਕਾਰ ਹੋਏ। ਫਨ ਜਿਹੜਾ ਉਹ ਕਿਸੇ ਵੀ ਸੂਰਤ 'ਚ ਇਨਸਾਨ ਦੇ ਅੰਦਰ ਦਾ ਇਜ਼ਹਾਰ ਹੈ। ਉਹ ਕੋਈ ਸ਼ਖਸ ਪੇਂਟਿੰਗ ਕਰ ਰਿਹਾ, ਕੋਈ ਸ਼ਖਸ ਸ਼ਾਇਰੀ ਕਰ ਰਿਹਾ, ਕੁਝ ਇਹ ਕਿਥਾਰਸਿਸ ਹੈ। ਜਦੋਂ ਤੱਕ ਸਾਡਾ ਮਜ਼ਹਬ ਸਾਨੂੰ ਸਾਡੇ ਖਿੱਤੇ ਦੀਆਂ ਖੁਸ਼ੀਆਂ ਨੇ, ਪੰਜਾਬ ਦੀਆਂ ਖੁਸ਼ੀਆਂ ਨੇ, ਉਹ ਮਨਾਉਣ ਤੋਂ ਵਾਜ਼ੇ ਡੱਕਿਆ ਨਾ ਵੀ ਕੁਹਾਦਨ ਲੱਗਾ, ਸਾਨੂੰ ਭੰਗੜਾ ਪਾਉਣਾ ਚਾਹੀਦਾ। ਸਾਡੇ ਮੇਲੇ ਨੇ, ਮਤਲਬ ਅਸੀਂ ਸਾਡੀ ਬੜੀ ਖੂਬਸੂਰਤ ਰਵਾਇਤ ਸਾਡੀ ਸੀ ਮੇਲਿਆਂ ਦੀ, ਬਿਲਕੁਲ, ਤੇ ਅਸੀਂ ਉਹ ਮੇਲੇ ਆਪਣੇ ਬੰਦ ਕਰ ਲਏ। ਅਸੀਂ ਮੈਂ ਕਹਿੰਦਾ ਕਿ ਅਸੀਂ ਬੱਚਿਆਂ ਨੂੰ ਦੇ ਕੀ ਰਹੇ? ਤੁਸੀਂ ਬੱਚਿਆਂ ਨੂੰ ਕੁਛ ਨਹੀਂ ਦੇ ਰਹੇ, ਔਰ ਨਤੀਜਾ ਕੀ ਨਿਕਲ ਰਿਹਾ ਕਿ ਇੱਕ ਇੰਤਹਾਈ ਫਜ਼ੂਲ ਸੋਸ਼ਲ ਨੈਟਵਰਕ ਜਿਹਦੇ ਉੱਤੇ ਇਸ ਵੇਲੇ ਇੱਕ ਤੂਫਾਨ ਬਦਤਮੀਜ਼ੀ ਬਰਪਾ, ਮੈਂ ਇੰਝ ਕਹਾਂਗੀ ਵਾਹਿਯਾਤੀ ਦਾ ਇੱਕ ਤੂਫਾਨ ਬਰਪਾ, ਕਿ ਉਹਦੇ ਨਾਲੋਂ ਬਿਹਤਰ ਤੁਸੀਂ ਕਦੀ ਦੇਖਿਆ ਕਿ ਜਿਹੜੀਆਂ ਬੀਬੀਆਂ ਗਿੱਧਾ ਪਾਦੀਆਂ, ਸਿਰ ਤੋਂ ਦੁਪੱਟਾ ਵੀ ਨਹੀਂ ਲੈਂਦਾ,
ਸਿਰ ਤੋਂ ਵੀ ਦੁਪੱਟਾ ਜਿੰਨੇ ਕਰਨਾ ਇਹ ਕਹਿੰਦੇ ਨੇ ਸਾਡੇ ਪੰਜਾਬੀਆਂ 'ਚ ਰਿਵਾਜ ਸੀ, ਅਸੀਂ ਆਪਣੀਆਂ ਮਾਵਾਂ ਦਾਦੀਆਂ ਕੋਲ ਸੁਣਦੇ ਸਾਂ, ਵੋਟੀ ਘਰ ਲਿਆਈ ਜਾਂਦੀ ਸੀ, ਲਿਆ ਕੇ ਬਿਠਾਈ ਜਾਂਦੀ ਸੀ ਤੇ ਫਿਰ ਸਾਰੀਆਂ ਬੀਬੀਆਂ ਰਲ ਕੇ ਗਿੱਧਾ ਪਾਉਂਦੀਆਂ ਸਨ ਤੇ ਉਹ ਸਿਰਾਂ ਦੇ ਤੋਂ ਨਾ ਦੁਪੱਟੇ ਲੈਂਦੇ ਸੀ ਨਾਲ ਮੇਰੇ ਮਸੇਰ ਦੀ ਸ਼ਾਦੀ ਸੀ ਤੇ ਮੇਰੀ ਅੰਮੀ ਦੀਆਂ ਜਿਹੜੀਆਂ ਮਾਸੀਆਂ ਸੀ ਨਾ, ਉਹਨਾਂ ਨੇ ਬਕਾਇਦਾ ਗਲੀ 'ਚ ਉਹ ਹੋਣੀਆਂ ਨਾ, ਉਹਨਾਂ ਦੇ ਉੱਪਰ 80-90 ਸਾਲ ਹੋਣੀ ਹੈ, ਤੇ ਬਕਾਇਦਾ ਉਹਨਾਂ ਨੇ ਗਲੀ 'ਚ ਗਿੱਧਾ ਪਾਇਆ ਸੀ। ਹਾਂ, ਔਰ ਇਹਦੇ 'ਚ ਕੋਈ ਬੁਰੀ ਗੱਲ ਨਹੀਂ ਸੀ ਸਮਝੀ ਜਾਂਦੀ, ਇਹਦੀ ਬੁਰਾਈ ਹੈ ਵੀ ਨਹੀਂ। ਪਰ ਤੁਸੀਂ ਗਿੱਧੇ ਨੂੰ ਦੇਖੋ, ਉਹਦੇ 'ਚ ਕੋਈ ਫਜ਼ੂਲੀਅਤ ਨਹੀਂ ਹੈ। ਹਾਂਜੀ, ਮਤਲਬ ਅਸੀਂ ਗੱਲ ਤਾਂ ਫਿਰ ਉਹੀ ਹੋਈ ਨਾ ਕਿ ਅਸੀਂ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨਾ ਉਹਨਾਂ ਨੂੰ ਛੱਡ ਕੇ ਤੇ ਅਸੀਂ ਜਿਹੜਾ ਨਾ ਉਹ ਬਲਕਿ ਉਸ ਤੋਂ ਬਦਤਰ ਚੀਜ਼ਾਂ ਅਸੀਂ ਲੈ ਲਈਆਂ ਨੇ, ਬਦਤਰ ਚੀਜ਼ਾਂ ਅਸੀਂ ਲੈ ਲਈਆਂ ਨੇ। ਜੋ ਤੁਸੀਂ ਗਿੱਧੇ ਦਾ ਮੁਆਜ਼ਨਾ ਕਰ ਲਓ, ਜਿਹੜੀਆਂ ਜਦੀਦ ਫਾਰਮਸ ਜਾ ਰਹੀਆਂ ਨੇ ਡਾਂਸ ਦੀਆਂ, ਮੈਂ ਚੂੰਕਿ ਮੈਨੂੰ ਇੰਟਰਸਟ ਹੈ ਜਾਂ ਮੈਂ ਇਹਨਾਂ ਚੀਜ਼ਾਂ ਨੂੰ ਦੇਖਦੀ ਰਹਿੰਦੀ ਹਾਂ, ਤੇ ਉਹਨਾਂ 'ਚ ਸਭ ਨਾਲ ਤੁਸੀਂ ਗਿੱਧੇ ਵਾਲੀਆਂ ਬੱਚੀਆਂ ਨੂੰ ਖਿਲਾਰੋਗੇ ਤੇ ਉਹ ਤੁਹਾਨੂੰ ਬਹੁਤ ਸੋਭਾ। ਅੱਜ ਕੱਲ੍ਹ ਟਿਕਟਾਕ ਤੇ ਮਤਲਬ ਹਰ ਜਿਹੜਾ ਮੈਂ ਕਹਿੰਦਾ ਕਿ ਇੰਤਹਾਈ ਸ਼ਰੀਫ ਤੋਂ ਲੈ ਕੇ ਤੇ ਇੰਤਹਾਈ ਬਦ ਤਹਿਜ਼ੀਬ ਤੱਕ ਜੋ ਬੱਚੀਆਂ ਕਰਦੀਆਂ ਨੇ, ਜੋ ਖਵਾਤੀਨ ਕਰਦੀਆਂ ਨੇ ਪਈਆਂ, ਅਗਰ ਉਹ ਹੀ ਖਵਾਤੀਨ ਆਪਣੀ ਪੰਜਾਬੀ ਧਰਤੀ ਨਾਲ ਜੁੜੀਆਂ ਹੋਣ, ਆਪਣੇ ਮੇਲੇ ਨਾਲ ਜੁੜੀਆਂ ਹੋਣ, ਆਪਣੇ ਖਾਨਦਾਨ ਨਾਲ ਜੁੜੀਆਂ ਹੋਣ, ਤੇ ਇਹ ਕੋਈ ਪੁਆਇੰਟ ਮੇਰਾ ਜੇ ਕਿ ਕੀ ਅਗਰ ਇਹ ਸਭ ਕੁਝ ਕਰ ਸਕਦੀਆਂ ਨੇ ਤੇ ਉਹ ਬੀਬੀਆਂ ਜਿਹੜੀਆਂ ਨੇ ਉਹ ਗਿੱਧੇ ਦੀ ਸਾਰੀ ਦੁਨੀਆ ਦੇਖ ਰਹੀ ਹੈ। ਹਾਂਜੀ, ਟਿਕਟਾਕ ਸਾਰੀ ਦੁਨੀਆ ਦੇਖ ਰਹੀ ਹੈ। ਅੱਛਾ, ਇੱਕ ਮੈਂ ਹੋਰ ਗੱਲ ਕਹਾਂਗਾ ਕਿ ਟਿਕਟਾਕ ਤੋਂ ਮੈਨੂੰ ਯਾਦ ਆਇਆ ਕਿ ਸਾਡੇ ਲੋਕ ਪੈਸੇ ਕਮਾਉਣ ਵਾਸਤੇ, ਫਾਲੋਅਰ ਵਧਾਉਣ ਵਾਸਤੇ ਕੁਝ ਵੀ ਕਰ ਲੈਂਦੇ ਨੇ। ਕਿ ਪੈਸਾ ਇੰਨਾ ਜ਼ਰੂਰੀ ਹੈ? ਪੈਸਾ ਜ਼ਰੂਰੀ ਕਿਸੇ ਹੱਦ ਤੱਕ ਤੇ ਹੈ ਕਿ ਇਨਸਾਨ ਆਪਣੀਆਂ ਆਸਾਇਸ਼ਾਂ ਵਾਸਤੇ ਕਮਾਉਂਦਾ ਹੈ, ਜ਼ਰੂਰ ਕਮਾਓ, ਜ਼ਰੂਰ ਕਰੋ, ਲੇਕਿਨ ਉਹਦੀ ਇੱਕ ਲਿਮਟ ਹੋਣੀ ਚਾਹੀਦੀ ਹੈ, ਇੱਕ ਹੱਦ ਹੋਣੀ ਚਾਹੀਦੀ ਹੈ, ਉਸ ਤੋਂ ਅੱਗੇ ਨਹੀਂ ਜਾਣਾ ਚਾਹੀਦਾ। ਉਹ ਲਿਮਟ, ਉਹ ਹੱਦ, ਮੇਰਾ ਖਿਆਲ ਹੈ ਫਿਰ ਉੱਥੇ ਅਸੀਂ ਆ ਜਾਵਾਂਗੇ ਕਿ ਅਸੀਂ ਆਪਣਾ ਫੈਮਿਲੀ ਸਿਸਟਮ ਤੋੜ ਦਿੱਤਾ। ਇਹ ਜਿਹੜੀ ਗੱਲ ਹੈ ਨਾ, ਉਹ ਫੈਮਿਲੀ ਸਿਸਟਮ ਮਤਲਬ ਇਹ ਕਦੋਂ ਸ਼ੁਰੂਆਤ ਹੁੰਦੀ ਹੈ ਕਿ ਬੱਚੇ ਨੂੰ ਇਹ ਚੀਜ਼ ਸਮਝਾਈ ਜਾਏ ਕਿ ਪੁੱਤਰ ਜ਼ਿੰਦਗੀ ਦੇ ਵਿੱਚ ਅੱਛਾ ਇਨਸਾਨ ਹੋਣਾ ਵੱਡੀ ਗੱਲ ਹੈ, ਅਮੀਰ ਇਨਸਾਨ ਹੋਣਾ ਵੱਡੀ ਗੱਲ ਨਹੀਂ ਹੈ। ਮੈਂ ਬਹੁਤ ਮਾਜ਼ਰਤ ਨਾਲ ਕਹਾਂਗੀ ਕਿਉਂਕਿ ਮੈਂ ਤਾਲੀਮ ਦੇ ਨਾਲ ਜੁੜੀ ਦੀ ਹਾਂ। ਮੈਂ ਬੜੀ ਦੁੱਖ ਨਾਲ ਇਹ ਗੱਲ ਕਹਿੰਦੀ ਹਾਂ ਕਿ ਇਹ ਬਹੁਤ ਘੱਟ ਮਾਂ ਪਿਓ ਜਿਹੜੇ ਦੱਸਦੇ ਜਿਹੜੇ। ਅੱਛਾ, ਇੱਕ ਰੇਸ ਲੱਗੀ ਦੀ ਹੈ ਨੰਬਰਾਂ ਦੀ, ਤੇ ਨੰਬਰਾਂ ਦੀ ਰੇਸ ਕਿਉਂ? ਨੰਬਰ ਲੈ ਲਓ, ਕਿਸੇ ਵੀ ਤਰ੍ਹਾਂ ਲੈ ਲਓ, ਅਨਫੇਅਰ ਮੀਨਸ ਯੂਜ਼ ਕਰਕੇ ਲੈ ਲਓ, ਬੱਚੇ ਨੂੰ ਕੱਖ ਨਹੀਂ ਆਉਂਦਾ, ਨੰਬਰ ਆਉਣੇ ਚਾਹੀਦੇ ਨੇ। ਔਰ ਉਹ ਕਿਉਂ ਆਉਣੇ ਚਾਹੀਦੇ ਨੇ? ਹਰ ਮਾਂ ਆ ਕੇ ਕਹਿੰਦੀ ਹੈ ਡਾਕਟਰ ਬਣੇ ਜਾਂ ਇੰਜੀਨੀਅਰ ਬਣੇ। ਤੁਸੀਂ ਦੱਸੋ ਮੈਨੂੰ ਕਿ ਇਹ ਕੀ ਚੀਜ਼ ਹੈ? ਕਿਸੇ ਵੀ ਸੋਸਾਇਟੀ 'ਚ ਇੱਕ ਮੁਮਕਿਨ ਹੈ? ਨਹੀਂ, ਹਰਗਿਜ਼ ਵੀ ਨਹੀਂ। ਲੇਕਿਨ ਫਿਰ ਦੌੜ ਲੱਗੀ। ਇਹ ਜ਼ੁਲਮ ਹੈ, ਇਹ ਬੱਚਿਆਂ ਦੇ ਉੱਤੇ ਵੀ ਜ਼ੁਲਮ ਹੈ। ਬੱਚੇ ਦੇ ਜ਼ਿਹਨ 'ਚ ਇਹ ਚੀਜ਼ ਇੰਨੀ ਰਾਸਖ ਕਰ ਦਿੱਤੀ ਜਾਂਦੀ ਪਹਿਲੇ ਤੋਂ ਹੀ ਕਿ ਉਹ ਬੱਚੇ ਨੂੰ ਤੁਸੀਂ ਯਕੀਨ ਕਰੋ, ਅਸੀਂ ਇੱਕ ਡੈਸਕ ਬਣਾਇਆ ਨਾ, ਮੇਰੀਆਂ 2-3 ਲੈਕਚਰਰਸ ਜਿਹੜੀਆਂ ਨੇ ਉਹ ਬੱਚਿਆਂ ਨੂੰ ਬਕਾਇਦਾ ਸਮਝਾਉਂਦੀਆਂ ਨੇ ਕਿ ਪੁੱਤਰ ਤੇਰਾ ਇਹ ਰੁਝਾਨ ਨਜ਼ਰ ਸਾਨੂੰ ਨਹੀਂ ਆਉਂਦਾ ਪਿਆ। ਔਰ ਉਹੀ ਬੱਚੀ ਸਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਉਹ ਕਿਸੇ ਹੋਰ ਸ਼ੋਬੇ 'ਚ ਅਗਰ ਚਲੀ ਜਾਏਗੀ ਤੇ ਉਹ ਮਾਸ਼ਾਅੱਲਾ ਬਹੁਤ ਅੱਛੇ ਨੰਬਰ ਜਾਂ ਬਹੁਤ ਅੱਛਾ ਹੁੰਦਾ ਕਿ ਇਹ ਫਿਰ ਇੱਕ ਵੱਡੀ ਤਾਦਾਦ ਅਸੀਂ ਦੇਖਦੇ ਜੇ ਕਿ FSC ਤੋਂ ਬਾਅਦ ਨੰਬਰ ਕੋਈ ਨਹੀਂ ਆਉਂਦੇ, ਤੇ ਫਿਰ ਰੋਂਦੀਆਂ ਜਿਹੜੀਆਂ ਨੇ ਨਾ ਉਹ ਕਦੀ ਇੱਧਰ ਤੇ ਕਦੀ। ਇਹੋ ਹੀ ਤੁਸੀਂ ਆਪਣੇ ਬੱਚੇ ਨੂੰ ਪਰਮਿਸ਼ਨ ਦਿਓ ਕਿ ਉਹ ਸਟਾਰਟ ਤੋਂ ਉਹਦਾ ਰੁਝਾਨ ਚੈੱਕ ਕਰੋ, ਜ਼ਰੂਰੀ ਨਹੀਂ, ਉਹਨੂੰ ਗਾਈਡ ਜ਼ਰੂਰ ਕਰੋ, ਲੇਕਿਨ ਇੱਕ ਹੱਦ ਤੱਕ। ਅੱਛਾ, ਜਿਹੜੀ ਨੰਬਰਾਂ ਦੀ ਗੇਮ ਹੈ, ਅਸੀਂ ਬੱਚਿਆਂ ਨਾਲ ਇਹ ਵੀ ਤਾਂ ਜ਼ਿਆਦਤੀ ਪੇ ਕਰਨੇ ਨੇ ਕਿ ਅਸੀਂ ਹਰ ਬੱਚੇ ਨੂੰ ਅਫਸਰ ਬਣਾਉਣਾ ਚਾਹੁੰਦੇ ਹਾਂ। ਉੱਥੇ ਹੀ ਪੈਸਾ ਇਨਵੋਲਵ ਹੈ। ਹਰ ਬੱਚਾ ਅਫਸਰ ਬਣ ਜਾਏਗਾ ਤੇ ਕੰਮ ਕਿਹਨਾਂ ਖੜੇ ਕਰ ਰਹੇ ਨੇ? ਪਲੰਬਰ ਕੌਣ ਬਣੇਗਾ? ਮਕੈਨਿਕ ਕੌਣ ਬਣੇਗਾ? ਇਹ ਇੱਕ ਦਫਾ ਨਾ ਬਹੁਤ ਪਹਿਲੇ ਜਦੋਂ ਅਸੀਂ ਹਾਲੇ ਯੂਨੀਵਰਸਿਟੀ ਪੜ੍ਹਦੇ ਸੀ ਤੇ ਇਸ਼ਫਾਕ ਸਾਹਿਬ ਆਏ ਸਨ ਤੇ ਉਹਨਾਂ ਨੇ ਇਸ ਚੀਜ਼ ਨੂੰ ਬਹੁਤ ਫੀਲ ਕੀਤਾ ਸੀ ਤੇ ਉਹਨਾਂ ਨੇ ਇਸ ਚੀਜ਼ ਨੂੰ ਡਿਸਕਸ ਕੀਤਾ ਸੀ ਕਿ ਇਹਦੇ ਤੇ ਪਲੈਨਿੰਗ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਮੈਂ ਦੇਖਿਆ ਸੀ ਕਿ ਜਿਹੜੇ ਸਾਡੇ ਟੈਪਟਾ ਦੇ ਸਦਰ ਨੇ ਜ਼ੁਲਫਕਾਰ ਚੀਮਾ ਸਾਹਿਬ, ਉਹਨਾਂ ਦੇ ਮੈਂ 1-2 ਆਰਟੀਕਲਸ ਪੜ੍ਹੇ ਸਨ ਕਿ ਉਹਨਾਂ ਨੇ ਵੀ ਇਹਦੇ ਉੱਤੇ ਕੰਮ ਕੀਤਾ ਕਿ ਲੋਕਾਂ ਨੂੰ ਸਕਿੱਲ ਦੀ ਤਰਫ ਲੈ ਕੇ ਆਓ। ਉਹ ਅਤੀਕ ਬਾਈ ਉਦੋਂ ਹੀ ਮੁਮਕਿਨ ਹੈ ਜਦੋਂ ਅਸੀਂ ਆਪਣੇ ਕਾਰਪੈਂਟਰ ਨੂੰ ਇੱਜ਼ਤ ਦਿਆਂਗੇ, ਜਦੋਂ ਅਸੀਂ ਆਪਣੇ ਬਾਵਰਚੀ ਨੂੰ ਇੱਜ਼ਤ ਦਿਆਂਗੇ, ਜਦੋਂ ਅਸੀਂ ਆਪਣੇ ਨਾਈ ਨੂੰ ਇੱਜ਼ਤ ਦਿਆਂਗੇ। ਔਰ ਉਹਦੇ ਲਈ ਮੈਨੂੰ ਉਹਨਾਂ ਦੀ ਸੁਜੈਸ਼ਨ ਉਦੋਂ ਬਹੁਤ ਅੱਛੀ ਲੱਗੀ ਸੀ। ਮਾਸਟਰ ਉਹ ਕਹਿੰਦੇ ਸਨ ਇੱਕ ਛੋਟਾ ਜਿਹਾ ਡਿਪਲੋਮਾ ਰੱਖ ਦਿਓ, ਇੱਕ ਛੋਟਾ ਜਿਹਾ ਡਿਪਲੋਮਾ ਰੱਖ ਦਿਓ। ਇੱਕ ਤੇ ਅੰਗਰੇਜ਼ੀ ਜਾਣ ਨਹੀਂ ਛੱਡਦੀ ਪਈ, ਤੁਹਾਡੀ ਇੱਕ ਬਹੁਤ ਵੱਡੀ ਤਾਦਾਦ ਅੰਗਰੇਜ਼ੀ ਦੀ ਵਜ੍ਹਾ ਤੋਂ ਫੇਲ ਹੁੰਦੀ ਹੈ FA 'ਚ ਤੇ BA 'ਚ। ਠੀਕ ਹੈ, ਜਿਹੜੇ ਬੰਦੇ ਨੇ ਇੰਜ ਦਾ ਕੰਮ ਕਰਨਾ ਹੈ ਉਹਨੂੰ ਰੁਝਾਨ ਦਿਖਾਓ, ਉਹਦੀ ਅੰਗਰੇਜ਼ੀ ਉਹਨੂੰ ਪੜ੍ਹਾਉਣ ਦੀ ਕੋਈ ਲੋੜ ਨਹੀਂ ਮੇਰੇ ਜਿਹੜੀ ਹੈ ਨਾ। ਔਰ ਉਹਨੂੰ ਇਹ ਚੀਜ਼ ਦੱਸੋ, ਉਹਦੇ ਲਈ ਇੱਕ ਛੋਟਾ ਜਿਹਾ ਡਿਪਲੋਮਾ ਰੱਖ ਦਿਓ। ਜਿਹੜਾ ਵੀ ਕਾਰਪੈਂਟਰ ਹੈ ਉਹ ਇੱਕ ਡਿਪਲੋਮਾ ਕਰ ਲੇ ਆਪਣੀ ਸਕਿੱਲ ਦੇ ਮੁਤਾਬਿਕ, ਉਸ ਤੋਂ ਬਾਅਦ ਉਹਨੂੰ ਇੱਕ ਡਿਗਰੀ ਅਵਾਰਡ ਹੋਏ। ਉਹ ਆਪਣੇ ਆਪ ਨੂੰ ਡਿਗਰੀ ਯਾਫਤਾ ਜਦੋਂ ਸਮਝੇਗਾ ਨਾ ਤੇ ਉਹ ਇੱਕ ਇੱਜ਼ਤ ਫੀਲ ਕਰੇਗਾ। ਫਿਰ ਉਹਨੂੰ ਰਿਸ਼ਤਾ ਵੀ ਦੇਣ ਲੱਗਿਆ ਕੋਈ ਨਹੀਂ ਪੁੱਛੇਗਾ ਕਿ ਜੀ ਤੁਸੀਂ ਦੱਸੋ ਜੀ ਮੈਟ੍ਰਿਕ BA ਜੀ ਨਹੀਂ ਜੀ, ਮੁੰਡੇ ਨੇ MA ਕੀਤਾ ਹੋਏ, ਮੁੰਡਾ ਭਾਵੇਂ ਕੱਖ ਨਾ ਕਰਦਾ ਹੋਏ,
ਉਹਦੀ ਨਿਸਬਤ ਇੱਕ ਕਾਰਪੈਂਟਰ ਮੁੰਡਾ ਜਿਹੜਾ ਉਹ ਮਾਸ਼ਾਅੱਲਾ ਭਾਵੇਂ ਮਹੀਨੇ ਦੇ ਜਿਹੜੇ ਨੇ ਉਹ ਲੱਖ ਕਮਾ ਕੇ ਬੈਠਾ ਹੋਏ, ਉਹ ਤੁਹਾਨੂੰ ਲੱਗਦਾ ਨਹੀਂ ਜੀ ਇਹ ਜਾਹਿਲ। ਇਸ ਚੀਜ਼ ਨੂੰ ਵੀ ਮਾਸ਼ਾਅੱਲਾ ਚੋਂ ਮਾਈਂਡ ਸੈਟ ਬਦਲਣ ਦੀ ਜ਼ਰੂਰਤ ਸਾਨੂੰ ਹੈ ਕਿ ਹਰ ਬੰਦਾ ਅਫਸਰ ਨਹੀਂ ਬਣਨਾ, ਹਰ ਬੰਦਾ ਅਫਸਰ ਨਹੀਂ ਬਣ ਸਕਦਾ। ਕਿਸੇ ਨੇ ਫੈਕਟਰੀ ਲਾਣੀ ਹੈ, ਕਿਸੇ ਨੇ ਤਾਂ ਮਜ਼ਦੂਰੀ ਕਰਨੀ ਹੈ। ਕਿਸਾਨ ਦੇਖੋ ਨਾ ਸਾਡੇ, ਮੈਨੂੰ ਖੇਤ ਖਤਮ ਹੋਣ ਤੇ ਅਤੀਕ ਬਾਈ ਬਹੁਤ ਬੜੇ ਵੱਡੇ ਦੁੱਖ ਦੀ ਗੱਲ ਹੈ ਕਿ ਸਾਡਾ ਮੁਲਕ ਜਿਹਨੂੰ ਅਸੀਂ ਜ਼ਰੀ ਮੁਲਕ ਪੜ੍ਹਦੇ ਲਿਖਦੇ ਆਏ ਹਾਂ, ਇਹ ਹੁਣ ਸਾਨੂੰ ਕਦਾ ਕਣਕ ਰੋਸ ਮੰਗਾਉਣੀ ਪੈਂਦੀ ਹੈ, ਕਦਾ ਆਸਟ੍ਰੇਲੀਆ ਮੰਗਾਉਣੀ ਪੈਂਦੀ ਹੈ। ਜ਼ਮੀਨਾਂ ਸਾਡੀਆਂ ਨੂੰ ਹਾਊਸਿੰਗ ਸੁਸਾਇਟੀਆਂ ਜਿਹੜੀਆਂ ਨੇ ਉਹ ਖਾ ਰਹੀਆਂ ਨੇ। ਤੇ ਕਿਸੇ ਬੰਦੇ ਨੂੰ, ਸਾਡੇ ਬੜੇ ਬੜੇ ਸਿਆਣੇ ਬੰਦੇ ਨੇ, ਸਾਡੀਆਂ ਹਰ ਤਰ੍ਹਾਂ ਦੇ ਸਿਆਣੇ ਹੋਣ ਦੇ ਬਾਵਜੂਦ ਕਿਸੇ ਨੂੰ ਫਿਕਰ ਨਹੀਂ ਹੈਗੀ। ਮੈਨੂੰ ਇੰਨੀ ਕੁ ਤਕਲੀਫ ਹੁੰਦੀ ਹੈ, ਇੱਥੋਂ ਮੈਂ ਪਸਰੂਰ ਜਾਂਦੀ ਹਾਂ, ਪਸਰੂਰ ਵਾਪਸ ਆਉਂਦੀ ਹਾਂ, ਮੇਰਾ ਹਾਲ ਰਸਤੇ 'ਚ ਚੰਦ ਇੱਕ ਜਗ੍ਹਾ ਦੇ ਉੱਤੇ ਥੋੜ੍ਹੇ ਕੁ ਜਿਹੇ ਖੇਤ ਆਉਂਦੇ ਨੇ ਥਰੂ ਆਊਟ ਆਬਾਦੀ। ਔਰ ਇਹ ਕਿਸੇ ਜ਼ਮਾਨੇ 'ਚ ਇਹ ਹੁੰਦਾ ਸੀ ਕਿ ਤਾਂ ਹੱਦੇ ਨਿਗਾਹ ਜਿਹਨੂੰ ਅਸੀਂ ਕਹਿੰਦੇ ਹਾਂ ਉਰਦੂ 'ਚ, ਉਹ ਖੇਤ ਹੀ ਖੇਤ ਹੁੰਦੇ ਸੀ। ਔਰ ਵੇਖ ਕੇ ਹਰਿਆਲੀ ਵੇਖ ਕੇ ਬੰਦੇ ਨੂੰ ਇੱਕ ਸਕੂਨ ਮਿਲਦਾ ਸੀ। ਲੇਕਿਨ ਮੈਂ ਤੁਹਾਡੇ ਵਾਲੀ ਗੱਲ, ਮੈਨੂੰ ਹੈਰਤ ਹੈ ਸਾਡਾ ਪਲੈਨਿੰਗ ਦਾ ਮਹਿਕਮਾ ਕਿੱਥੇ। ਅੱਛਾ, ਤੁਸੀਂ ਕਿਉਂਕਿ ਇੱਕ ਟੀਚਰ ਹੋ, ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ, ਅੱਜ ਦੇ ਦੌਰ ਦੇ ਵਿੱਚ ਇੱਕ ਬੜਾ ਵੱਡਾ ਅਲਮੀਆ ਹੈ ਕਿ ਜਿਹੜੀਆਂ ਬੱਚੀਆਂ ਪੜ੍ਹ ਜਾਂਦੀਆਂ ਨੇ ਜੀ, ਉਹ ਇੱਕ ਤਾਂ ਪੜ੍ਹਨ ਤੋਂ ਬਾਅਦ 80% 70% ਜੌਬ ਨਹੀਂ ਕਰਦੀਆਂ। ਹਾਂਜੀ। ਦੂਸਰੀ ਗੱਲ ਹੈ ਕਿ ਪੜ੍ਹੀਆਂ ਲਿਖੀਆਂ ਬੱਚੀਆਂ ਦੀਆਂ ਸ਼ਾਦੀਆਂ ਮੁਸ਼ਕਲਾਂ ਦੇ ਸ਼ਿਕਾਰ ਹੋ ਰਹੀਆਂ ਨੇ। ਬਿਲਕੁਲ। ਕਿਆ ਉਹਨਾਂ ਨੂੰ ਉਹ ਸਮਝਦੀਆਂ ਨੇ ਕਿ ਉਹਨਾਂ ਨੂੰ ਰਿਸ਼ਤਾ ਉਹਨਾਂ ਤੋਂ ਅੱਛਾ ਲੱਭਣਾ ਚਾਹੀਦਾ। ਬੱਚਾ ਪੜ੍ਹਿਆ ਵੀ ਹੈ, ਉਹਦਾ ਘਰ ਵੀ ਹੈਗਾ, ਉਹਦੀ ਫੈਕਟਰੀ ਵੀ ਹੈਗਾ। ਅਤੇ ਇਹ ਜਿਹੜੀ ਸੋਚ ਹੈ, ਇਹ ਬਹੁਤ ਸਾਰੀਆਂ ਬੱਚੀਆਂ ਦੀ ਉਮਰ ਸ਼ਾਦੀ ਤੋਂ ਲੰਘਦੀ ਜਾ ਰਹੀ ਹੈ ਜੀ। ਇਹਦੇ ਤਾਂ ਵੀ ਤੁਹਾਡੀ ਨਜ਼ਰ ਹੈ? ਜੀ ਬਿਲਕੁਲ। ਮੈਂ ਇਸ ਚੀਜ਼ ਨੂੰ ਪ੍ਰੈਕਟੀਕਲੀ ਆਪਣੇ ਇਰਦ ਗਿਰਦ ਬਹੁਤ ਜ਼ਿਆਦਾ ਦੇਖ ਰਹੀ ਹਾਂ ਔਰ ਇਸ ਸੋਚ ਨੂੰ ਵੀ ਬਦਲਣ ਦੀ ਜ਼ਰੂਰਤ ਹੈ। ਕਿਉਂਕਿ ਮੈਂ ਇੱਕ ਸਿੰਪਲ ਜਿਹੀ ਗੱਲ ਜਾਣਨੀ ਆ, ਉਹ ਵੀ ਆਪਣੇ ਬਜ਼ੁਰਗਾਂ ਤੋਂ ਹੀ ਅਸੀਂ ਦੇਖੀਏ ਕਿ ਤਾਲੀਮ ਜਿਹੜੀ ਹੈ ਨਾ, ਉਹ ਮਿਆਰ ਨਹੀਂ ਹੈ ਕਿਸੇ ਦੇ ਅੱਛੇ ਹੋਣ ਦੀ ਜਾਂ ਬੁਰੇ ਹੋਣ ਦੀ। ਮੈਂ ਬੜੇ ਬੜੇ ਪੜ੍ਹੇ ਲਿਖਿਆਂ ਨੂੰ ਮਾਜ਼ਰਤ ਦੇ ਨਾਲ ਬੜੇ ਮੈਂ ਤੁਹਾਡੀ ਇਸੇ ਗੱਲ ਤੋਂ ਗੱਲ ਹੋਰ ਕਰਾਂਗਾ ਕਿ ਇੱਕ ਬੰਦਾ ਮਰਦ ਹੈ ਨਾ, ਉਹ ਡਾਕਟਰ ਹੋਵੇ ਨਾ, PhD ਕੀਤਾ, 15 MA ਵੀ ਕੀਤੇ ਨੇ, 50 ਕਿਤਾਬਾਂ ਦਾ ਲਿਖਾ ਰਹੀ ਹੈ, ਉਹ ਇੱਕ ਸੋਹਣੀ ਕੁੜੀ ਦੇਖ ਕੇ, ਅਲਰ ਮੁਟਿਆਰ ਦੇਖ ਕੇ ਵਿਆਹ ਕਰ ਲੈਂਦਾ ਜੀ ਜੀ, ਠੀਕ ਹੈ ਜੀ। ਲੇਕਿਨ ਜਦੋਂ ਕੋਈ ਲੜਕੀ ਹੈ, ਉਹ BA ਕਰ ਜਾਂਦੀ ਹੈ, MA ਕਰ ਜਾਂਦੀ ਹੈ, ਮੁੰਡਾ ਜਿੰਨਾ ਮਰਜ਼ੀ ਸੋਹਣਾ ਹੋਵੇ, ਕਾਰੋਬਾਰ ਹੋਵੇ, ਉਹ ਕਹਿੰਦੀ ਨਹੀਂ ਜੀ ਮੇਰੇ ਤੋਂ ਪੜ੍ਹਿਆ ਘੱਟ ਹੈ। ਇਹ ਬਿਲਕੁਲ ਇਹ ਉਂਝ ਹੀ ਹੈ। ਬਿਲਕੁਲ ਜਿਸ ਤਰ੍ਹਾਂ ਮੁੰਡੇ ਵਾਸਤੇ ਤਾਂ ਤੁਸੀਂ ਕੁੜੀ ਜਿਹੜੀ ਉਹ 10 ਸਾਲ ਨਿੱਕੀ ਵੀ ਹੋਏ, 12 ਸਾਲ ਨਿੱਕੀ ਵੀ ਹੋਏ, ਤੇ ਮਾਵਾਂ ਕਹਿੰਦੀਆਂ ਨੇ ਪੜ੍ਹੀ ਲਿਖੀ ਵੀ ਹੋਏ ਤੇ ਨਿੱਕੀ ਵੀ ਹੋਏ। ਇਹ ਕਿਸ ਤਰ੍ਹਾਂ ਤੇ ਉਧਰੋਂ ਜਿਹੜਾ ਵਾ ਕਿ ਲੜਕਾ ਜਿਹੜਾ ਵਾ ਉਹ ਚੰਦ ਸਾਲ ਵੀ ਅਗਰ ਛੋਟਾ ਨਿਕਲ ਆਏ ਤੇ ਉਹ ਕੋਈ ਰਿਸ਼ਤਾ ਕਰਨ ਲਈ ਤਿਆਰ ਨਹੀਂ ਹੁੰਦਾ। ਲੜਕੇ ਦੀ ਮਾਂ ਜਿਹੜੀ ਉਹ ਕਹਿੰਦੀ ਇਹ ਤੇ ਕੁੜੀ 3 ਮਹੀਨੇ ਵੱਡੀ ਹੈ, ਮੈਂ ਹਿਸਾਬ ਲਾਇਆ। ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਜੀ ਬਕਾਇਦਾ ਅਸੀਂ ਚੂੰਕਿ ਤਲੀਮੀ ਅਦਾਰਿਆਂ 'ਚ ਬੈਠੇ ਦੇ ਲੋਕੀ ਆ ਕੇ ਉੱਥੋਂ ਹੱਦ ਹੋਈ ਮੁੱਕੀ ਪਈ ਹੈ ਕਿ ਉੱਥੋਂ ਆ ਕੇ ਕਨਫਰਮ ਕੀਤਾ ਜਾਂਦਾ ਕਿ ਜੀ ਬੱਚੀ ਦੀ ਏਜ ਕੀ। ਔਰ ਇਹ ਵੀ ਡਿਫਰੈਂਸ ਹੋ ਗਈ। ਵੈਸੇ ਪਤਾ ਨਹੀਂ ਬੋਲੀ ਯਾਦ ਆ ਗਈ ਹੈ ਕਿ ਤਾਰਾਂ 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 ਆਸਿਆਂ ਦੀ ਪੰਡ ਖੁੱਲ ਜਾਂਦੀ, ਰਲ ਬਹਿੰਦੀਆਂ ਜਦ ਮੁਟਿਆਰਾਂ। ਤੇ ਇਹ ਮੁਟਿਆਰਾਂ ਹੁਣ ਰਲ ਕੇ ਨਹੀਂ ਬਹਿੰਦੀਆਂ ਵੀ, ਘਰਾਂ ਦੇ ਕਮਰੇ 'ਚ ਮੋਬਾਇਲ ਲੈ ਕੇ ਤੇ ਗਾਇਬ ਹੋ ਗਈਆਂ। ਤੇ ਮੋਬਾਇਲ ਤੋਂ ਪਤਾ ਲੱਗਦਾ ਕਿ ਜ਼ਰੂਰੀ ਨਹੀਂ ਸੀ ਕਿ ਚਰਖੇ ਕੱਤੇ ਜਾਂਦੇ, ਜ਼ਰੂਰੀ ਨਹੀਂ ਸੀ ਚੱਕੀਆਂ ਪੀਸੀਆਂ ਜਾਂਦੀਆਂ ਸੀ, ਰੋਟੀਆਂ ਇਕੱਠੀਆਂ ਲਾਉਂਦੀਆਂ ਸੀ ਤੰਦੂਰ ਤੇ ਇਕੱਠੀਆਂ ਰੋਟੀਆਂ। ਚਲੋ ਠੀਕ ਹੈ, ਇਹ ਚੀਜ਼ਾਂ ਜਿੱਦਤ ਦੇ ਨਾਲ ਖਤਮ ਹੋ ਗਈਆਂ। ਲੇਕਿਨ ਬਹਿਣ ਦਾ ਤਸੱਵਰ ਜਿਹੜਾ ਨਾ, ਇਕੱਠੇ ਬਹਿਣ ਦਾ ਤਸੱਵਰ ਘਰਾਂ 'ਚੋਂ ਵੀ ਮੁੱਕਦਾ ਜਾ ਰਿਹਾ। ਇਕੱਠੇ ਭੈਣ ਭਰਾ ਕੋਲ ਬੈਠੇ ਤੇ ਜਿਹੜੇ ਨੇ ਨਾ, ਉਹ ਫੋਨ ਦੇ ਉੱਤੇ ਲੱਗੇ ਹੋਣਗੇ ਤੇ ਉਹਨਾਂ ਨੂੰ ਇੱਕ ਦੂਜੇ ਦਾ ਪਤਾ। ਤੁਹਾਡੇ ਨਾਲ ਸਮਾਜੀ ਰਵੱਈਆਂ ਤੇ ਅਸੀਂ ਜਿੰਨੀ ਦੇਰ ਵੀ ਗੱਲ ਕਰਦੇ ਰਹੀਏ ਨਾ, ਮੁੱਕਣੀ ਨਹੀਂ ਹੈਗੀ। ਸਾਨੂੰ ਉਮੀਦ ਹੈ ਕਿ ਇੰਸ਼ਾਅੱਲਾ ਅਸੀਂ ਦੋ ਤਿੰਨ ਤੁਹਾਡਾ ਸੈਸ਼ਨ ਹੋਰ ਕਰਾਂਗੇ। ਤੁਹਾਡੀ ਸ਼ਾਇਰੀ ਜਿਹੜੀ ਹੈ ਨਾ, ਤੁਸੀਂ ਉਰਦੂ ਸ਼ਾਇਰੀ ਵੀ ਕਰਦੇ ਹੋ, ਪੰਜਾਬੀ ਵੀ, ਤੁਸੀਂ ਕਹਾਣੀ ਵੀ ਲਿਖਦੇ ਹੋ। ਤੁਹਾਡੇ ਜਿਹੜੇ ਨਾ ਉਹ ਕਹਾਣੀ ਦੇ ਵੀ ਅੰਦਾਜ਼, ਉਹਦੇ ਵਿੱਚ ਵੀ ਪੂਰਾ ਪੰਜਾਬ ਦਿਸਦਾ ਹੈ। ਤੁਸੀਂ ਨਾਇਲਾ ਰਿਆਜ਼ ਭੱਟ ਖੁਦ ਨੂੰ ਇੱਕ ਅੱਛੀ ਟੀਚਰ ਸਮਝਦੀ ਹੈ ਕਿ ਇੱਕ ਅੱਛੀ ਲਿਖਾਰੀ ਸਮਝਦੀ ਹੈ, ਜਾਂ ਤੁਸੀਂ ਕੀ ਸਮਝਦੇ ਹੋ ਆਪਣੇ ਆਪ ਨੂੰ? ਜੀ ਹਾਲੇ ਤੱਕ ਤੇ ਮੈਂ, ਪਹਿਲਾ ਸ਼ੌਕ ਜਿਹੜਾ ਉਹ ਕੀ ਹੈ? ਹਾਲੇ ਤੱਕ ਤੇ ਮੈਂ ਉਸਤਾਦ ਹੋਣ ਦੇ ਉੱਤੇ, ਕਿਉਂਕਿ ਮੇਰੀਆਂ ਸ਼ਾਗਿਰਦਾਂ ਅਲਹਮਦੁਲਿਲਾ ਜਦੋਂ ਮੈਂ ਉਹਨਾਂ ਨੂੰ ਬਹੁਤ ਅੱਛੇ ਮੁਕਾਮ ਤੇ ਦੇਖ ਰਹੀ ਹਾਂ ਜਾਂ ਕਰ ਰਹੀ ਹਾਂ, ਤੇ ਫਿਰ ਫਖਰ ਮਹਿਸੂਸ ਹੁੰਦਾ ਕਿ ਅੱਛਾ ਕੁਛ ਕੀਤਾ ਹੈ। ਤੇ ਕਿਉਂਕਿ ਸ਼ਾਇਰੀ 'ਚ ਤੇ ਲਿਖਣ 'ਚ ਹਾਲੇ ਕੋਈ ਐਡਾ ਕੋਈ ਕੀਤਾ ਨਹੀਂ ਹੈ। ਹਾਂਜੀ, ਮੈਂ ਕਿਉਂਕਿ ਮੈਂ ਸਮਝਦੀ ਹਾਂ ਕਿ ਮੈਂ ਜਿਹੜਾ ਟਾਈਮ ਗੁਜ਼ਰ ਰਿਹਾ ਹੋਟਲਾਂ ਤੇ ਖਾਣੇ ਖਾਣ 'ਚ, ਨਹੀਂ ਮੈਂ ਕਾਲਜ ਨੂੰ ਟਾਈਮ ਦੇਣਾ ਮੈਨੂੰ ਅੱਛਾ ਲੱਗਦਾ। ਮੈਨੂੰ ਇਹ ਚੀਜ਼ ਹਮੇਸ਼ਾ ਤੋਂ ਸ਼ੁਰੂ ਤੋਂ ਇਹ ਹੈ ਕਿ ਨਹੀਂ, ਜਿੱਥੋਂ ਮੈਨੂੰ ਰਿਸਕ ਮਿਲ ਰਿਹਾ, ਸੱਚੀ ਜਿਹੜੀ ਗੱਲ, ਜਿੱਥੋਂ ਮੈਨੂੰ ਰਿਸਕ ਮਿਲ ਰਿਹਾ, ਮੈਨੂੰ ਉਹਦੇ ਨਾਲ ਮੈਂ ਆਪਣੇ ਉਸਤਾਦਾਂ ਨੂੰ ਵੀ ਇਹ ਕਹਿੰਦੀ ਕਿ ਉਹਦੇ ਨਾਲ ਬੇਇਨਸਾਫੀ ਨਹੀਂ ਕਰਨੀ।
ਅੱਛਾ, ਤੁਹਾਨੂੰ ਸ਼ੌਕ ਹੈ, ਤੁਸੀਂ ਘੁੰਮਦੇ ਫਿਰਦੇ ਵੀ ਹੋ ਜੀ। ਹਾਂਜੀ। ਜਦੋਂ ਤੁਸੀਂ ਘੁੰਮਦੇ ਫਿਰਦੇ ਹੋ, ਤੁਹਾਡੇ ਬਹੁਤ ਘੱਟ ਲੋਕ ਨੇ ਕਿ ਜਿਹੜੇ ਸਿਰਫ ਜ਼ਿਆਦਾ ਲੋਕ ਜਿਹੜੇ ਸਿਰਫ ਪਹਾੜ ਦੇਖ ਕੇ ਆ ਜਾਂਦੇ ਨੇ। ਹਾਂਜੀ। ਤੁਸੀਂ ਜਾਂਦੇ ਹੋ, ਤੁਸੀਂ ਉੱਥੇ ਬਾਰੇ ਹੋਟਲਾਂ ਦੇ ਬਾਰੇ ਲਿਖਦੇ ਹੋ, ਰਸਤਿਆਂ ਦੇ ਬਾਰੇ ਲਿਖਦੇ ਹੋ, ਉੱਥੇ ਮੁਕਾਮੀ ਲੋਕਾਂ ਦੇ ਬਾਰੇ ਵੀ ਲਿਖਦੇ ਹੋ। ਹਾਂਜੀ। ਇਹ ਸਿਆਹਤ ਦੇ ਵਾਸਤੇ ਕਿੰਨਾ ਕੁ ਜ਼ਰੂਰੀ ਹੈ? ਅਸਲ 'ਚ ਤੁਹਾਨੂੰ ਮੈਂ ਦੱਸਾਂ ਕਿ ਸਿਆਹਤ ਵਾਕਈ ਮੇਰਾ ਸ਼ੌਕ ਨਹੀਂ ਸੀ, ਉਹ ਕਿਉਂਕਿ ਮੇਰੇ ਮੀਆਂ ਸਾਹਿਬ ਦਾ ਸ਼ੌਕ ਹੈ ਤੇ ਮੈਨੂੰ ਉਹ ਫਿਰ ਨਾਲ ਜਾਣਾ ਪੈਂਦਾ, ਬਲਕਿ ਨਾਰਾਜ਼ ਹੁੰਦੇ ਨੇ ਕਿ ਮੈਂ ਅਕਸਰ ਹੀ ਉਹਨਾਂ ਦੇ ਪ੍ਰੋਗਰਾਮ ਮੇਰੀ ਵਜ੍ਹਾ ਤੋਂ ਰਹਿੰਦੇ ਨੇ। ਤੇ ਉਹ ਫਿਰ ਜਦੋਂ ਮੈਂ ਜਾਣੀ ਆ ਤੇ ਮੇਰੇ ਲਈ ਚੂੰਕਿ ਉਹ ਚੀਜ਼ ਮੈਨੂੰ ਉਹ ਚੀਜ਼ਾਂ ਅਟਰੈਕਟ ਕਰਦੀਆਂ ਨੇ ਕਿ ਉੱਥੋਂ ਦੀ ਰਹਿਣ ਸਹਿਣ ਕੀ ਹੈ। ਮੈਂ ਤਾਂ ਇਹ ਕਹਿਣਾ ਕਿ ਪੰਜਾਬੀ ਸਾਨੂੰ ਸਾਡੀ ਰਹਿਤਲ ਸੋਹਣੀ ਲੱਗਦੀ ਹੈ, ਉਹ ਵੀ ਬਹੁਤ ਖੂਬਸੂਰਤ ਹੈ ਉਹਨਾਂ ਨੂੰ। ਔਰ ਤੁਸੀਂ ਦੇਖੋ ਸਿੰਧੀ ਆਪਣੀ ਜ਼ੁਬਾਨ 'ਚ ਜਿੰਨੇ ਬੋਰਡ ਨੇ ਉਹ ਸਭ ਸਿੰਧੀ 'ਚ ਨੇ। ਬਲੋਚਿਸਤਾਨ ਤੁਸੀਂ ਤੁਰ ਜਾਓ, ਤੁਹਾਨੂੰ ਕੋਈ ਵੀ ਬੰਦਾ ਜਿਹੜਾ ਨਾ ਰਾਹ ਰਸਤੇ 'ਚ ਤੁਹਾਡੇ ਨਾਲ ਉਹ ਆਪਸ 'ਚ ਤੁਹਾਨੂੰ ਉਹ ਬੋਲਦਾ ਨਜ਼ਰ ਨਹੀਂ ਆਉਂਦਾ ਉਰਦੂ। ਉਹ ਬਲੋਚੀ 'ਚ ਹੀ ਗੱਲ ਕਰਦੇ ਨਜ਼ਰ ਆਉਣਗੇ, ਬਰਾਵੀ 'ਚ ਗੱਲ ਕਰਦੇ ਨਜ਼ਰ ਆਉਣਗੇ, ਪਸ਼ਤੂਨ ਨੇ। ਤੇ ਇੱਥੇ ਤੁਸੀਂ ਆਪਣੇ ਈਵਨ ਦੈਨ ਪੰਜਾਬ 'ਚ ਤੁਸੀਂ ਦੇਖ ਲਓ, ਮੇਰੇ ਦੇਵਰ ਹਾਂਜੀ ਨਾਨ ਵਾਲੇ ਮੇਰੇ ਦੇਵਰ ਇੱਥੋਂ ਤੱਕ ਕਹਿੰਦੇ ਨੇ ਕਿ ਨਾਨ ਵਾਲੇ ਪਠਾਨ ਜਿਹੜੇ ਨੇ ਅਸੀਂ ਉਹਨਾਂ ਨਾਲ ਉਹ ਸਾਨੂੰ ਉਰਦੂ 'ਚ ਕਹਿ ਦੇਣਗੇ ਕਿੰਨੇ ਨਾਨ ਚਾਹੀਦੇ, ਲੇਕਿਨ ਉਹਦੇ ਕੋਲ ਜਿਹੜਾ ਉਹਦਾ ਭਾਈ ਬੈਠਾ ਉਹਦੇ ਨਾਲ ਕਦੀ ਨਹੀਂ ਉਹ ਉਰਦੂ 'ਚ ਗੱਲ ਕਰਨਗੇ, ਪੰਜਾਬੀ 'ਚ ਗੱਲ ਕਰਨਗੇ, ਉਹਦੇ ਪਠਾਨ ਪਖਤੂਨ 'ਚ ਗੱਲ ਕਰਨਗੇ ਜਾਂ ਪਸ਼ਤੋ 'ਚ ਗੱਲ ਕਰਨਗੇ। ਤੇ ਇਹ ਚੀਜ਼ ਪੰਜਾਬੀਆਂ 'ਚ ਨਹੀਂ ਹੈਗੀ। ਤੇ ਫਿਰ ਇਹ ਚੀਜ਼ਾਂ ਮੈਂ ਸਾਰੀਆਂ ਨੋਟ ਕਰਦੀਆਂ ਰਹਿਤਲ ਦੀਆਂ। ਮੈਂ ਗੱਲ ਕਰ ਰਿਹਾ ਸੀ ਸਿਆਹਤ ਦੇ ਵੱਲ ਨਾਲ, ਸਾਡੇ ਲੋਕ ਬਹੁਤ ਸਾਰੇ ਸਿਆਹਤ ਦਾ ਮਫਹੂਮ ਸਮਝਦੇ ਨਹੀਂ ਹੈ ਮੇਰੇ ਖਿਆਲ 'ਚ। ਉਹ ਨਿਕਲਦੇ ਘਰੋਂ 4 ਦਿਨ ਕਿ ਮਰੀ ਚਲੀਏ। ਤੇ ਮੇਰੀ ਫਰੈਂਡ ਇੱਕ ਜਿਹੜੀ ਇਸ ਵੇਲੇ ਕਸ਼ਮੀਰ ਟੂਰਿਜ਼ਮ ਦੀ ਮਾਸ਼ਾਅੱਲਾ ਸੈਕਟਰੀ, ਤੇ ਉਹਨੂੰ ਕਸ਼ਮੀਰ ਦੇ ਵਾਲੇ ਨਾ ਉਹਨੂੰ ਸ਼ਿਕਵਾ ਹੀ ਤੁਹਾਡੇ ਵਾਲੀ ਗੱਲ ਹੈ। ਉਹ ਆਉਂਦੇ ਨੇ ਲੋਕੀ ਆਉਂਦੇ ਹੀ ਸਿਰਫ ਜਿਹੜੇ ਨੇ ਨਾ ਆਉਂਦਿਆਂ ਹੀ ਦੇਜ ਕੇ ਖੋਲ ਕੇ ਤੇ ਬਸ ਖਾਣ ਬਹਿ ਜਾਂਦੇ ਨੇ। ਯਾਨੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਉਹਨਾਂ ਨੂੰ ਸਿਆਹਤ ਦੇ ਸਹੀ ਮਫਹੂਮ ਦਾ ਨਹੀਂ ਪਤਾ। ਔਰ ਅਸਲ ਇਹੋ ਹੀ ਹੈ ਕਿ ਤੁਸੀਂ ਉੱਥੇ ਜਾ ਕੇ ਉਹਨਾਂ ਲੋਕਾਂ ਨੂੰ ਦੇਖੋ, ਉਹਨਾਂ ਦਾ ਖਾਣਾ ਖਾਓ। ਔਰ ਬਿਲਕੁਲ ਉਹ ਇਹੀ ਕਹਿੰਦੀ ਹੈ ਤੁਸੀਂ ਕਸ਼ਮੀਰ ਆਏ ਹੋ ਤੇ ਤੁਸੀਂ ਰਾਜਮਾ ਖਾਓ, ਰਾਜਮਾ ਚੌਲ ਖਾਓ, ਗਰਮ ਕੱਲੇ ਦਾ ਸਾਗ ਖਾਓ। ਤੁਸੀਂ ਆਉਂਦੇ ਕਹਿੰਦੇ ਸਾਨੂੰ ਫੌਰੀ ਤੌਰ ਦੇ ਉੱਤੇ ਕੜਾਈ ਬਣਾ ਕੇ ਦਿਓ। ਤੇ ਉਹ ਮੈਨੂੰ ਟੌਂਟ ਕਰ ਰਹੀ ਸੀ, ਤੁਹਾਡੇ ਪੰਜਾਬੀ ਆਉਂਦੇ ਸਾਡੇ ਕੋਲ ਨਾ ਕੁੱਕੜ ਮੰਗਦੇ ਨੇ। ਕੁਝ ਬੰਦੇ ਇਹ ਵੀ ਦੇਖੇ ਨੇ ਕਿ ਜਿਹੜੇ ਜਾਂਦੇ ਸਿਆਹਤ ਕਰਨ ਦੇ ਨਾਲ ਖਾਣਾ ਵੀ ਤੁਹਾਨੂੰ ਲੈ ਜਾਂਦੇ ਨੇ। ਜੀ ਜੀ, ਇਹ ਜ਼ਿਆਦਤੀ ਨਹੀਂ ਹੈ ਵੀ? ਬਿਲਕੁਲ ਜ਼ਿਆਦਤੀ। ਤੁਸੀਂ ਖਾਣ ਜਾ ਰਹੇ ਹੋ, ਜੀ ਮੈਂ ਬਿਲਕੁਲ ਇਸ ਚੀਜ਼ ਦੇ ਮੈਂ ਬਹੁਤ ਸਖਤ ਖਿਲਾਫ ਹਾਂ ਕਿ ਚੁੱਲ੍ਹੇ ਚੁੱਕੋ, ਪਲੇਟਾਂ ਚੁੱਕੋ। ਬਈ ਉੱਥੇ ਜਾ ਕੇ ਵੀ ਜੇ ਪਕਾਣਾ ਲੋਕਾਂ ਨੂੰ ਦੇਖੋ, ਉਹਨਾਂ ਦੀ ਖੁਸ਼ੀਆਂ ਦੇਖੋ, ਉਹਨਾਂ ਦੇ ਗਮ ਦੇਖੋ, ਉਹਨਾਂ ਦੇ ਖਾਣੇ ਦੇਖੋ। ਕਿਸੇ ਵੇਲੇ ਤੁਸੀਂ ਸੜਕ ਦੇ ਕਿਨਾਰੇ ਖਲੋ ਕੇ ਖਾ ਲਓ, ਕੋਈ ਗੱਲ ਨਹੀਂ। ਤੇ ਔਰ ਫਿਰ ਉਹਨਾਂ ਦੂਜੀ ਜਿਹੜੀ ਇੱਕ ਚੀਜ਼ ਮੈਂ ਚਾਹਾਂਗੀ, ਜਿਹੜਾ ਵੀ ਲੋਕ ਸਿਆਹਤ ਨਾਲ ਵਾਬਸਤਾ ਨੇ, ਇੱਕ ਤੇ ਗੰਦ ਤੋਂ ਤੇ ਅਸੀਂ ਬਹੁਤ ਹੀ ਸਾਰੇ ਬੋਲਦੇ ਨਾ ਕਿ ਆਪਣੇ ਮੁਕਾਮਾਤ ਨੂੰ ਜਿਹੜਾ ਨਾ ਪ੍ਰੀਜ਼ਰਵ ਕਰੋ, ਉਹਨਾਂ ਨੂੰ ਉਹਦੀ ਹਿਫਾਜ਼ਤ ਕਰੋ। ਤੇ ਦੂਸਰਾ ਜਿਹੜੇ ਇਲਾਕੇ 'ਚ ਜਾਓ ਉਹਦੀ ਮਾਸ਼ਰਤ ਦਾ ਖਿਆਲ ਕਰੋ। ਮੈਂ ਅਤੀਕ ਭਾਈ ਮੈਂ ਬੜੇ ਦੁੱਖ ਨਾਲ ਇਹ ਗੱਲ ਕਹਾਂਗੀ ਕਿ ਮੈਂ ਮਤਲਬ ਸ਼ਮਾਲੀ ਇਲਾਕਿਆਂ 'ਚ ਜਾਂਦੀ ਹਾਂ ਤੇ ਲੜਕੀਆਂ ਨੇ ਜ਼ਰੂਰ ਪਾਓ, ਤੁਸੀਂ ਜੀਨਸ ਵੀ ਪਾਓ, ਤੁਸੀਂ ਹਰ ਤਰ੍ਹਾਂ ਦੇ ਕੱਪੜੇ ਪਾਓ, ਲੇਕਿਨ ਤੁਸੀਂ ਇਹ ਜ਼ਰੂਰ ਵੇਖੋ ਕਿ ਤੁਹਾਡੇ ਇਰਦ ਗਿਰਦ ਜਿਹੜੇ ਲੋਕ ਫਿਰ ਰਹੇ ਨੇ ਉਹ ਤੁਹਾਨੂੰ ਕਿਸ ਨਜ਼ਰਾਂ ਨਾਲ ਦੇਖ ਰਹੇ ਨੇ। ਉਹ ਬਾਅਦ ਦਫਾ ਪਰੇਸ਼ਾਨ ਹੋ ਜਾਂਦੇ ਨੇ। ਇਸ ਨੇ ਗੱਲ ਤੇ ਇਹ ਚੀਜ਼ ਗਲਤ ਹੈ, ਕੋਈ ਹਰਜ ਵਾਲੀ ਗੱਲ ਨਹੀਂ। ਜੇ ਤੁਸੀਂ ਸ਼ਲਵਾਰਾਂ ਕਮੀਜ਼ਾਂ ਜਾਂ ਥੋੜਾ, ਮੈਂ ਨਹੀਂ ਕਹਿੰਦੀ ਮੈਂ ਗੱਲ ਅਸੀਂ ਆਪਣੇ ਪੰਜਾਬ ਤੇ ਪੰਜਾਬੀ ਲਾਉਂਦੇ ਹਾਂ। ਤੁਸੀਂ ਸ਼ਾਇਰੀ ਕਰਦੇ ਹੋ, ਤੁਸੀਂ ਇਹਦੇ 'ਚ ਤੁਹਾਨੂੰ ਕਿਹੜਾ ਪਸੰਦ ਹੈ ਮੀਡੀਅਮ ਦੇ 'ਚ? ਨਜ਼ਮ? ਮੇਰਾ ਆਪਣਾ ਉਰਦੂ ਜਦੋਂ ਮੈਂ ਪੜ੍ਹਦੀ ਲਿਖਦੀ ਜਾਂ ਸਭ ਕੁਛ ਕਰਦੀ ਸਾਂ ਤੇ ਮੇਰਾ ਆਪਣਾ ਫੀਲਡ ਜਿਹੜਾ ਫਿਕਸ਼ਨ ਦਾ ਹੀ ਹੈ। ਤੇ ਮੈਨੂੰ ਅਫਸਾਨਾ, ਨਾਵਲ ਇਹਨਾਂ 'ਚ ਮੇਰਾ ਮੁਤਾਲਿਆ ਬਹੁਤ ਜ਼ਿਆਦਾ। ਸ਼ਾਇਰੀ ਨਾਲ ਮੈਨੂੰ ਉਦੋਂ ਕੋਈ ਇੰਨੀ ਜ਼ਿਆਦਾ ਪਹਿਲੇ ਰਗਬਤ ਨਹੀਂ। ਅਗਰ ਜਿਹੜੇ ਸਾਡੇ ਮੈਂ ਗੱਲ ਕਰਾਂਗਾ ਟੱਪੇ ਮਾਈਏ ਸੀ ਜਿਹਨਾਂ ਨੂੰ ਅਸੀਂ ਜਿਹਨਾਂ ਦਾ ਫਖਰ ਕਰਨੇ ਆ, ਉਹ ਨਵੇਂ ਵੀ ਲਿਖਣ ਦਾ? ਜੀ ਬਿਲਕੁਲ ਨਵੇਂ ਲਿਖ ਰਹੇ ਨੇ। ਤੁਸੀਂ ਵੀ ਲਿਖਿਆ ਕਦੇ? ਜੀ ਜੀ ਮੈਂ ਵੀ। ਤੁਸੀਂ ਕੋਈ ਸਾਨੂੰ ਸੁਣਾਓ? ਬਿਲਕੁਲ ਜੀ ਮੈਂ ਸੁਣਾ ਸਕਦੀ ਹਾਂ ਤੁਹਾਨੂੰ। ਬੋਲੀਆਂ ਵੀ ਨੇ, ਬੋਲੀਆਂ ਵੀ ਸੁਣਾਓ, ਸਾਨੂੰ ਟੱਪੇ ਵੀ ਸੁਣਾਓ। ਜੀ ਬਿਲਕੁਲ, ਇਹ ਬੜੇ ਜ਼ਰੂਰੀ ਨੇ, ਅੱਜ ਕੱਲ੍ਹ ਲੋਕ ਸੁਣਨਾ ਚਾਹੁੰਦੇ ਨੇ। ਹਾਂਜੀ, ਅਸਲ 'ਚ ਸ਼ੁਰੂ 'ਚ ਤੇ ਆਈਡੀਆ ਨਹੀਂ ਸੀ। ਕੁਛ ਲੋਕ ਇਹ ਵੀ ਸਮਝਦੇ ਸੀ ਕਿ ਬਈ ਇਹ ਆਪਣੇ ਆਪ ਹੀ ਵਜੂਦ 'ਚ ਆਉਂਦੇ ਚਲੇ ਜਾਂਦੇ ਸਨ। ਔਰ ਵਾਕਈ ਐਸੀ ਗੱਲ ਹੈ ਕਿ ਇਹ ਇੱਕ ਗੈਰ ਮਰਈ ਤਰੀਕੇ ਦੇ ਨਾਲ ਵੱਧਦੇ ਚਲੇ ਜਾਂਦੇ ਨੇ, ਆਉਂਦੇ ਚਲੇ ਜਾਂਦੇ ਨੇ ਤੇ ਜਾਂ ਸੀਨਾ ਬਸੀਨਾ ਅੱਗੋਂ ਟਰਾਂਸਫਰ ਹੁੰਦੇ ਜਾਂਦੇ ਨੇ। ਲੇਕਿਨ ਮੈਂ ਤਾਂਦਲਿਆਂ ਵਾਲਾ ਮੁਸ਼ਾਇਰਾ ਇੱਕ ਅਟੈਂਡ ਕੀਤਾ ਤੇ ਬੜਾ ਅੱਛਾ ਲੱਗਾ। ਰਾਏ ਖੈਲ ਸਾਹਿਬ ਦੀਆਂ ਬੋਲੀਆਂ ਸੁਣੀਆਂ ਉਹਨਾਂ ਕੋਲੋਂ। ਉੱਥੇ ਮੈਂ ਟ੍ਰੈਂਡ ਕਾਫੀ ਜ਼ਿਆਦਾ ਦੇਖਿਆ ਕਿ ਲੋਕ ਬੋਲੀਆਂ ਜਿਹੜੀਆਂ ਸੀ, ਤੇ ਮੈਂ ਵੀ ਬੋਲੀਆਂ ਕਹੀਆਂ ਨੇ, ਮੇਰੀਆਂ ਬੋਲੀਆਂ ਪਸੰਦ ਵੀ ਸਭ ਨੇ ਕੀਤੀਆਂ ਨੇ। ਤੇ ਤੁਹਾਨੂੰ ਜਿਹੜਾ ਜੀ, ਹਾਂਜੀ, ਜੱਟੀ ਕੱਸ ਕੇ ਦੁਪੱਟਾ ਲੱਕ ਬੰਨਿਆ। ਅੱਛਾ, ਵਾਹ। ਜੱਟੀ ਕੱਸ ਕੇ ਦੁਪੱਟਾ ਲੱਕ ਬੰਨਿਆ,
ਤੇ ਵਾਢੀਆਂ ਦੇ ਢੋਲ ਵੱਜ ਗਏ। ਵਾਹ ਵਾਹ ਵਾਹ। ਹੱਥ ਦਾਤਰੀ ਤੇ ਨੱਕ ਵਿੱਚ ਨਥਲੀ। ਆਹਾ। ਮੈਂ ਪੰਜਾਬੀ ਬੀਬੀ ਨੂੰ ਡੈਡੀਕੇਟ ਕਰਨੀ ਆ। ਹੱਥ ਦਾਤਰੀ ਤੇ ਨੱਕ ਵਿੱਚ ਨਥਲੀ, ਵੇ ਮੇਰੇ ਮੂਹਰੇ ਕੌਣ ਠਹਿਰਦਾ। ਵਾਹ ਵਾਹ ਕੀ ਬਾਤ ਹੈ। ਪਾਣੀ ਭਰਦੀ ਦੀ ਝਾਂਜਰ ਛਣਕੀ। ਵਾਹ। ਪਾਣੀ ਭਰਦੀ ਦੀ ਝਾਂਜਰ ਛਣਕੀ ਤੇ ਖੂਹ ਉੱਤੇ ਪਿੰਡ ਟੁੱਕਿਆ। ਵਾਹ ਬਹੁਤ ਖੂਬ। ਉਹਨੇ ਪੈਲੀ ਵਿੱਚ ਪੈਰ ਜਦ ਧਰਿਆ। ਆਹਾ। ਉਹਨੇ ਪੈਲੀ ਵਿੱਚ ਪੈਰ ਜਦ ਧਰਿਆ ਤੇ ਸਰੋਂ ਵਾਲੇ ਫੁੱਲ ਖਿੜ ਪਏ। ਵਾਹ ਕੀ ਬਾਤ। ਸਾਨੂੰ ਰੋਟੀ ਦੀ ਫਿਕਰ ਨਾ ਕੋਈ। ਇਹ ਸਾਡੇ ਕਿਸਾਨ ਵੀਰਾਂ ਵਾਸਤੇ ਜੀ। ਸਾਨੂੰ ਰੋਟੀ ਦੀ ਫਿਕਰ ਨਾ ਕੋਈ, ਹਾਲੀਆਂ ਨੇ ਹਲ ਜੋਤ ਲਏ। ਵਾਹ। ਵੇਖੋ ਨਾ ਇਹ ਸਾਡਾ ਕਿੱਡਾ ਵੱਡਾ ਇੱਕ ਜ਼ਰੀਆ ਹੈ ਰੋਟੀ ਦਾ। ਹਾਂਜੀ ਹਾਂਜੀ। ਇਹਦੇ ਵੱਲ ਤੇ ਸਭ ਤੋਂ ਜ਼ਿਆਦਾ ਤਵੱਜੋ ਹੋਣੀ ਚਾਹੀਦੀ ਹੈ ਸਾਡੀ। ਜਿੱਥੇ ਮਿਹਨਤਾਂ ਦਾ ਮੁੱਲ ਨਾ ਕੋਈ, ਵੀ ਉੱਥੇ ਕਿਸੇ ਕੀ ਵਸਣਾ। ਉੱਥੇ ਕਿਸੇ ਕੀ। ਗੋਰੀ ਪੁੱਤ ਨੂੰ ਟਾਕੇ ਜਦ ਲਾਇਆ। ਅੱਛਾ ਵਾਹ। ਗੋਰੀ ਪੁੱਤ ਨੇ ਟਾਕੇ ਜਦੋਂ ਲਾਇਆ ਤੇ ਚਾਲ ਚ ਮੜਕ ਆ ਗਈ। ਵਾਹ। ਕਿਉਂਕਿ ਇੱਕ ਕੁਦਰਤੀ ਇੱਕ ਗੱਲ ਹੈ ਨਾ, ਮਾਵਾਂ ਨੂੰ ਜੋ ਪੁੱਤਰਾਂ ਦੇ ਨਾਲ ਜੀ ਹੁੰਦਾ ਹੈ, ਉਹ ਉਹਨੇ ਚੰਨ ਨਾਲ ਲਾਡਾ ਲਾਇਆ। ਉਹਨੇ ਚੰਨ ਨਾਲ ਲਾਡਾ ਲਾਇਆ, ਕੁੰਡ ਨੂੰ ਹਟਾ ਕੇ ਮੁੱਖ ਤੋਂ। ਵਾਹ ਕੀ ਬਾਤ ਹੈ ਕੀ ਬਾਤ ਹੈ। ਬਹੁਤ ਖੂਬ ਬਹੁਤ ਖੂਬ। ਬਹੁਤ ਵਧੀਆ। ਬਸ ਜੀ ਇਹ ਵੇ ਕਿ ਵੈਸੇ ਜਿਹੜੀਆਂ ਸਨ ਟੱਪੇ ਜਿਹੜੇ ਸਨ, ਟੱਪੇ ਵੀ ਮੈਂ ਦੇਖਿਆ ਕਿ ਤੁਸੀਂ ਕੋਈ ਤਰਨਮ ਦੇ ਵਿੱਚ ਵੀ ਚੀਜ਼ਾਂ ਪੜ੍ਹ ਲੈਂਦੇ ਹੋ ਕਦੇ ਕਦੇ। ਹਾਂਜੀ ਹਾਂਜੀ ਹਾਂਜੀ। ਤੇ ਕੋਈ ਆਪਣੀ ਸ਼ਾਇਰੀ ਤਰਨਮ ਦੇ ਵਿੱਚ ਕੋਈ। ਹਾਂਜੀ ਇੱਕ ਤੇ ਬਹੁਤ ਮਸ਼ਹੂਰ ਉਹੀ ਵਾਲਾ ਜਿਹੜਾ ਨਾ ਗੀਤ ਜਿਹੜਾ ਮਸ਼ਹੂਰ ਨੇ। ਹਾਂਜੀ ਗੀਤ ਮੈਂ ਕਹਿੰਦਾ ਕਿ ਇਸ ਦੌਰ ਦੇ ਵਿੱਚ ਜਿਹੜੀ ਪੰਜਾਬੀ ਵੈਸੇ ਬੀਬੀਆਂ ਕਾਫੀ ਪੜ੍ਹਦੀਆਂ ਪਈਆਂ, ਲੇਕਿਨ ਜਿਹੜਾ ਤੁਹਾਨੂੰ ਰੱਬ ਨੇ ਅੰਦਾਜ਼ ਦਿੱਤਾ ਨਾ, ਸ਼ਾਇਦ ਘੱਟ ਲੋਕਾਂ ਕੋਲ ਹੈ। ਹਾਲਾਂਕਿ ਮੈਂ ਸਮਝਦੀ ਹਾਂ, ਓਨੈਸਟਲੀ ਮੈਂ ਸਮਝਦੀ ਹਾਂ ਕਿ ਮੇਰੀ ਆਵਾਜ਼ ਜਿਹੜੀ ਹੈ, ਕਿਉਂਕਿ ਅਸੀਂ ਬੇਸਿਕਲੀ ਲੈਕਚਰ ਦੇ ਦੇ ਕੇ ਸਾਡੀਆਂ ਆਵਾਜ਼ਾਂ ਭਾਰੀਆਂ ਹੋ ਆਵਾਜ਼ ਤਾਂ ਨੂਰ ਜਾਂਦੀ ਵੈਸੇ ਆਮ ਬੈਠੀ ਹੁੰਦੀ ਸੀ, ਲੇਕਿਨ ਜਦੋਂ ਗਾਉਂਦੀ ਸੀ ਤਾਂ ਉਹਦੀ ਆਵਾਜ਼ ਕਮਾਲ ਹੋ ਜਾਂਦੀ ਸੀ। ਤੇ ਇਹ ਵੈ ਕਿ ਮੈਂ ਸਮਝਦੀ ਹਾਂ ਕਿ ਤੁਹਾਡੇ ਵਾਲੀ ਗੱਲ ਕਿ ਜਦੋਂ ਅਸੀਂ ਢੋਲਕੀ ਤੇ ਬਹਿੰਦੇ ਹਾਂ ਜਾਂ ਉਂਝ ਬਹਿੰਦੇ ਹਾਂ ਤਾਂ ਫਿਰ ਅਸੀਂ ਇਹ ਨਹੀਂ ਵੇਖਦੇ ਕਿ ਆਵਾਜ਼ ਕਿਹਦੀ ਕੀ ਹੈ। ਹਾਂਜੀ। ਤੇ ਇੱਕ ਥੋੜ੍ਹਾ ਜਿਹਾ ਉਹਦਾ ਟੁਕੜਾ ਦੁਬਾਰਾ ਸੁਣਾ ਦਿੰਦੀ ਹਾਂ। ਛਾਵਾਂ ਵਾਲੇ ਰੁੱਖ ਵੇ, ਛਾਵਾਂ ਵਾਲੇ ਰੁੱਖ ਵੇ, ਵੇਖ ਸਾਡੇ ਦੁੱਖ ਵੇ, ਵੇੜਿਆਂ 'ਚ ਲੱਗੇ ਸੁੱਕ ਗਏ, ਪੇਕਿਆਂ ਦੇ ਯਾਰ ਮੁੱਕ ਗਏ। ਵੇੜਾ ਪਿਆ ਸ਼ੂਕਦਾ, ਦਿਲ ਮੇਰਾ ਹੂਕਦਾ, ਵੇੜਾ ਪਿਆ ਸ਼ੂਕਦਾ, ਦਿਲ ਮੇਰਾ ਹੂਕਦਾ, ਕਾੜਨੀ ਚੋਂ ਦੁੱਧ ਰੁੜਿਆ, ਬੂਵੇ ਉਤੋਂ ਯਾਰ ਮੁੜਿਆ। ਕਿਆ ਬਾਤ, ਬਹੁਤ ਖੂਬ। ਅੰਬੀਆਂ ਤੇ ਬੂਰੇ, ਦਿਲ ਮਜਬੂਰੇ, ਅੰਬੀਆਂ ਤੇ ਬੂਰੇ, ਦਿਲ ਮਜਬੂਰੇ, ਅੱਖੀਆਂ ਤੋਂ ਨੀਰ ਡੁੱਲ ਗਏ, ਮਾਪਿਆਂ ਦੇ ਘਰ ਭੁੱਲ ਗਏ। ਆਸਾਂ ਦੀਆਂ ਖੁੰਬੀਆਂ ਦਿਲ ਵਿੱਚ ਉੱਗੀਆਂ, ਆਸਾਂ ਦੀਆਂ ਖੁੰਬੀਆਂ ਦਿਲ ਵਿੱਚ ਉੱਗੀਆਂ, ਇਸ਼ਕ 'ਚ ਜਿੰਦ ਸੜ ਗਈ, ਅੱਖੀਆਂ ਨੂੰ ਵਿਸ ਚੜ ਗਈ। ਹਾਏ ਖੁਸ਼ੀ। ਮੈਂ ਤੁਹਾਡੀਆਂ ਸੁਣ ਰਿਹਾ ਬੋਲੀਆਂ ਤੇ ਗੀਤ, ਇਹ ਮੈਨੂੰ ਲੱਗਦਾ ਕਿ ਤੁਹਾਨੂੰ ਪੰਜਾਬੀ ਜ਼ੁਬਾਨ ਜਿਹੜੀ ਆ ਨਾ, ਤੁਹਾਨੂੰ ਉਹਦੇ ਬਹੁਤ ਸਾਰੇ ਲਫ਼ਜ਼ ਉਹ ਯਾਦ ਹੈ, ਜਿਹੜੇ ਬਹੁਤ ਸਾਰੇ ਲਫ਼ਜ਼ ਅੱਜ ਲੋਕ ਭੁੱਲ ਚੁੱਕੇ ਨੇ। ਜੀ ਬਿਲਕੁਲ। ਤੁਸੀਂ ਕਿਹਾ ਕਿ ਪਿਆਲੀਆਂ 'ਚ, ਹੁਣ ਜੇ ਸ਼ਹਿਰ ਦੀਆਂ ਬੀਬੀਆਂ ਤੋਂ ਘਰ ਦੀ ਉਹਨਾਂ ਨੂੰ ਚਾਹ ਵੀ ਕਰਦੀਆਂ ਫਿਰਦੀਆਂ ਰਮਣ। ਇਹ ਵਾਕਈ ਤੁਹਾਡੇ ਵਾਲੀ ਗੱਲ ਸਹੀ ਜੇ। ਮੇਰੇ ਆਪਣੇ ਬੱਚੇ ਵੀ, ਅਸੀਂ ਹੁਣ ਬੂਆ ਕਦੀ ਨਹੀਂ ਅਸੀਂ ਕਿਹਾ, ਤੰਬੀ ਕੋਈ ਨਹੀਂ ਕਹਿੰਦਾ, ਮੈਂ ਬਸ ਬੂਹੇ ਕਰਨਾ। ਤੇ ਹਾਂਜੀ, ਮਤਲਬ ਕਹਿਣਾ ਚਾਹੀਦਾ ਸਾਨੂੰ, ਕਹਿਣਾ ਚਾਹੀਦਾ ਸਾਨੂੰ, ਕਿਉਂਕਿ ਅਸੀਂ ਉਰਦੂ ਜ਼ੁਬਾਨ ਦੇ ਮੁਤਲਕ ਵੀ ਸਾਨੂੰ ਖਾਜਾ ਜ਼ਕਰੀਆ ਸਾਹਿਬ ਜਦੋਂ ਅਸੀਂ ਪੜ੍ਹਦੇ ਸਨ ਤਾਂ ਉਹ ਕਹਿੰਦੇ ਸਨ ਕਿ ਜਦੋਂ ਤੁਸੀਂ ਬੋਲਣੀ ਛੱਡ ਦਿੰਦੇ ਹੋ ਨਾ ਤੇ ਜ਼ੁਬਾਨ ਆਹਿਸਤਾ ਆਹਿਸਤਾ ਮਰਨਾ ਸ਼ੁਰੂ ਹੋ ਜਾਂਦੀ ਹੈ। ਉਹ ਕਹਿੰਦੇ ਹੁੰਦੇ ਸਨ ਰੋਜ਼ਾਨਾ ਰਾਤ ਨੂੰ ਲੇਟੋ ਤੇ ਤੁਸੀਂ ਸੋਚੋ ਕਿ ਜਿਹੜੀ ਜ਼ੁਬਾਨ ਤੁਸੀਂ ਬੋਲ ਰਹੇ ਹੋ ਉਹਦੇ ਤੁਸੀਂ ਕਿੰਨੇ ਨਵੇਂ ਲਫ਼ਜ਼ ਇਸਤੇਮਾਲ ਕੀਤੇ ਨੇ। ਸਹੀ। ਉਹ ਕਹਿੰਦੇ ਨੇ ਤੁਸੀਂ ਜਦੋਂ ਜੁਗਾਲੀ ਕਰਦੇ ਰਹਿੰਦੇ ਹੋ ਉਦੋਂ ਵੀ ਤੁਹਾਡੀ ਜ਼ੁਬਾਨ ਮੁੱਕ ਜਾਂਦੀ ਕਿ ਤੁਸੀਂ ਉਹੀ ਲਫ਼ਜ਼ ਨੇ
ਜਿਹੜੇ ਤੁਸੀਂ ਰੂਟੀਨ ਦੇ ਬੋਲਦੇ ਹੋ, ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਕੁਝ ਨਵੇਂ ਲਫ਼ਜ਼ ਰੋਜ਼ ਇਸਤੇਮਾਲ ਕਰੋ ਜਿਹੜੇ ਕਿ ਤੇ ਇਸ ਤਰ੍ਹਾਂ ਹੀ ਪੰਜਾਬੀ ਵੀ। ਜੇ ਅਸੀਂ ਨਹੀਂ ਬੋਲਾਂਗੇ ਤੇ ਸਾਡੇ ਨਵਿਆਂ ਬੱਚਿਆਂ ਨੂੰ ਅੱਗੋਂ ਪਤਾ ਹੀ ਨਹੀਂ। ਮੈਂ ਤਾਂ ਇਹ ਗੱਲ ਕਹਾਂ ਜੇ ਤੁਸੀਂ ਪੰਜਾਬੀ ਨਹੀਂ ਬੋਲਦੇ ਤੇ ਸਾਡੇ ਨਵੇਂ ਜਿਹੜੇ ਬੱਚੇ ਜਿਹੜੇ ਨੇ ਉਹਨਾਂ ਵਾਸਤੇ ਤਾਂ ਹੋਰ ਮੁਸ਼ਕਿਲ ਹੋ ਜਾਏਗੀ ਨਾ, ਬਹੁਤ ਮੁਸ਼ਕਿਲ ਹੋ ਜਾਏਗੀ। ਤੇ ਤੁਸੀਂ ਹੁਣ ਗੀਤ ਤੇ ਟੱਪੇ ਗਾਏ ਨੇ ਜਾਂ ਬੋਲੀਆਂ ਨੇ, ਅਗਰ ਪੰਜਾਬੀ ਦੇ ਲਫ਼ਜ਼ ਤੁਹਾਡੇ ਕੋਲ ਨਹੀਂ ਆਉਣਗੇ ਤੇ ਅਸੀਂ ਉਹ ਲਿਖ ਸਕਦੇ ਨਹੀਂ। ਤੁਸੀਂ ਨਹੀਂ, ਅਸੀਂ ਨਹੀਂ ਲਿਖ ਸਕਦੇ। ਇਸੇ ਤਰ੍ਹਾਂ ਅਗਰ ਬੱਚੇ ਕੋਲ ਪੰਜਾਬੀ ਦੇ ਲਫ਼ਜ਼ ਨਹੀਂ ਆਉਣਗੇ ਤੇ ਉਹ ਵੱਡੇ ਹੋ ਕੇ ਉਹ ਨਾ ਤਾਂ ਅੱਛੇ ਟੀਚਰ ਬਣਨਗੇ, ਨਾ ਸਾਇੰਸਦਾਨ ਬਣਨਗੇ, ਨਾ ਡਾਕਟਰ ਬਣਨਗੇ। ਬਿਲਕੁਲ ਇਹ ਜ਼ਰੂਰੀ ਹੈ ਨਾ ਹਰ ਚੀਜ਼। ਬਿਲਕੁਲ। ਔਰ ਹੋਰ ਵੀ ਬਹੁਤ ਸਾਰਾ ਕੰਮ ਕਰਨ ਦੀ ਤੀਕ ਭਾਈ ਜ਼ਰੂਰਤ ਹੈ। ਤੁਸੀਂ ਜਿਹੜਾ ਇੱਕ ਪ੍ਰੋਗਰਾਮ ਕਰਵਾਇਆ ਸੀ ਮੈਨੂੰ ਯਾਦ ਹੈ, ਉਹਦੇ 'ਚ ਚੜ੍ਹਦੇ ਪੰਜਾਬ ਵੱਲੋਂ ਜਿਹੜੇ ਲੋਕ ਆਏ ਦੇ ਸਨ, ਮੈਨੂੰ ਸੁਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਜਦੋਂ ਉਹਨਾਂ ਨੇ ਕਿਹਾ ਕਿ ਸਾਡੇ 'ਚ ਤੇ ਅਸੀਂ ਤੇ MBA ਦਾ ਕੋਰਸ ਤੱਕ ਜਿਹੜਾ ਪੰਜਾਬੀ 'ਚ ਕਰ ਚੁੱਕੇ ਹਾਂ ਤੇ ਮੈਡੀਕਲ ਦਾ ਕੋਰਸ ਅਸੀਂ ਕਰ ਰਹੇ ਹਾਂ। ਤੁਸੀਂ ਦੇਖੋ ਨਾ ਇਹ ਕਿੱਡੀ ਵੱਡੀ ਗੱਲ ਹੈ ਕਿ ਆਪਣੀ ਜ਼ੁਬਾਨ 'ਚ ਬੱਚਾ ਪੜ੍ਹੇ। ਸੁਣਾਓ ਸਾਨੂੰ ਕੋਈ ਗਜ਼ਲ ਆਪਣੀ ਕੋ ਸੁਣਾਓ, ਪੰਜਾਬੀ ਕੋਈ ਸ਼ਾਇਰੀ ਸੁਣਾਓ ਪੰਜਾਬੀ। ਪੰਜਾਬੀ ਜ਼ੁਬਾਨ ਦੇ ਉੱਤੇ ਹੀ ਮੈਂ ਨਜ਼ਮ ਤੁਹਾਨੂੰ ਸੁਣਾ ਦਿੰਦੀ ਹਾਂ ਪਹਿਲੇ ਕਿ ਮੈਂ ਗੱਜ ਕੇ ਬੋਲੀ ਚੁੱਕਣੀ ਮੇਰੇ ਗਿੱਧਾ ਪਾਉਂਦੇ ਪੈਰ, ਮੈਂ ਗੱਜ ਕੇ ਬੋਲੀ ਚੁੱਕਣੀ ਮੇਰੇ ਗਿੱਧਾ ਪਾਉਂਦੇ ਪੈਰ, ਮੈਂ ਕਿਕਲੀ ਪਾਉਣੀ ਵੀਰ ਵੇ ਤੇਰੀ ਪੱਗ ਦੀ ਮੰਗ ਕੇ ਖੈਰ। ਵਾਹ, ਵੀਰ ਕਿੰਨਾ ਮਿੱਠਾ ਲਫ਼ਜ਼ ਹੈ। ਬਹੁਤ ਖੂਬਸੂਰਤ। ਭੈਣਾਂ ਵੀ ਭਾਈਆਂ ਨੂੰ ਵੀਰ ਹੀ ਕਹਿੰਦੀਆਂ ਸੀਗੀਆਂ ਜੀ। ਸਾਡੀ ਅੰਮਾ ਜੀ ਕਹਿੰਦੀਆਂ ਵੀਰ ਮੇਰਾ ਆਇਆ ਸੀ ਤੇ ਵੀਰ ਮੇਰਾ ਆਇਆ ਸੀ, ਫਿਰ ਵੀਰੇ ਦੀ ਇਹ ਗੱਲ। ਔਰ ਪੁਰਾਣੇ ਜ਼ਮਾਨੇ 'ਚ ਤੁਸੀਂ ਇਹ ਵੇਖੋ ਕਿ ਬੀਬੀ ਕਹਿ ਕੇ ਬੁਲਾਇਆ ਜਾਂਦਾ ਸੀ ਭੈਣਾਂ ਨੂੰ ਵੀ, ਤੇ ਬੜੇ ਇਹਤਰਾਮ ਦੇ ਨਾਲ। ਮੈਂ ਕਹਿੰਦੀ ਉਸ ਸਾਡੀ ਪੰਜਾਬੀ 'ਚ ਮੈਂ ਜਿੰਨਾ ਇਹਤਰਾਮ ਵੇਖਿਆ ਨਾ ਖਵਾਤੀਨ ਦਾ, ਉਹ ਘੱਟ ਹੀ ਜ਼ੁਬਾਨਾਂ ਦੇ ਵਿੱਚ ਕੀਤਾ ਜਾਂਦਾ ਕਿ ਬੋਲਣ ਲੱਗਿਆਂ, ਪੁਕਾਰਨ ਲੱਗਿਆਂ ਧੀਆਂ ਨੂੰ ਕਿਸ ਤਰ੍ਹਾਂ ਧੀਆਂ ਧਿਆਣੀਆਂ। ਮਤਲਬ ਹੁਣ ਉਹਦੇ 'ਚ ਪਿਆਰ ਬੜਾ ਸੀ, ਮੈਂ ਕਿਕਲੀ ਪਾਉਣੀ ਵੀਰ ਵੇ ਤੇਰੀ ਪੱਗ ਦੀ ਮੰਗ ਕੇ ਖੈਰ, ਮੈਂ ਵਿੱਚ ਤਰਿੰਜਣਾ ਕੂਕਣਾ ਪਾ ਸਾਰੇ ਜਗ ਨਾਲ ਵੈਰ, ਮੈਂ ਚਰਖੇ ਕੱਤ ਕੇ ਪੂਣੀਆਂ ਤੇ ਪਰਾਂ ਛਿੱਕੂ ਦੁਪਹਿਰ, ਸਾਨੂੰ ਹੁਣ ਸਮਝਾਣੇ ਲੱਗੀਆਂ ਕੀ ਢਾਇਆ ਅਸੀਂ ਇਹ ਕਹਿਰ, ਸਾਡੀ ਜੀਭ ਤੇ ਗੱਲਾਂ ਮਿੱਠੀਆਂ ਸਾਡੇ ਅੰਦਰ ਭਰਿਆ ਜ਼ਹਿਰ, ਅਸੀਂ ਆਪਣੀ ਰਹਿਤਲ ਭੁੱਲ ਕੇ ਤੇ ਆਪ ਕਮਾਇਆ ਵੈਰ, ਅਸੀਂ ਓਬੜ ਬੋਲੀ ਬੋਲਦੇ ਤੇ ਮਾਂ ਬੋਲੀ ਨਾਲ ਵੈਰ, ਉੱਠ ਮਾਂ ਬੋਲੀ ਦਿਆ ਰਾਖਿਆ ਤੇਰੀ ਸਾਸਾ ਮੰਗਾ ਖੈਰ। ਮੈਡਮ ਨਾਇਲਾ ਰਿਆਜ਼ ਭੱਟ ਸਾਹਿਬ, ਤੁਹਾਡੇ ਨਾਲ ਜਿੰਨੀਆਂ ਵੀ ਗੱਲਾਂ ਮੈਂ ਸ਼ੁਰੂ ਤੋਂ ਗੱਲ ਕੀਤੀ ਅਸੀਂ ਕਰਦੇ ਰਹੀਏ, ਸਾਨੂੰ ਇਹਦੇ ਵਾਸਤੇ 2-4 ਨਹੀਂ ਬਲਕਿ ਕਈ ਪ੍ਰੋਗਰਾਮ ਕਰਨੇ ਪੈਣੇ ਨੇ। ਤੇ ਤੁਸੀਂ ਮੈਂ ਕਹਾਂ ਗੱਲ ਕਿ ਤੁਸੀਂ ਟੀਚਰ ਵੀ ਹੋ, ਤੁਸੀਂ ਮਾਂ ਵੀ ਹੋ, ਤੁਹਾਡੇ ਨਾਲ ਤਾਂ ਮੈਂ ਇੱਕ ਖਾਣਿਆਂ ਦਾ ਪੂਰਾ ਪ੍ਰੋਗਰਾਮ ਕਰਨਾ ਚਾਹੁੰਦਾ, ਪੰਜਾਬ ਦੇ ਖਾਣਿਆਂ ਦੇ। ਤੇ ਲੇਕਿਨ ਤੁਸੀਂ ਜਾਂਦੇ ਆ ਸਾਡੇ ਨਾਜ਼ਰੀਨ ਨੂੰ, ਸਾਡੇ ਸੁਣਨ ਵਾਲਿਆਂ ਨੂੰ, ਜਾਂ ਨਵੀਂ ਨਸਲ ਨੂੰ ਜਾਂ ਪੁਰਾਣੀ ਨਸਲ ਨੂੰ, ਕਿ ਆਪਣੀ ਜ਼ੁਬਾਨ ਨੂੰ ਬਚਾਉਣਾ ਹੈ ਤੇ ਬਚਾਉਣ ਦੇ ਸਾਨੂੰ ਫਾਇਦੇ ਕੀ ਨੇ, ਬਚਾਉਣਾ ਕਿਸ ਤਰ੍ਹਾਂ ਹੈ ਆਪਣੀ ਸਕਾਫਤ ਨੂੰ, ਰਹਿਤਲ ਨੂੰ, ਤੇ ਇਹ ਅਸੀਂ ਬਚਾ ਲੈਂਦੇ ਹਾਂ ਤੇ ਸਾਨੂੰ ਇਹਦਾ ਫਾਇਦਾ ਕੀ ਹੋਵੇਗਾ? ਸਭ ਤੋਂ ਪਹਿਲੇ ਤੇ ਜੇ ਤੁਸੀਂ ਆਪਣੀ ਰਹਿਤਲ ਨੂੰ, ਆਪਣੀ ਕਲਚਰ ਨੂੰ ਬਚਾਉਣਾ ਚਾਹੁੰਦੇ ਹੋ ਤੇ ਫਿਰ ਪਹਿਲੇ ਸਭ ਤੋਂ ਜ਼ੁਬਾਨ ਨੂੰ ਬਚਾਓ। ਜ਼ੁਬਾਨ ਬੋਲੋ, ਜ਼ੁਬਾਨ 'ਚ ਲਿਖੋ, ਜ਼ੁਬਾਨ ਨੂੰ ਤਰਵੀਜ ਦਿਓ ਜਿੰਨੀ ਕੁ ਵੀ ਤੁਸੀਂ ਦੇ ਸਕਦੇ ਹੋ। ਇਹ ਨਹੀਂ ਅਸੀਂ ਕਹਿੰਦੇ ਕਿ ਉਰਦੂ ਜਿਹੜੀ ਹੈ ਉਹ ਨਹੀਂ ਪੜ੍ਹਨੀ ਚਾਹੀਦੀ, ਉਰਦੂ ਸਾਡੀ ਰਾਬਤਾ ਜ਼ੁਬਾਨ ਹੋਣੀ ਚਾਹੀਦੀ ਹੈ, ਸਾਡੇ 4 ਸੂਬਿਆਂ ਨੂੰ ਜੋੜਨ ਵਾਲੀ ਹੋਣੀ ਚਾਹੀਦੀ ਹੈ, ਲੇਕਿਨ ਇਬਤਦਾਈ ਜਿਹੜੀ ਤਾਲੀਮ ਹੈ ਉਹ ਬੱਚਾ ਪੰਜਾਬੀ 'ਚ ਲੈ। ਅਹਿਸਾਨ ਬਾਜਵਾ ਸਾਹਿਬ ਉਸ ਦਿਨ ਕੀ ਕਹਿ ਰਹੇ ਸਨ, ਬਿਲਕੁਲ ਠੀਕ ਕਹਿ ਰਹੇ ਸਨ, ਅਸੀਂ ਆਪਣੇ ਬੱਚੇ ਨੂੰ ਕਨਫਿਊਜ਼ ਕਰ ਦਿੰਦੇ ਹਾਂ। ਉਹ ਘਰ ਜਿਹੜਾ ਵੈ ਉਹੀ ਗੱਲ ਉਹਨਾਂ ਬੜੀ ਅੱਛੀ ਮਿਸਾਲ ਦਿੱਤੀ, ਘਰੋਂ ਉਹ ਕੁਕੜੀ ਕਹਿੰਦਾ ਜਾਂਦਾ ਤੇ ਸਕੂਲੇ ਜਾ ਕੇ ਉਰਦੂ ਵਾਲੀ ਮਿਸ ਨੂੰ ਕਹਿੰਦੀ ਹੈ ਨਹੀਂ ਇਹ ਮੁਰਗੀ ਹੈ, ਤੇ ਅੰਗਰੇਜ਼ੀ ਵਾਲੀ ਕਹਿੰਦੀ ਹੈ ਨਹੀਂ ਇਹ ਹੈਨ ਹੈ। ਉਹ ਵਿਚਾਰਾ ਉਸੇ ਦਿਨ ਹੀ ਉਲਝ ਜਾਂਦਾ ਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਔਰ ਬਾਕੀ ਅਸੀਂ ਬਿਲਕੁਲ ਇਹ ਅਸੀਂ ਕਿਸੇ ਮੁਖਾਸਮਤ ਦੇ ਤਹਿਤ ਨਹੀਂ ਕਹਿੰਦੇ ਕਿ ਜੀ ਬਾਕੀ ਸੂਬੇ ਪੜ੍ਹਾ ਰਹੇ ਨੇ, ਅਸੀਂ ਕਹਿੰਦੇ ਹਾਂ ਉਹ ਵੀ ਪੜ੍ਹਾਉਣ, ਜ਼ਰੂਰ ਪੜ੍ਹਾਉਣ, ਬੱਚੇ ਦਾ ਹੱਕ ਹੈ, ਹਰ ਬੱਚੇ ਦਾ ਹੱਕ ਹੈ ਕਿ ਮਾਂ ਬੋਲੀ 'ਚ। ਤੁਸੀਂ ਬਾਹਰ ਦੇਖ ਲਓ, ਮਤਲਬ ਅਗਰ ਇੱਕ ਚਾਈਨੀਜ਼ ਬੱਚਾ ਹੈ ਉਹ ਚਾਈਨੀਜ਼ 'ਚ ਹੀ ਪੜ੍ਹਦਾ ਪਿਆ ਨਾ, ਉਹ ਬੱਚਾ ਕਨਫਿਊਜ਼ ਤੇ ਨਹੀਂ ਹੋਏਗਾ ਨਾ, ਉਹ ਕਮ ਅਜ਼ ਕਮ ਹਾਂ ਤੁਸੀਂ ਆਪਸ਼ਨ ਦੇ ਦਿਓ। ਮੈਂ ਹਮੇਸ਼ਾ ਆਪਸ਼ਨ ਦੇ ਦਿਓ। ਅਸੀਂ ਅਗਰ ਜੋੜ ਲੈਂਦੇ ਹਾਂ ਬੱਚੇ ਨੂੰ ਪੰਜਾਬੀ ਜ਼ੁਬਾਨ ਨਾਲ, ਉਹਦਾ ਸਾਨੂੰ ਫਾਇਦਾ ਕੀ ਹੋਏਗਾ? ਉਹਦਾ ਤੁਹਾਨੂੰ ਫਾਇਦਾ ਇਹ ਹੋਏਗਾ ਕਿ ਤੁਹਾਡਾ ਬੱਚੇ 'ਚ ਇੱਕ ਤੇ ਕੌਨਫੀਡੈਂਸ ਡਿਵੈਲਪ ਹੋਏਗਾ, ਨੰਬਰ 2 ਜਿਹੜੀ ਮੈਂ ਚੀਜ਼ ਕਹਿੰਦੀ ਲਿਟਰੇਸੀ ਰੇਟ ਤੁਹਾਡਾ ਹਾਲੇ ਇਸ ਵੇਲੇ ਤੁਸੀਂ ਕੀ ਕਹਿੰਦੇ ਹੋ, ਮੈਂ ਕਹਿੰਦੀ ਹਾਂ ਉਹ ਜਿਨ੍ਹਾਂ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਕਿ ਜੇ ਉਹਨਾਂ ਦਾ ਲਿਟਰੇਸੀ ਰੇਟ ਇੰਨਾ ਉੱਤੇ ਜਾਂਦਾ ਪਿਆ, ਉਹ ਸਾਰੇ ਤੇ ਆਪਣੀ ਮਾਂ ਬੋਲੀ 'ਚ ਪਏ ਪੜ੍ਹਾਉਂਦੇ ਨੇ। ਤੁਸੀਂ ਅੱਜ ਮਾਂ ਬੋਲੀ 'ਚ ਪੜ੍ਹਾਉਣਾ ਸ਼ੁਰੂ ਕਰੋ, ਤੁਹਾਡੇ ਵੀ ਅੱਧੇ ਤੋਂ ਬਹੁਤੀ ਜਿਹੜੇ ਲੋਕ ਨੇ ਸਿਰਫ ਉਹਨਾਂ ਨੂੰ ਲਿਖਣਾ ਹੀ ਪਏਗਾ ਨਾ, ਬੋਲਣ 'ਚ ਤਾਂ ਬਿਲਕੁਲ ਠੀਕ ਹੋਣਗੇ। ਇਹ ਚੀਜ਼ਾਂ ਜਿਹੜੀਆਂ ਨੇ ਤੇ ਫਿਰ ਨਾਲੇ ਜਿਹੜਾ ਜੀ ਜਾਂਦੇ ਦੋ ਸ਼ੇਰ ਸੁਣਾ ਦਿਓ ਬਸ, ਕੌਮੀਅਤ ਨੂੰ ਦੋ ਸ਼ੇਰ ਸੁਣਾ ਦਿਓ। ਜਿਹੜੀ ਮੇਰੀ ਦੂਸਰੀ ਨਜ਼ਮ ਜਿਹਨੂੰ ਤੁਸੀਂ ਸਾਰੇ ਜਿਹੜਿਆਂ ਨੇ ਕਾਫੀ, ਇਹ ਚਲੋ ਛੋਟੀ ਜਿਹੀ ਇੱਕ ਨਜ਼ਮ ਉਂਝ ਪੇਸ਼ ਕਰ ਦੇਣੀ ਆ
ਕਿ ਪਿਛਲੇ ਦਿਨਾਂ 'ਚ ਮੈਨੂੰ ਆਮ ਤੌਰ 'ਤੇ ਕਲਚਰ ਦੇ ਨਾਲ ਹੀ ਜ਼ਿਆਦਾ ਤੇ ਫਿਰ ਉਹੀ ਇਹਦੀ ਨਜ਼ਮ ਦਾ ਨਵਾਨ ਹੈ ਚੁੱਪ ਦਾ ਜਾਪ। ਮੈਨੂੰ ਡੋਲੀ ਪਾ ਕੇ ਟੋਰਿਆ ਮੈਨੂੰ ਡੋਲੀ ਪਾ ਕੇ ਟੋਰਿਆ ਤੇ ਹਿਜਰ ਦਾ ਚੜਿਆ ਤਾਪ। ਮੇਰੀ ਜੀਭ ਨੂੰ ਜੰਦਰੇ ਮਾਰ ਕੇ ਤੇ ਚਾਬੀ ਰੱਖ ਲਈ ਆਪ। ਮੈਂ ਅੰਬੜੀ ਨੂੰ ਕੀ ਆਖਦੀ ਮੈਂ ਅੰਬੜੀ ਨੂੰ ਕੀ ਆਖਦੀ ਮੈਥੋਂ ਮੁੱਖ ਪਰਤਾਇਆ ਬਾਪ। ਮੈਂ ਗਮ ਦੀ ਭੁੱਕਲ ਮਾਰ ਕੇ ਤੇ ਚੁੱਪ ਦਾ ਜਪਿਆ ਜਾਪ। ਮੇਰੇ ਕੰਨੀ ਚੁੱਪ ਦਾ ਸ਼ੋਰ ਸੀ ਤੇਰੀ ਕਿੱਥੋਂ ਸੁਣਦੀ ਚਾਪ। ਇਹ ਔਖਾ ਪੈਂਡਾ ਲੇਖਦਾ ਜਿਹਨੂੰ ਕੋਈ ਨਾ ਸਕਿਆ ਨਾਪ। ਤੇਰੇ ਹੱਥ ਵਿੱਚ ਮੇਰੀਆਂ ਲੱਜਾਂ ਨੇ ਮੈਨੂੰ ਕੱਜ ਲਈ ਸਾਈਆਂ ਆਪ। ਜੀ ਨਾਜ਼ਰੀਨ, ਸਾਡੇ ਨਾਲ ਸੀ ਨਾਇਲਾ ਰਿਆਜ਼ ਭੱਟ ਸਾਹਿਬਾ। ਇਹਨਾਂ ਨਾਲ ਗੱਲਾਂ ਬਹੁਤ ਸਾਰੀਆਂ ਕੀਤੀਆਂ ਤੇ ਬਹੁਤ ਸਾਰੀਆਂ ਗੱਲਾਂ ਸਾਨੂੰ ਕਰਨ ਦੀ ਲੋੜ ਪੈਣੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਫਿਰ ਇਹਨਾਂ ਨੂੰ ਬੁਲਾਈਏ ਤੇ ਇਹਨਾਂ ਨਾਲ ਫਿਰ ਗੱਲਾਂ ਕਰੀਏ ਖਾਣਿਆਂ ਦੀਆਂ ਤੇ ਹੋਰ ਬੜੀਆਂ ਗੱਲਾਂ ਇਹਨਾਂ ਕੋਲ ਹੈ ਨੇ, ਸ਼ਾਇਰੀ ਦੀਆਂ, ਨਜ਼ਮ ਦੀਆਂ, ਗੀਤ ਦੀਆਂ, ਟੱਪਿਆਂ ਦੀਆਂ, ਮਾਈਆਂ ਦੀਆਂ, ਬੋਲੀਆਂ ਦੀਆਂ, ਖੁਸ਼ੀਆਂ ਦੀਆਂ, ਪੰਜਾਬ ਦੀਆਂ, ਪੰਜਾਬ ਦੇ ਰੰਗਾਂ ਦੀਆਂ। ਲੇਕਿਨ ਇੱਕ ਗੱਲ ਜਿਹੜੀ ਸਭ ਤੋਂ ਵੱਡੀ ਇਹਨਾਂ ਗੱਲ ਕੀਤੀ ਹੈ ਕਿ ਅਸੀਂ ਅਗਰ ਆਪਣੀ ਜ਼ੁਬਾਨ ਨੂੰ ਬਚਾ ਲੈਂਦੇ ਹਾਂ, ਅਗਰ ਅਸੀਂ ਆਪਣੀ ਜ਼ੁਬਾਨ ਨੂੰ ਬਚਾਉਣਾ ਚਾਹੁੰਦੇ ਹਾਂ, ਸਾਨੂੰ ਆਪਣੀ ਜ਼ੁਬਾਨ ਬੋਲਣੀ ਪੈਣੀ ਹੈ, ਜ਼ੁਬਾਨ 'ਚ ਲਿਖਣਾ ਪੈਣਾ ਹੈ, ਜ਼ੁਬਾਨ ਪੜ੍ਹਨੀ ਪੈਣੀ ਹੈ ਅਤੇ ਬੜੇ ਫਖਰ ਨਾਲ ਪੜ੍ਹਨੀ ਪੈਣੀ ਹੈ। ਪੰਜਾਬੀ ਜ਼ੁਬਾਨ ਕਦੇ ਵੀ ਮਾੜੀ ਨਹੀਂ ਹੈ। ਪੰਜਾਬੀ ਜ਼ੁਬਾਨ ਬੜੀ ਤਗੜੀ ਜ਼ੁਬਾਨ ਹੈ। ਇਹ ਬਾਬੇ ਫਰੀਦ ਦੀ ਜ਼ੁਬਾਨ ਹੈ, ਇਹ ਬੁੱਲੇ ਸ਼ਾਹ ਦੀ ਜ਼ੁਬਾਨ ਹੈ, ਸ਼ਾਹ ਹੁਸੈਨ ਦੀ ਜ਼ੁਬਾਨ ਹੈ, ਸੁਲਤਾਨ ਬਾਹੂ ਦੀ ਜ਼ੁਬਾਨ ਹੈ। ਤੇ ਪੰਜਾਬੀ ਜ਼ੁਬਾਨ, ਮੈਂ ਤੁਹਾਡੀ ਗੱਲ ਕਟਾਂਗੀ, ਤੁਸੀਂ ਇੱਥੋਂ ਹੀ ਅੰਦਾਜ਼ਾ ਕਰੋ ਨਾ ਇਹ ਕਿੰਨੇ ਐਸਪੈਕਟ ਨੇ ਜਿਹੜੇ ਤੁਸੀਂ ਕਵਰ ਕਰ ਸਕਦੇ ਹੋ। ਹਾਲੇ ਅਸੀਂ ਬਾਬਿਆਂ ਦੀ ਗੱਲ ਹੀ ਨਹੀਂ ਕੀਤੀ। ਜੀ ਜੇ ਉਹਨਾਂ ਦੇ ਕਲਾਮ ਵੱਲ ਅਸੀਂ ਟੁਰ ਪੈਂਦੇ ਤੇ ਫਿਰ ਹੋਰ ਇੱਕ ਕੰਮ ਲੰਬਾ। ਤੇ ਤੁਸੀਂ ਇੱਥੋਂ ਹੀ ਅੰਦਾਜ਼ਾ ਕਰੋ ਕਿ ਕਿੰਨਾ ਕੁਛ ਹੈ ਸਾਡੀ ਜ਼ੁਬਾਨ, ਕਿੰਨਾ ਕੁਝ ਹੈ ਜਿਹਨੂੰ ਅਸੀਂ ਸਾਨੂੰ ਪੜ੍ਹਨਾ ਚਾਹੀਦਾ। ਤੁਸੀਂ ਨਾਜ਼ਰੀਨ ਇੱਥੋਂ ਅੰਦਾਜ਼ਾ ਕਰ ਲਓ ਕਿ ਨਾਇਲਾ ਰਿਆਜ਼ ਭੱਟ ਸਾਹਿਬ ਕਹਿਣ ਜੋ ਕਿੰਨਾ ਕੁਝ ਹੈ। ਤੇ ਅਸੀਂ ਇਨਸ਼ਾ ਅੱਲਾਹ ਫਿਰ ਹਾਜ਼ਰ ਹੋਵਾਂਗੇ। ਰੱਬ ਰੱਖਾ। ਪਾਕਿਸਤਾਨ ਜ਼ਿੰਦਾਬਾਦ।